ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਰੇਡੀਓ ਸਿੰਘਨਾਦ। ਰੇਡੀਓ ਸਿੰਘਨਾਦ ਤੁਹਾਡੀ ਆਪਣੀ ਆਵਾਜ਼, ਕੌਮ ਦੀ ਆਵਾਜ਼। ਜਿਵੇਂ ਹਰ ਵਾਰ ਅਸੀਂ ਦੁਹਰਾਉਂਦੇ ਹਾਂ, ਇੱਥੋਂ ਦੇ ਜਿਹੜੇ ਪ੍ਰੋਗਰਾਮ ਨੇ, ਭਾਵੇਂ ਉਹ ਧਾਰਮਿਕ ਪ੍ਰੋਗਰਾਮ ਨੇ, ਭਾਵੇਂ ਇਤਿਹਾਸਕ ਪ੍ਰੋਗਰਾਮ ਨੇ, ਜਿਹੜੇ ਵੀ ਪ੍ਰੋਗਰਾਮ ਹੁੰਦੇ ਨੇ ਉਹਨਾਂ ਦਾ ਆਧਾਰ ਕੇਵਲ ਤੇ ਕੇਵਲ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਦੇ ਉਚਾਰ ਨੂੰ ਦੇ ਸਿਧਾਂਤ ਨੂੰ ਸਮਰਪਿਤ ਹੁੰਦਾ ਹੈ। ਜਿਵੇਂ ਕਿ ਆਪ ਨੂੰ ਵਿਸ਼ਿਆਂ ਬਾਰੇ ਪਤਾ ਹੈ, ਅਕਾਲ ਤਖਤ ਦੇ ਸੇਵਾਦਾਰ ਵੀ ਰਹੇ ਨੇ, ਜਿਹਨੂੰ ਤੁਸੀਂ ਜਥੇਦਾਰ ਵੀ ਕਹਿ ਲੈਂਦੇ ਜੇ। ਉਸ ਸੇਵਾ ਦੇ ਅਹੁਦੇ ਨੂੰ ਨਿਭਾ ਰਿਹਾ ਜਿਹੜਾ, ਉਹਨਾਂ ਨੇ ਜੋ ਮਾਸ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਹੈ। ਕੋਈ ਸਾਡੀ ਰਹਿਤ ਮਰਿਆਦਾ ਨਹੀਂ, ਰਹਿਤ ਮਰਿਆਦਾ ਨੇ ਗੁਰੂ ਗ੍ਰੰਥ ਸਾਹਿਬ ਨਹੀਂ ਦਿੱਤਾ, ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਰਹਿਤ ਮਰਿਆਦਾ ਦਿੱਤੀ। ਫਿਰ ਇੱਕ ਹੋਰ ਪ੍ਰਚਾਰ ਕਰਦੇ ਨੇ, ਜਦੋਂ ਸਵਾਲ ਹੁੰਦਾ ਹੈ ਕਿ ਕਮੇਟੀ ਬਣੀ 1926 ਚ, ਜੇ ਉਹਨੇ ਮਰਿਆਦਾ ਬਣਾਈ, ਜੇ ਪਾਸ ਹੋਏ, ਉਸ ਤੋਂ ਪਹਿਲਾਂ ਕੋਈ ਮਰਿਆਦਾ ਨਹੀਂ ਸੀ? ਉਸ ਤੋਂ ਪਹਿਲਾਂ ਦੇ ਸਿੱਖ ਮਰਿਆਦਾ ਵਿੱਚ ਨਹੀਂ ਸਨ, ਜਿਨ੍ਹਾਂ ਨੇ ਇਤਿਹਾਸ ਰਚਿਆ, ਜਿਨ੍ਹਾਂ ਨੇ 7 ਸਦੀਆਂ ਦੀ ਗੁਲਾਮੀ ਮਗਰੋਂ ਲਾਈ, ਜਿਨ੍ਹਾਂ ਨੇ ਦੁਨੀਆ ਦੇ ਨਕਸ਼ੇ 'ਚ ਤੀਸਰੀ ਕੌਮ ਖੜੀ ਕੀਤੀ, ਖੈਬਰ ਦਾ ਦਰਾ ਖੈਬਰ ਦਾ ਰਾਹ ਬੰਦ ਕਰ ਦਿੱਤਾ, ਜਿਹੜਾ ਲਟੇਰੇ ਜਿਸ ਰਾਹ ਆਉਂਦੇ ਸੀ ਤੇ ਹਿੰਦੁਸਤਾਨ ਦੀ ਆਬਰੂ ਲੁੱਟ ਕੇ ਚਲੇ ਜਾਂਦੇ ਸੀ। ਪਰ ਨਹੀਂ, ਕਹਿੰਦੇ ਉਦੋਂ ਮੂੰਹ ਜ਼ਬਾਨੀ ਹੁੰਦੀ ਸੀ, ਉਦੋਂ ਮੂੰਹ ਜ਼ਬਾਨੀ ਹੁੰਦੀ ਸੀ, ਇਹ ਮਰਿਆਦਾ ਲਿਖਤੀ ਨਹੀਂ ਸੀ। ਇਹ ਫਿਰ ਮੈਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਵੀਰਾਂ ਨੂੰ ਕਿ ਪਹਿਲਾਂ ਸਟੱਡੀ ਕਰੋ ਧਰਮ ਦੀ। ਤਕਰੀਬਨ 18 ਦੇ ਕਰੀਬ ਉਹ ਮਹਾਂਪੁਰਖ ਨੇ, ਉਹ ਵਿਦਵਾਨ ਨੇ, ਜਿਨ੍ਹਾਂ 'ਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਆਉਂਦੇ ਨੇ, ਜਿਨ੍ਹਾਂ 'ਚ ਭਾਈ ਦਇਆ ਸਿੰਘ ਜੀ ਆਉਂਦੇ ਨੇ, ਜਿਹੜੇ ਹੋਤੀ ਮਰਦਾਨ ਸੰਪਰਦਾਇ ਸਰਾੜਾ ਸਾਹਿਬ ਦੀ ਸੰਪਰਦਾ ਦੇ ਮੁਖੀ ਸਨ, ਜਿਨ੍ਹਾਂ ਦੇ ਵਿੱਚ ਭਾਈ ਦੇਸਾ ਸਿੰਘ ਜੀ ਆਉਂਦੇ ਨੇ, ਭਾਈ ਪ੍ਰਲਾਦ ਸਿੰਘ ਜੀ ਆਉਂਦੇ ਨੇ, ਭਾਈ ਕੇਸਰ ਸਿੰਘ ਛਿੱਬਰ ਆਉਂਦੇ ਨੇ, ਭਾਈ ਚੌਪਾ ਸਿੰਘ ਜੀ ਜਿਹੜੇ ਦਸਮ ਪਾਤਸ਼ਾਹ ਦੇ ਖੜਾਵੇ ਸਨ ਉਹ ਆਉਂਦੇ ਨੇ, ਭਾਈ ਜੈਤਾ ਜੀ ਆਉਂਦੇ ਨੇ, ਜਿਹੜੇ ਅਰਦਾਸ ਦੇ ਵਿੱਚ ਹੀ ਕਹਿੰਦੇ ਨੇ, ਪ੍ਰਭ ਰਾਖ ਲਿਓ ਗਊਵਰਨ ਮਹਿਕਨ ਕੋ ਜਿਨ ਦੂਤ ਦਿਆ ਔਰ ਚੀਤ ਹਕਾਏ। ਭਾਈ ਜੈਤਾ ਜੀ ਦੀ ਅਰਦਾਸ ਦੇਖੋ, ਕਹਿੰਦੇ ਸੱਚੇ ਪਾਤਸ਼ਾਹ ਰੱਖ ਲਈ ਇਹਨਾਂ ਮੱਝਾਂ ਤੇ ਗਾਵਾਂ ਨੂੰ, ਜਿਨ੍ਹਾਂ ਨੇ ਸਾਨੂੰ ਦੁੱਧ ਦਿੱਤਾ ਤੇ ਸਾਡੇ ਚਿੱਤ ਹਕਾਏ, ਅਸੀਂ ਤ੍ਰਿਪਤ ਹੋਏ। ਤੇ ਅੱਜ ਸਾਡੇ ਵਿਦਵਾਨ ਕਹਿੰਦੇ ਉਹਦੇ ਵਿੱਚ ਚਰਬੀ ਆਉਂਦੀ, ਦੁੱਧ ਦੇ, ਉਹ ਦਹੀਂ 'ਚ ਕੀੜੇ ਹੁੰਦੇ ਨੇ, ਇਹ ਨਾਨ ਵਿੱਚ ਹੈ, ਬੱਕਰਾ ਖਾ ਲਓ, ਮਾਸ ਖਾ ਲਓ, ਦੁੱਧ ਪੀ ਲਓ, ਇੱਕੋ ਹੀ ਗੱਲ ਹੈ। ਇਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਸਾਡੇ 1.5 ਦਰਜਨ ਜਿਹੜੇ ਸੀਗੇ ਵਿਦਵਾਨ, ਉਹਨਾਂ ਨੇ ਰਹਿਤਨਾਮੇ ਲਿਖੇ ਨੇ, ਤੇ ਰਹਿਤਨਾਮਾ ਸੀ ਉਸ ਨੂੰ ਕਹਿੰਦੇ ਜਿਹੜਾ ਸਵਾਲ ਕਰਦੇ ਸੀ ਦਸਮ ਪਾਤਸ਼ਾਹ ਨੂੰ ਵਿਦਵਾਨ, ਗੁਰੂ ਸਾਹਿਬ ਉਹਦਾ ਜਵਾਬ ਦਿੰਦੇ ਸੀ, ਤੇ ਉਸ ਨੂੰ ਵਿਦਵਾਨ ਨੋਟ ਕਰਕੇ ਤੇ ਫਿਰ ਉਹਨੂੰ ਕਵਿਤਾ ਦੇ ਰੂਪ ਵਿੱਚ ਜਿਹੜਾ ਰੂਪ ਦਿੰਦੇ, ਉਸ ਨੂੰ ਅਸੀਂ ਰਹਿਤਨਾਮਾ ਕਹਿੰਦੇ ਦੇ ਨੇ। ਤੋਂ ਖਾਸ ਕਰਕੇ ਪਰ ਹੁਣ ਆਪਾਂ ਵਿਸ਼ਲੇਸ਼ਣ ਕਰਨਾ ਹੈ, ਐਨਾਲਾਈਜ਼ ਕਰਨਾ ਹੈ ਵੀ ਜੋ ਉਹਨਾਂ ਨੇ ਕਿਹਾ ਹੈ ਕੀ ਉਹ ਵਾਕਿਆ ਗੁਰਮਤ ਦੇ ਮੁਤਾਬਕ ਹੈ, ਕਿਉਂਕਿ ਉਹਨਾਂ ਨੇ ਜੋ ਵੀ ਬੋਲਿਆ ਹੈ ਉਹਦੇ ਵਿੱਚ ਗੁਰਬਾਣੀ ਦੇ ਪ੍ਰਮਾਣ ਬਹੁਤ ਦਿੱਤੇ ਨੇ। ਆਪਾਂ ਦੇਖਣਾ ਹੈ ਵੀ ਇੰਨੇ ਗੁਰਬਾਣੀ ਦੇ ਪ੍ਰਮਾਣ ਦੇ ਕੇ ਵੀ ਮਾਸ ਵਿਰੋਧੀ ਵਿਚਾਰਧਾਰਾ ਨੂੰ ਪ੍ਰਚੰਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਗੁਰਬਾਣੀ ਦੇ ਪ੍ਰਮਾਣਾਂ ਨਾਲ ਵਫਾ ਹੋਈ ਹੈ। ਕਿਉਂਕਿ ਵੈਸੇ ਭਾਵੇਂ ਤੇ 20 ਮਿੰਟ ਦੀ ਹੈ ਭਾਈ ਰਣਜੀਤ ਸਿੰਘ ਉਹਨਾਂ ਦੀ ਉਹ ਜਿਹੜੀ ਰਿਕਾਰਡਿੰਗ ਹੈ, ਪਰ ਜਦੋਂ ਅਸੀਂ ਵਿਸ਼ਲੇਸ਼ਣ ਕਰਨ ਬਹਿ ਜਾਂਦੇ ਹਾਂ ਕਿਸੇ ਚੀਜ਼ ਦਾ, ਹੋ ਸਕਦਾ ਹੈ ਅੱਜ ਵਾਲੇ ਸ਼ੋਅ ਦੇ ਵਿੱਚ ਉਹ ਪੂਰੀ ਨਾ ਹੋਵੇ ਤੇ ਆਪਾਂ ਨੂੰ ਅੱਧੀ ਅੱਜ ਕਰਨੀ ਪਵੇ ਤੇ ਅੱਧੀ ਆਉਣ ਵਾਲੇ ਸਮੇਂ 'ਚ ਕਰਨੀ ਪਵੇ, ਪਰ ਕੋਸ਼ਿਸ਼ ਕਰਾਂਗੇ ਅੱਜ ਆਪਾਂ, ਭਾਵੇਂ 10-15 ਮਿੰਟ ਜ਼ਿਆਦਾ ਲੱਗ ਜਾਣ, ਅੱਜ ਆਪਾਂ ਪੂਰੀ ਕਰ ਲਈਏ। ਤੇ ਹੁਣ ਆਪਾਂ ਨਾਲ ਸੁਣਨਾ ਹੈ ਜੋ ਜਥੇਦਾਰ ਰਣਜੀਤ ਸਿੰਘ ਹੁਣੀ ਹੈਗੇ ਨੇ। ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਦੇ ਹਾਂ, ਵੇਖੋ ਮਸਲਾ ਸਾਡਾ ਜਥੇਦਾਰ ਰਣਜੀਤ ਸਿੰਘ ਹੁਣਾਂ ਨੂੰ ਜਵਾਬ ਦੇਣ ਦਾ ਨਹੀਂ, ਮਸਲਾ ਉਹਨਾਂ ਦੀ ਕਹੀ ਹੋਈ ਗੱਲ ਨੂੰ ਅਨਾਲਿਸਿਸ ਕਰਨ ਦਾ ਹੈ, ਉਹਦਾ ਸਰਵੇਖਣ ਕਰਨ ਦਾ, ਵਿਸ਼ਲੇਸ਼ਣ ਕਰਨ ਦਾ ਹੈ ਵੀ ਜੋ ਉਹਨਾਂ ਨੇ ਕਿਹਾ ਹੈ ਕਿ ਉਹ ਗੁਰਮਤ ਅਨੁਸਾਰੀ ਹੈ। ਕਿਉਂਕਿ ਜੋ ਉਹਨਾਂ ਨੇ ਕਿਹਾ ਹੈ, ਉਹਨਾਂ ਨੇ ਵੀ ਇਸ ਇੱਕ ਪ੍ਰਚਲਿਤ ਵਿਚਾਰਧਾਰਾ ਦੇ ਵਿੱਚੋਂ ਆਹ ਗੱਲਾਂ ਲਈਆਂ ਨੇ, ਇਹ ਵਿਚਾਰ ਚੱਕੇ ਨੇ ਉਹਨਾਂ ਦੇ ਆਪਣੇ ਤੇ ਨਹੀਂ। ਹੁਣ ਜਦੋਂ ਇਸ ਵਿਸ਼ਲੇਸ਼ਣ ਰਾਹੀਂ ਜਵਾਬ ਜਥੇਦਾਰ ਰਣਜੀਤ ਸਿੰਘ ਨੂੰ ਦਿੱਤਾ ਜਾ ਰਿਹਾ ਹੋਏਗਾ, ਇਹ ਨਾ ਸੋਚਣਾ ਕਿ ਇਹ ਇੱਕ ਇੰਡੀਵਿਜੂਅਲ ਤੌਰ ਤੇ ਅਸੀਂ ਕਿਸੇ ਨੂੰ ਜਵਾਬ ਦੇ ਹੋ ਗਏ ਹਾਂ, ਨਹੀਂ। ਇੱਕ ਵਿਚਾਰ ਜੋ ਉਹਨਾਂ ਨੇ ਪ੍ਰਗਟ ਕੀਤੀ ਹੈ, ਜੋ ਪ੍ਰਚਲਿਤ ਹੈ, ਜਿਸ ਸਟੇਜ ਦੇ ਉੱਤੇ ਖੜ ਕੇ, ਜਿਸ ਸਮਾਗਮ ਵਿੱਚ, ਜਿਹੜਾ ਸਮਾਗਮ ਮਹਾਨ ਗੁਰਮਤ ਰੂਹਾਨੀ ਸਮਾਗਮ ਦੇ ਵਿੱਚ ਖੜ ਕੇ ਇਹਨਾਂ ਨੇ ਵਿਚਾਰ ਪੇਸ਼ ਕੀਤੇ ਨੇ, ਉਹ ਸਟੇਜ ਦੇ ਉੱਤੇ ਜਿਹੜੀ ਚਿੱਟੀ ਸਿਉਂਕ ਬੈਠੀ ਹੈ, ਇਹ ਵਿਚਾਰ ਉਹਨਾਂ ਦੀ ਹੈ, ਉੱਥੋਂ ਪ੍ਰਗਟ ਹੁੰਦੀ ਹੈ, ਜਿਹਨੂੰ ਡਿਲੀਵਰ ਕਰ ਦਿੱਤਾ ਹੈ ਜਥੇਦਾਰ ਰਣਜੀਤ ਸਿੰਘ ਉਹਨਾਂ ਨੇ। ਤੇ ਉਹ ਵੈਸ਼ਨੋ ਮਤ ਦੇ ਪ੍ਰਭਾਵੀ ਜਿਹੜੀ ਵਿਚਾਰ ਹੈ, ਬਹੁਤਾ ਚਿੱਟੀ ਸਿਉਂਕ ਜਿਹੜੀ ਹੈ, ਜਿਹਨੂੰ ਤੁਸੀਂ ਸੋ ਕਾਲਡ ਸੰਤ ਕਹਿੰਦੇ ਜੇ, ਸੋ ਕਾਲਡ ਬਾਬੇ ਜਾਂ ਡੇਰੇਦਾਰ ਕਹਿੰਦੇ ਜੇ, ਉਹ ਵੈਸ਼ਨੋ ਵਿਚਾਰਧਾਰਾ ਨੂੰ ਜ਼ਿਆਦਾ ਪ੍ਰਚਾਰਦੇ ਨੇ।
ਜੋ ਕਿ ਗੁਰਮਤਿ ਅਨੁਸਾਰੀ ਨਹੀਂ ਹੈ। ਪਰ ਆਪਾਂ ਦੇਖਣਾ ਕਿਵੇਂ ਇਸ ਵਿਸ਼ਲੇਸ਼ਣ ਦੇ ਵਿੱਚੋਂ ਜਿਹੜੇ ਹੋਰ ਸੱਜਣ ਜਿਨ੍ਹਾਂ ਦੇ ਅੰਦਰ ਇਹ ਸਵਾਲ ਨੇ ਜੋ ਜਥੇਦਾਰ ਰਣਜੀਤ ਸਿੰਘ ਹੁਣਾਂ ਨੇ ਉੱਥੇ ਉਠਾਏ ਨੇ ਉਹਨਾਂ ਦੇ ਵੀ ਇਹ ਸਵਾਲ ਹੱਲ ਹੋ ਜਾਣਗੇ। ਸੋ ਇਸ ਵਿਸ਼ਲੇਸ਼ਣ ਦਾ ਆਪਾਂ ਨੂੰ ਇਹ ਫਾਇਦਾ ਹੋਏਗਾ, ਕਿਉਂਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੌਪਿਕ ਕਵਰ ਕਰਨੇ ਹੀ ਸਨ। ਜਿੰਨੇ ਵੀ ਸ਼ਬਦ ਸਨ ਆਪਾਂ ਸਾਰੇ ਕਵਰ ਕਰਨੇ ਸਨ, ਪਰ ਜਥੇਦਾਰ ਰਣਜੀਤ ਸਿੰਘ ਹੁਣਾਂ ਦੀ ਡੇਢ ਹਫ਼ਤਾ ਪਹਿਲਾਂ ਆ ਜਿਹੜੀ ਰਿਕਾਰਡਿੰਗ ਸਾਹਮਣੇ ਆ ਗਈ ਹੈ ਤੇ ਖਾਸ ਕਰਕੇ ਉਹਨਾਂ ਨੇ ਕਿਹਾ ਵੀ ਇੱਕ ਨਵੇਂ ਜਿਹੜੇ ਉੱਠੇ ਪ੍ਰਚਾਰਕ ਨੇ ਇਹ ਮਾਸ ਦੀ ਗੱਲ ਕਰਦੇ ਨੇ, ਕਿਉਂਕਿ ਆਪਣਾ ਵਿਸ਼ਾ ਉਹ ਚੱਲ ਰਿਹਾ ਤੇ ਆਪ ਉਹਨਾਂ ਨੂੰ ਐਨਾਲਾਈਜ਼ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਆਓ ਸ਼ੁਰੂ ਕਰਦੇ ਹਾਂ ਜਥੇਦਾਰ ਰਣਜੀਤ ਸਿੰਘ ਹੁਣਾਂ ਦੀ ਵਿਚਾਰ ਤੇ ਨਾਲੋਂ ਨਾਲ ਉਹਨਾਂ ਨੂੰ ਆਪਾਂ ਐਨਾਲਾਈਜ਼ ਕਰੀ ਜਾਂਦੇ ਹਾਂ। ਤੋ ਖਾਸ ਕਰਕੇ ਪਰਹੇਜ਼ਗਾਰ ਜਿਹੜੇ ਮਾਸ ਨਹੀਂ ਖਾਂਦੇ, ਜਿਹੜੇ ਸ਼ਰਾਬ ਨਹੀਂ ਪੀਂਦੇ, ਜਿਹੜੇ ਬਾਣੀ ਦੇ ਰਸੀਏ ਨੇ, ਜਿਹੜੇ ਸੰਗਤ ਦੇ ਵਿੱਚ ਉਤਸ਼ਾਹ। ਵੇਖੋ ਸਭ ਤੋਂ ਪਹਿਲੀ ਗੱਲ ਜਿਹੜੀ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ, ਜੋ ਭਾਈ ਰਣਜੀਤ ਸਿੰਘ ਹੁਣਾਂ ਨੇ ਇਹ ਗੱਲ ਕੀਤੀ ਹੈ ਵੀ ਜਿਹੜੇ ਮਾਸ ਨਹੀਂ ਖਾਂਦੇ, ਜਿਹੜੇ ਸ਼ਰਾਬ ਨਹੀਂ ਪੀਂਦੇ। ਮੈਂ ਪਿਛਲੀ ਵਾਰ ਵੀ ਇਹ ਗੱਲ ਕਹਿ ਚੁੱਕਾ ਪਿਛਲੇ ਵਿਸ਼ਿਆਂ ਦੇ ਵਿੱਚ ਜਦੋਂ ਡਿਸਕਸ ਆਪਾਂ ਕਰ ਰਹੇ ਸੀ ਵੀ ਮਾਸ ਤੇ ਸ਼ਰਾਬ ਕਿਉਂ ਜੋੜ ਦਿੱਤੀ ਅਸੀਂ ਇਕੱਠੀ, ਕੀ ਕਾਰਨ ਸੀ ਮਾਸ ਤੇ ਸ਼ਰਾਬ ਨੂੰ ਅਸੀਂ ਇਕੱਠਾ ਕਰ ਦਿੱਤਾ। ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ, ਮਾਸ ਨੂੰ ਪਹਿਲਾਂ ਮੈਂ ਦੇ ਚੁੱਕਾ ਪਰ ਹੁਣ ਕਿਉਂਕਿ ਦੁਬਾਰਾ ਇੱਥੇ ਆਪਾਂ ਨੂੰ ਦੇਣੀ ਪੈਣੀ ਹੈ। ਮਾਸ ਨੂੰ ਸ਼ਰਾਬ ਨਾਲ ਸੰਬੰਧਿਤ ਕਰਨ ਦਾ ਇੱਕ ਵੱਡਾ ਕਾਰਨ ਇਹ ਹੈ ਵੀ ਇਸ ਖੁਰਾਕ ਨਾਲੋਂ ਇਸ ਜੁਝਾਰੂ ਕੌਮ ਦਾ ਨਾਤਾ ਤੋੜ ਦਿੱਤਾ ਜਾਵੇ, ਸਭ ਤੋਂ ਪਹਿਲਾ ਕਾਰਨ। ਅਦਰਵਾਈਜ਼ ਕੀ ਸਾਰੇ ਸ਼ਰਾਬ ਪੀਣ ਵਾਲੇ ਜਿਹੜੇ ਨੇ ਕੀ ਉਹ ਸਾਰੇ ਮਾਸ ਨਾਲ ਹੀ ਸ਼ਰਾਬ ਪੀਂਦੇ ਨੇ? ਜਿੰਨੇ ਵੀ ਸ਼ਰਾਬ ਪੀਣ ਵਾਲੇ ਲੋਕ ਨੇ ਪੰਜਾਬ ਦੇ ਵਿੱਚ, ਬਹੁਤ ਬਾਦਲ ਸਾਹਿਬ ਦੀ ਕਿਰਪਾ ਹੈ, ਬੜਾ ਨਸ਼ੇ ਦੀ ਜਿਹੜੀ ਉੱਥੇ ਤੰਤਨ ਹੋ ਗਈ ਨਸ਼ੇ ਵਾਲੀ, ਕਿ ਜਿੰਨੇ ਉੱਥੇ ਰਕਸ਼ਿਆਂ ਵਾਲੇ ਸ਼ਰਾਬ ਪੀਂਦੇ ਨੇ, ਉੱਥੇ ਦਿਹਾੜੀਦਾਰ ਸ਼ਰਾਬ ਪੀਂਦੇ ਨੇ, ਕੀ ਇਹ ਸਾਰੇ ਮਾਸ ਨਾਲ ਹੀ ਸ਼ਰਾਬ ਪੀਂਦੇ ਨੇ? ਸ਼ਰਾਬ ਤੇ ਲੂਣ ਨਾਲ ਵੀ ਪੀ ਜਾਂਦਾ ਹੈ ਗਰੀਬ ਬੰਦਾ, ਸ਼ਰਾਬ ਤੇ ਗੰਢੇ ਨਾਲ ਵੀ ਪੀ ਲਈਦੀ ਹੈ, ਸ਼ਰਾਬ ਤੇ ਭੁਜੀਏ ਨਾਲ ਵੀ ਸ਼ਰਾਬ ਪੀ ਜਾਂਦੇ ਨੇ, ਦਾਲ ਨਾਲ ਵੀ ਸ਼ਰਾਬ ਪੀ ਜਾਂਦੇ ਨੇ, ਮੂਲੀਆਂ ਕੱਟ ਕੇ ਉਹਦੇ ਤੇ ਲੂਣ ਪਾ ਕੇ ਵੀ ਸ਼ਰਾਬ ਪੀ ਜਾਂਦੇ ਨੇ। ਕਿਉਂ ਨਹੀਂ ਸ਼ਰਾਬ ਲੂਣ, ਕਿਉਂ ਨਹੀਂ ਸ਼ਰਾਬ ਮੂਲੀ, ਕਿਉਂ ਨਹੀਂ ਸ਼ਰਾਬ ਦਾਲ? ਇਹ ਗੱਲ ਕੀਤੀ ਜਾ ਰਹੀ ਕਿਉਂ ਮਾਸ ਤੇ ਸ਼ਰਾਬ? ਇਹਦਾ ਕਾਰਨ ਇਹ ਹੈ ਵੀ ਜਦੋਂ ਕਿਸੇ ਕੌਮ ਨੂੰ ਮਾਰਨਾ ਹੈ, ਕਿਉਂਕਿ ਕੌਮੀ ਐਸਪੈਕਟ ਤੋਂ ਜਦੋਂ ਆਪਾਂ ਮਾਸ ਦੀ ਗੱਲ ਕੀਤੀ ਸੀ ਉਹਦੇ ਵਿੱਚ ਆਪਾਂ ਇਹ ਵਿਸ਼ਾ ਵਿਚਾਰਿਆ ਸੀ ਵੀ ਜਦੋਂ ਕਿਸੇ ਕੌਮ ਨੂੰ ਮਾਰਨਾ ਹੈ ਉਹਦੀ ਖੁਰਾਕ ਖੋਲੋ, ਉਹਦਾ ਸੱਭਿਆਚਾਰ ਖੋਲੋ। ਇਸ ਕਰਕੇ ਮਾਸ ਸ਼ਰਾਬ ਆਮ ਕਰਕੇ ਸਾਡੇ ਅੰਦਰ ਸ਼ਬਦ ਪ੍ਰਚਲਿਤ ਕਰ ਦਿੱਤਾ ਗਿਆ। ਇਸਲਾਮਿਕ ਕੰਟਰੀਜ਼ ਨੇ, ਤੁਸੀਂ ਜਿੰਨੀਆਂ ਵੀ ਇਸਲਾਮ ਦੀਆਂ ਕੰਟਰੀਜ਼ ਨੇ, ਦੇਸ਼ ਨੇ, ਅਰਬ ਕੰਟਰੀਆਂ ਨੇ, ਉਹਦੇ ਵਿੱਚ ਸਾਊਦੀ ਅਰਬ ਆ, ਕੁਵੈਤ ਆ, ਦੁਬਈ ਹੈ, ਜਾਂ ਹੋਰ ਵੀ ਚਲੇ ਜਾਓ ਜਿੰਨੀਆਂ ਵੀ ਇਸਲਾਮਿਕ ਕੰਟਰੀਜ਼ ਹੈ, ਸ਼ਰਾਬ ਉੱਥੇ ਬਿਲਕੁਲ ਮਨਾ ਹੈ, ਕੋੜਿਆਂ ਦੀ ਸਜ਼ਾ ਵੱਜਦੀ ਹੈ, ਸਜ਼ਾ ਮਿਲਦੀ ਹੈ, ਪਰ ਮਾਸ ਸਾਰੇ ਖਾਂਦੇ ਨੇ। ਉਹਨਾਂ ਨੇ ਤਾਂ ਕਦੀ ਮਾਸ ਸ਼ਰਾਬ ਨਹੀਂ ਕਿਹਾ। ਕਿਉਂ ਸਿੱਖ ਹੀ ਮਾਸ ਤੇ ਸ਼ਰਾਬ ਦੀ ਗੱਲ ਕਰੀ ਜਾਂਦੇ ਨੇ? ਆਪਾਂ ਕਿਉਂਕਿ ਮੇਨ ਆਪਣਾ ਜਿਹੜਾ ਆਧਾਰ ਹੈ ਉਹ ਗੁਰਬਾਣੀ ਹੈ। ਇਹ ਐਗਜ਼ਾਮਪਲਸ ਇਸ ਕਰਕੇ ਦਿੱਤੀਆਂ ਜਾਂਦੀਆਂ ਨੇ ਵੀ ਵਿਸ਼ਾ ਸਪਸ਼ਟ ਹੋ ਜਾਵੇ। ਜਦੋਂ ਅਸੀਂ ਗੁਰੂ ਸਾਹਿਬਾਨ ਤੋਂ ਪੁੱਛਦੇ ਹਾਂ ਤੇ ਗੁਰੂ ਸਾਹਿਬਾਨ ਜਦੋਂ ਮਾਸ ਦੀ ਗੱਲ ਕਰਦੇ ਨੇ ਉਹ ਸ਼ਰਾਬ ਨਾਲ ਨਹੀਂ, ਸ਼ਰਾਬ ਨਾਲ ਮਾਸ ਦੀ ਉਦੋਂ ਗੱਲ ਆਊਗੀ ਜਦੋਂ ਕਾਮਕ ਵਾਸ਼ਨਾ ਨੂੰ ਪ੍ਰਵਿਰਤ ਕਰਨ ਵਾਸਤੇ ਪੀਤੀ ਜਾਏਗੀ। ਸ਼ਰਾਬ ਪੀਤੀ ਜਾ ਰਹੀ ਤੇ ਨਾਲ ਮਾਸ ਦੀ ਵਰਤੋਂ ਹੋਏਗੀ, ਉਹ ਆਪਾਂ ਅੱਗੇ ਜਾ ਕੇ ਕਵਰ ਕਰ ਲੈਣਾ। ਕਿਆ ਖਾਂਦੇ ਕਿਆ ਪਹਿਨਦੇ ਹੋਏ ਜਾਂ ਮਨ ਨਹੀਂ ਸੱਚਾ ਸੋਏ, ਵੀ ਖਾਦਿਆਂ ਪੀਤਿਆਂ ਕੀ ਹੋਏਗਾ ਜੇ ਮਨ ਸੱਚਾ ਨਹੀਂ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ। ਦੇਖੋ ਹੁਣ ਮਾਸ ਦੀ ਗੱਲ ਜਦੋਂ ਗੁਰੂ ਸਾਹਿਬਾਨ ਕਰ ਰਹੇ ਨੇ ਨਾ, ਵੀ ਕੱਲੀ ਖਾਣ ਪੀਣ ਦੇ ਨਾਲ ਹੀ ਮਸਲਾ ਹੱਲ ਨਹੀਂ ਹੋਣਾ, ਤੇ ਜਦੋਂ ਮਾਸ ਦਾ ਖੰਡਨ ਹੋ ਰਿਹਾ ਵਾ ਨਾਲ ਘਿਓ ਦਾ, ਮੇਵੇ ਦਾ, ਗੁੜ ਦਾ ਤੇ ਮਿੱਠੇ ਦਾ ਤੇ ਮੈਦੇ ਦਾ, ਕੀ ਆ ਜਿੰਨੀਆਂ ਚੀਜ਼ਾਂ ਨੇ ਇਹਨਾਂ ਤੋਂ ਬਿਨਾਂ ਸਰੇਗਾ ਸਾਡਾ? ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ। ਹੁਣ ਇੱਥੇ ਮਸਲਾ ਇਹ ਸੀ ਕੇਵਲ ਇਹਨਾਂ ਚੀਜ਼ਾਂ ਦੇ ਵਿੱਚ ਹੀ ਪ੍ਰਵਿਰਤ ਨਾ ਹੋ ਜਾਓ, ਕੇਵਲ ਇਹਨਾਂ ਚੀਜ਼ਾਂ ਜੋਗੇ ਹੀ ਨਾ ਰਹਿ ਜਾਓ। ਇਹ ਜ਼ਿੰਦਗੀ ਨੂੰ ਚਲਾਉਣ ਦਾ ਸਾਧਨ ਹੈ। ਤੇ ਜਦੋਂ ਗੁਰੂ ਸਾਹਿਬਾਨ ਮਾਸ ਦੀ ਗੱਲ ਕਰਦੇ ਨੇ ਉੱਥੇ ਨਾਲ ਘਿਓ, ਮੇਵਾ, ਉੱਥੇ ਗੁੜ, ਮਿੱਠਾ, ਰਸ, ਮੈਦਾ, ਇਹਨਾਂ ਵਸਤੂਆਂ ਨੂੰ ਲੈ ਆਉਂਦੇ ਨੇ। ਇੱਥੇ ਸ਼ਰਾਬ ਨਹੀਂ ਰੱਖੀ ਗੁਰੂ ਸਾਹਿਬਾਨ ਨੇ ਨਾਲ, ਕਿਉਂਕਿ ਮਾਸ ਨਾਲ ਸ਼ਰਾਬ ਦਾ ਸੰਬੰਧ ਹੀ ਕੋਈ ਨਹੀਂ। ਸ਼ਰਾਬ ਨਸ਼ਾ ਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੇਂ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਮਾਸ ਨਸ਼ਾ ਨਹੀਂ ਹੈ। ਮੈਂ ਪਿਛਲੀ ਵਾਰ ਵੀ ਕਹਿ ਚੁੱਕਾ, ਕਦੀ ਆਂਡਾ ਖਾ ਕੇ ਗਿਆ ਘਰੋਂ ਕਾਕਾ ਟਾਲੀ 'ਚ ਗੱਡੀ ਨਹੀਂ ਮਾਰਦਾ, ਪਊਆ ਪੀ ਕੇ ਗਿਆ ਜ਼ਰੂਰ ਮਾਰਦਾ ਹੈ। ਸੋ ਮਾਸ ਨਾਲ ਸ਼ਰਾਬ ਸੰਬੰਧਿਤ ਕਰਨੀ ਇੱਕ ਬੇਈਮਾਨੀ ਹੈ। ਇਹ ਅਸਲ ਦੇ ਵਿੱਚ ਵਿਪਰ ਦੀ ਕਾਢ ਹੈ ਜੋ ਸਾਡੇ ਅੰਦਰ ਪਾ ਦਿੱਤੀ ਉਹਨੇ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਕਿੱਥੇ ਹੈ ਜੀ ਇੱਥੇ ਸ਼ਰਾਬ? ਜਦੋਂ ਗੁਰੂ ਸਾਹਿਬਾਨ ਪਦਾਰਥਵਾਦੀ ਜ਼ਿੰਦਗੀ ਤੋਂ ਸਾਨੂੰ
ਅਲੱਗਾ ਕਰਦੇ ਨੇ ਵੀ ਕੇਵਲ ਪਦਾਰਥਵਾਦੀ ਨਾ ਬਣ ਜਾਓ। ਪਦਾਰਥ ਕੇਵਲ ਵਰਤਣ ਵਾਸਤੇ ਨੇ, ਨਾ ਕਿ ਖਚਤ ਹੋਣ ਵਾਸਤੇ। ਤੇ ਉਸ ਪਦਾਰਥ ਦੇ ਵਿੱਚ ਮਾਸ ਆਹਾਰ ਦੀ ਗੱਲ ਕੀਤੀ ਗਈ, ਮਾਸ ਖਾਣੇ ਦੀ ਗੱਲ ਕੀਤੀ ਗਈ, ਤੇ ਉਹਦੇ ਨਾਲ ਰਸ ਮਿੱਠਾ, ਰਸ ਮਾਸ, ਰਸ ਘੋੜੇ, ਸੇਜਾ ਮੰਦਰ, ਉਹਦੇ ਨਾਲ ਹੋਰ ਵੀ ਉਹ ਪਦਾਰਥ ਜਿਹਦੇ 'ਚ ਮਨੁੱਖ ਖਚਤ ਹੋ ਜਾਂਦਾ, ਜੇ ਉਹਨਾਂ ਜੋਗਾ ਹੀ ਰਹਿ ਜਾਏ, ਉਹਨਾਂ ਦੀ ਗੱਲ ਕੀਤੀ ਗਈ। ਸੋ ਜਿੱਥੇ ਮਾਸ ਨੂੰ ਪਦਾਰਥ ਦੇ ਤੌਰ ਤੇ ਜਾਂ ਮਾਸ ਨੂੰ ਕੇਵਲ ਖਚਤ ਨਾ ਹੋਣ ਤੋਂ ਮਨੁੱਖ ਨੂੰ ਅਲਾਰਮ ਕੀਤਾ ਗਿਆ ਹੋਏਗਾ, ਉੱਥੇ ਹੋਰ ਉਹ ਪਦਾਰਥ ਹੋਣਗੇ ਜਿਹੜੀ ਸਾਡੀ ਡੇਲੀ ਜ਼ਿੰਦਗੀ 'ਚ ਯੂਜ਼ ਹੁੰਦੇ ਨੇ। ਜਿਵੇਂ ਕਿਆ ਮੇਵਾ, ਕਿਆ ਘਿਓ ਗੁੜ ਮਿੱਠਾ, ਮੇਵੇ ਤੋਂ ਬਿਨਾ, ਘਿਓ ਤੋਂ ਬਿਨਾ, ਗੁੜ ਤੋਂ ਬਿਨਾ, ਮਿੱਠੇ ਤੋਂ ਬਿਨਾ ਚਾਹ ਨਹੀਂ ਪੀਂਦੇ, ਤੁਸੀਂ ਦੁੱਧ ਨਹੀਂ ਪੀਂਦੇ। ਪਰ ਗੁਰੂ ਸਾਹਿਬ ਘਿਓ ਗੁੜ ਮਿੱਠਾ ਮੇਵੇ ਦੇ ਲਾਗੇ ਮਾਸ ਰੱਖ ਰਹੇ ਨੇ। ਅਸੀਂ ਮਾਸ ਸ਼ਰਾਬ, ਮਾਸ ਸ਼ਰਾਬ, ਜਿਹੜਾ ਬੰਦਾ ਉੱਠਦਾ ਮਾਸ ਸ਼ਰਾਬ। ਸ਼ਲੋਕ ਮਰਦਾਨਾ। ਕਲ ਕਲਵਾਲੀ ਕਾਮ ਮਦ ਮਨੁਆ ਪੀਵਣਾਰ, ਕ੍ਰੋਧ ਕਟੋਰੀ ਮੋਹ ਭਰੀ ਪੀ ਲਾਵਾ ਅਹੰਕਾਰ, ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖਵਾਰ, ਕਰਨੀ ਲਾਹਣ ਸਤ ਗੁੜ ਸੱਚ ਸਰਾ ਸੱਚ ਸਾਰ, ਗੁਣ ਮੰਡੇ ਕਰ ਸੀਲ ਘਿਓ ਸ਼ਰਮ ਮਾਸ ਆਹਾਰ। ਗੁਣ ਮੰਡੇ ਕਰ ਸੀਲ ਘਿਓ ਸ਼ਰਮ ਮਾਸ ਆਹਾਰ, ਮਤਲਬ ਮਾਸ ਆਹਾਰ ਹੈ। ਇੱਥੇ ਸ਼ਰਮ ਮਾਸ ਆਹਾਰ ਕਹਿਣ ਤੋਂ ਭਾਵ ਹੈ, ਜਦੋਂ ਪੋਇਟੀਕਲ ਅੰਦਾਜ਼ ਦੇ ਵਿੱਚ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਂਦੇ ਨੇ, ਉੱਥੇ ਕਹਿੰਦੇ ਨੇ ਆਪਣਾ ਆਹਾਰ ਸ਼ਰਮ ਰੂਪੀ ਬਣਾ ਲਾ, ਆਪਣਾ ਆਹਾਰ ਜੀਵਨ ਦੇ ਵਿੱਚ ਮਿਹਨਤ ਰੂਪੀ ਬਣਾ ਲਾ। ਮਸਲਾ ਇਹ ਨਹੀਂ ਵੀ ਰੋਟੀ ਖਾਣੀ ਛੱਡ ਦੇਣੀ, ਮਸਲਾ ਗੁਰੂ ਸਾਹਿਬ ਹਰ ਐਂਗਲ ਤੋਂ, ਹਰ ਮੂਵਮੈਂਟ ਤੋਂ, ਹਰ ਹਰਕਤ ਤੋਂ ਸਾਨੂੰ ਸਮਝਾ ਰਹੇ ਨੇ। ਪੋਇਟਰੀ ਦੀ ਬਿਊਟੀ ਹੁੰਦੀ ਹੈ, ਹਰ ਐਸਪੈਕਟ ਤੋਂ ਸਮਝਾਇਆ ਜਾਂਦਾ ਹੈ ਮਨੁੱਖ ਨੂੰ। ਸੋ ਪਹਿਲੀ ਗੱਲ ਤੇ ਇਹ ਗੱਲ ਕਹਿ ਦੇਣੀ ਵੀ ਮਾਸ ਤੇ ਸ਼ਰਾਬ, ਮਾਸ ਤੇ ਸ਼ਰਾਬ, ਇਹੋ ਹੀ ਗਲਤ ਹੈ। ਇਹ ਧਾਰਨਾ ਹੀ ਗਲਤ ਹੈ। ਇਸ ਧਾਰਨਾ ਨੂੰ ਠੀਕ ਕਰੀਏ। ਮਾਸ ਤੇ ਸ਼ਰਾਬ, ਇਹ ਸਾਡੇ ਅੰਦਰ ਇਹ ਸ਼ਬਦ ਵਿਪਰ ਨੇ ਪਾਏ ਨੇ। ਜਿੱਥੇ ਮਾਸ ਦੇ ਨਾਲ ਸ਼ਰਾਬ ਆਏਗੀ, ਉੱਥੇ ਕੇਵਲ ਸਾਰਾ ਪ੍ਰਕਰਨ ਪੜ੍ਹ ਕੇ ਦੇਖ ਲਿਓ। ਜਦੋਂ ਵੀ ਕੋਈ ਚੀਜ਼, ਭਾਵੇਂ ਮਾਸ ਹੈ ਤੇ ਭਾਵੇਂ ਬਦਾਮ ਨੇ ਭੁੰਨ ਕੇ ਖਾਣੇ, ਭਾਵੇਂ ਕਾਜੂ ਨੇ ਭੁੰਨ ਕੇ ਖਾ ਲੈਣੇ ਸ਼ਰਾਬ ਦੇ ਨਾਲ, ਉਹ ਕਾਜੂ ਵੀ ਜ਼ਹਿਰ ਬਣ ਜਾਣਗੇ, ਉਹ ਬਦਾਮ ਵੀ ਜ਼ਹਿਰ ਬਣ ਜਾਣਗੇ, ਕਿਉਂਕਿ ਕਾਮ ਵਾਸ਼ਨਾ ਨੂੰ ਉਤੇਜਨ ਕਰਨ ਵਾਸਤੇ ਸ਼ਰਾਬ ਦੇ ਨਾਲ ਨਸ਼ਈ ਜੀਵਨ ਦੀ ਆਪਣੀ ਲੋਚਾ ਪੂਰੀ ਕਰਨ ਵਾਸਤੇ ਖਾਧੇ ਜਾ ਰਹੇ ਨੇ। ਸੋ ਸਾਨੂੰ ਪ੍ਰਕਰਨ ਦੇਖਣਾ ਪਏਗਾ। ਮਾਸ ਸ਼ਰਾਬ ਐਵੇਂ ਕਹਿ ਦੇਣਾ, ਹਰ ਗੱਲ 'ਚ ਮਾਸ ਸ਼ਰਾਬ ਕਹਿ ਦੇਣਾ, ਇਹ ਗਲਤ ਹੈ। ਜਿਹੜੀ ਗੱਲ ਗੁਰੂ ਸਾਹਿਬ ਨੇ ਖੰਡਨ ਕੀਤੀ, ਸ਼ਰੇਆਮ ਕੀਤੀ। ਹੁਣ ਅੱਗੇ ਵਧਦੇ ਹਾਂ, ਉਸ ਤੋਂ ਬਾਅਦ ਆਪਾਂ ਦੇਖਦੇ ਹਾਂ। ਤੇ ਪੁਰਬ ਮਨਾਉਂਦੇ ਨੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀਆਂ ਬਖਸ਼ਾਂ ਕੀਤੀਆਂ ਸਾਨੂੰ, ਗੁਰੂ ਗ੍ਰੰਥ ਸਾਹਿਬ ਵਿੱਚ ਜੀਵਨ ਜਾਚ ਬਖਸ਼ੀ, ਸਾਨੂੰ ਖਾਣ ਵਾਲੀ ਖੁਰਾਕ ਕਿਹੜੀ ਹੈ, ਨਾ ਖਾਣ ਵਾਲੀ ਕਿਹੜੀ ਹੈ, ਸਾਨੂੰ ਇਹ ਵੀ ਦੱਸਿਆ ਤੁਹਾਡੀ ਆਤਮਾ ਦੀ ਖੁਰਾਕ ਕੀ ਹੈ, ਸਾਨੂੰ ਇਹ ਵੀ ਦੱਸਿਆ ਕਿ ਤੁਹਾਡੇ ਸਰੀਰ ਦੀ ਖੁਰਾਕ ਕਿਹੜੀ ਹੈ। ਜਹੇਦਾਰ ਸਾਹਿਬ ਭਾਈ ਰਣਜੀਤ ਸਿੰਘ ਹੁਣੀ ਇਹ ਗੱਲ ਗੁਰਮਤਿ ਅਨੁਸਾਰੀ ਨਹੀਂ ਕਰ ਰਹੇ ਵੀ ਸਾਨੂੰ ਇਹ ਵੀ ਦੱਸਿਆ ਖਾਣ ਵਾਲੀ ਖੁਰਾਕ ਕਿਹੜੀ ਹੈ, ਨਾ ਖਾਣ ਵਾਲੀ ਕਿਹੜੀ ਹੈ, ਤੇ ਕਿਹੜੀ ਖੁਰਾਕ ਸਰੀਰ ਲਈ ਖਾਣੀ। ਹਾਂ, ਮਨ ਦੀ ਖੁਰਾਕ ਬਾਰੇ ਜੋ ਇਹਨਾਂ ਨੇ ਗੱਲ ਕਹੀ ਉਹ ਬਿਲਕੁਲ ਦਰੁਸਤ ਹੈ ਵੀ ਮਨ ਦੀ ਖੁਰਾਕ ਬਾਰੇ ਬਾਣੀ ਨੇ ਹੋਕਾ ਦੇ ਕੇ ਆਖਿਆ ਵੀ ਮਨ ਨੇ ਕੀ ਖਾਣਾ ਹੈ, ਪਰ ਸਰੀਰ ਬਾਰੇ ਖਾਣਾ ਕੀ ਹੈ। ਗੁਰਬਾਣੀ ਦਾ ਵਿਸ਼ਾ ਕੀ ਖਾਣਾ ਨਹੀਂ ਹੈ, ਗੁਰਬਾਣੀ ਦਾ ਵਿਸ਼ਾ ਕਿੰਨਾ ਖਾਣਾ ਜ਼ਰੂਰ ਹੈ। ਕੀ ਖਾਣਾ ਗੁਰਬਾਣੀ ਦਾ ਵਿਸ਼ਾ ਨਹੀਂ ਹੈ। ਹਾਂ, ਕਿੰਨਾ ਖਾਣਾ ਹੈ ਇਹ ਜ਼ਰੂਰ ਹੋ ਸਕਦਾ ਹੈ, ਕਿਉਂਕਿ ਗੁਰਬਾਣੀ ਦਾ ਸਿਧਾਂਤ ਯੂਨੀਵਰਸਲ ਹੈ। ਗੁਰਬਾਣੀ ਜਿਹੜੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ ਜਿਹੜੀ ਉੱਥੇ ਮੰਨੀ ਜਾ ਰਹੀ ਹੈ, ਉਹੋ ਹੀ ਰਸ਼ੀਆ ਦੇ ਵਿੱਚ ਵੀ ਮੰਨੀ ਜਾ ਰਹੀ ਹੈ, ਉਹੋ ਹੀ ਚਾਈਨਾ ਦੇ ਵਿੱਚ ਵੀ ਮੰਨੀ ਜਾ ਰਹੀ ਹੈ, ਉਹੋ ਹੀ ਦੁਨੀਆ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਉਹ ਪ੍ਰਭਾਵ ਛੱਡ ਰਹੀ ਹੈ। ਹੁਣ ਖੁਰਾਕ ਨਿਸ਼ਚਿਤ ਕਰ ਦੇਣੀ ਇਹ ਯੂਨੀਵਰਸਲ ਸਿਧਾਂਤ ਨਹੀਂ ਹੈ, ਕਿਉਂਕਿ ਖੁਰਾਕ ਹਮੇਸ਼ਾ ਮੌਸਮੀ ਹੁੰਦੀ ਹੈ। ਖੁਰਾਕ ਦੇਸ਼ਾਂ ਦੇ ਮੁਤਾਬਕ ਨਿਸ਼ਚਿਤ ਹੁੰਦੀ ਹੈ, ਸਰੀਰ ਦੀ ਲੋੜ ਮੁਤਾਬਕ ਨਿਸ਼ਚਿਤ ਹੁੰਦੀ ਹੈ। ਗੁਰਬਾਣੀ ਨੇ ਕੀ ਖਾਣਾ ਇਸ ਸੰਬੰਧੀ ਕੋਈ ਚਰਚਾ ਨਹੀਂ ਛਿੜੀ। ਕਿੰਨਾ ਖਾਣਾ ਹੈ, ਕਿੰਨਾ ਕੁ ਖਾਣਾ ਹੈ, ਬੈਲੈਂਸ ਡਾਈਟ ਕਰਨੀ ਹੈ, ਇਸ ਸੰਬੰਧੀ ਜ਼ਰੂਰ ਗੁਰਬਾਣੀ ਦਾ ਵਿਸ਼ਾ ਅਸੀਂ ਦੇਖਦੇ ਹਾਂ। ਹੁਣ ਜਦੋਂ ਤੁਸੀਂ ਗੁਰਬਾਣੀ ਦੇ ਨਜ਼ਰੀਏ ਨਾਲ ਦੇਖਦੇ ਜੇ ਤੇ ਗੁਰੂ ਸਾਹਿਬਾਨ ਗੁਰੂ ਨਾਨਕ ਪਾਤਸ਼ਾਹ ਐਲਾਨ ਕਰਦੇ ਨੇ, ਉਹ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ। ਗੁਰੂ ਸਾਹਿਬਾਨ ਦਾ ਸ਼ਬਦ ਹੈ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਇਹ ਸ਼ਬਦ ਸ਼ੁਰੂ ਹੁੰਦਾ ਹੈ, ਸਭ ਰਸ ਮਿੱਠੇ ਮੰਨਿਐ ਸੁਣੀਐ ਸੋ ਲੋਣੇ, ਖਟ ਤੁਰਸ਼ੀ ਮੁਖ ਬੋਲਣਾ ਮਾਰਨ ਨਾਦ ਕੀਐ।
ਛੱਤੀ ਅੰਮ੍ਰਿਤ ਭਾਓ ਏਕ ਜਾਕੋ ਨਦਰ ਕਰੇ, ਬਾਬਾ ਹੋਰ ਖਾਣਾ ਖੁਸ਼ੀ ਖਵਾਰ। ਜਿਤ ਖਾਦੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਹੁਣ ਇਸ ਸ਼ਬਦ ਦੇ ਅਰਥ ਕੱਢ ਦਿੱਤੇ ਜਾਂਦੇ ਨੇ ਵੀ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਕਹਿਣ ਤੋਂ ਭਾਵ ਹੈ ਵੀ ਮਾਸ ਖਾਣਾ, ਅੰਨ ਛੱਡ ਕੇ ਮਾਸ ਖਾ ਲੈਣਾ। ਹਾਲਾਂਕਿ ਸ਼ਬਦ ਦੇ ਵਿੱਚ ਕਿਤੇ ਵੀ ਇਹ ਗੱਲ ਸਾਬਤ ਨਹੀਂ ਹੋ ਰਹੀ ਵੀ ਮਾਸ ਖਾਣ ਦੇ ਸੰਬੰਧੀ ਹੈ, ਪਰ ਜਦੋਂ ਤੁਸੀਂ ਸਾਹਿਬ ਸਿੰਘ ਨੂੰ ਦੇਖਦੇ ਜੇ, ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥ ਦੇਖਦੇ ਜੇ, ਜਾਂ ਕੋਈ ਵੀ ਤੁਸੀਂ ਟੀਕਾ ਚੱਕ ਲਓ, ਹੋਰ ਸ਼ਬਦ ਦੇ ਅਰਥ ਦੇਖੋ। ਹੋਰ ਦਾ ਮਤਲਬ ਹੁੰਦਾ ਹੈ ਹੋਰ ਲਾਲਸਾ ਹੈ ਵੀ ਜਿੰਨੀ ਲੋੜ ਹੈ ਉਸ ਲੋੜ ਤੋਂ ਵੱਧ ਕੇ, ਜਿੰਨੀ ਲੋੜ ਹੈ ਉਸ ਲੋੜ ਤੋਂ ਵੱਧ ਕੇ। ਜਿਵੇਂ ਆਪਾਂ ਕਹਿੰਦੇ ਆ ਵੀ ਇੱਕ ਰੋਟੀ ਹੋਰ, ਇੱਕ ਹੋਰ ਦੇ ਦਿਓ, ਇੱਕ ਹੋਰ ਦੇ ਦਿਓ, ਐਸ ਹੋਰ ਨੂੰ ਕੰਟਰੋਲ ਕਰਨਾ ਹੈ। ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਦੈ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਹੁਣ ਅੱਜ ਦੀ ਦੁਨੀਆ ਦੀ, ਅੱਜ ਦੀ ਸਾਇੰਸ ਵੀ ਇਸ ਗੱਲ ਨੂੰ, ਗੁਰੂ ਸਾਹਿਬ ਤੇ ਕਿਆ ਬਾਤ ਹੈ। ਗੁਰੂ ਸਾਹਿਬ ਜਦੋਂ ਬੈਲੈਂਸ ਡਾਈਟ ਦੀ ਗੱਲ ਕਰਦੇ ਨੇ ਤੇ ਇੱਕ ਲਫ਼ਜ਼ 'ਚ ਗੱਲ ਕਰ ਦਿੰਦੇ ਨੇ ਵੀ ਨਾ ਕਿ ਓਨਲੀ ਫਿਜ਼ੀਕਲ ਐਲੀਮੈਂਟਸ, ਕੇਵਲ ਸਰੀਰਕ ਰੋਗ ਹੀ ਨਹੀਂ, ਜਿਤ ਖਾਦੈ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਤੁਸੀਂ ਸਾਈਕੋਲੋਜੀਕਲੀ, ਤੁਸੀਂ ਮਾਨਸਿਕ ਤੌਰ ਤੇ ਵੀ ਵੀਕ ਹੋ ਜਾਓਗੇ। ਅੱਜ ਦੀ ਸਾਇੰਸ ਨੇ ਸਾਬਤ ਕਰ ਦਿੱਤੀ ਜਿਹੜੀ ਓਵਰ ਈਟਿੰਗ ਹੈ ਇਹ ਤੁਹਾਨੂੰ ਰੋਗੀ ਬਣਾਉਂਦੀ ਹੈ। 20 ਰੋਗ ਜਿਹੜੇ ਨੇ ਤੁਹਾਨੂੰ ਓਵਰ ਈਟਿੰਗ ਨਾਲ ਆਉਂਦੇ ਨੇ। ਜਾ ਕੇ ਡਿਸਐਡਵਾਂਟੇਜ ਆਫ ਓਵਰ ਈਟਿੰਗ ਜਾ ਕੇ ਲੱਭ ਲਿਓ। ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਦੈ ਤਨ ਪੀੜੀਐ, ਪੀੜਿਆ ਜਾਂਦਾ ਤਨ, ਰੋਗੀ ਹੋ ਜਾਂਦਾ ਹੈ। ਮਨ ਮੈਂ ਚਲਹਿ ਵਿਕਾਰ, ਮਨ ਵਿਕਾਰੀ ਹੋ ਜਾਂਦਾ ਹੈ। ਹੁਣ ਕੱਲਾ ਮਾਸ ਨੂੰ ਦੋਸ਼ ਕਰੀ ਜਾਣਾ ਵੀ ਮਾਸ ਜਿਹੜਾ ਕਾਮ ਵਾਸ਼ਨਾ ਵਧਾਉਂਦਾ ਹੈ। ਆਪਾਂ ਪਿਛਲੇ ਵਿਸ਼ਿਆਂ 'ਚ ਦੇਖ ਆਏ ਹਾਂ ਵੀ ਕਾਮ ਵਾਸ਼ਨਾ ਜਿਹੜੀ ਉਹ ਤਾਂ ਦਾਲ ਵੀ ਵਧਾਉਂਦੀ ਹੈ। ਕਾਮ ਵਾਸ਼ਨਾ ਜਿਹੜੇ ਮਦਨਪਾਲ ਨੇ ਘੰਟੂ ਦੀ ਇੱਕ ਜਿਹੜੀ ਰੈਫਰੈਂਸ ਸਾਨੂੰ ਮਿਲਦੀ, ਉਹਦੇ ਵਿੱਚ ਦਾਲ ਦਾ ਨਾਮ ਜਿਹੜਾ ਵੀਰਿਆਕਰ ਵੀ ਹੈ। ਵੀਰਿਆਕਰ ਮਤਲਬ ਇਹ ਤੁਹਾਡੀ ਵਾਸ਼ਨਾ ਨੂੰ ਵਧਾਉਂਦਾ ਹੈ। ਸੋ ਬਾਰ-ਬਾਰ ਇੱਕ ਗੱਲ ਕਰੀ ਜਾਣੀ, ਸ਼ਬਦ ਲੈ ਕੇ, ਅਧੂਰੀਆਂ ਤੁਕਾਂ ਲੈ ਕੇ, ਉਹਦੇ ਗਲਤ ਅਰਥ ਕਰਕੇ ਕਹਿ ਦੇਣਾ ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਕਿਵੇਂ ਤਨ ਪੀੜਿਆ ਜਾਏਗਾ ਜੀ? ਮਾਸ ਖਾ ਕੇ ਤਨ ਕਿਵੇਂ ਪੀੜਿਆ ਜਾਏਗਾ? ਚਿਕਨ ਦੇ ਵਿੱਚ ਪ੍ਰੋਟੀਨਸ ਨੇ, ਅਮੀਨੋ ਐਸਿਡਸ ਨੇ। ਇਹਨੇ ਬਲਵਾਨ ਕਰਨਾ ਹੈ ਤਨ ਨੂੰ ਕਿ ਤੁਹਾਡੇ ਤਨ ਨੂੰ ਪੀੜਨਾ ਹੈ? ਕੀ ਇਹਨੇ ਮਨ ਵਿਕਾਰੀ ਕਰਨਾ ਹੈ? ਮਨ ਵਿਕਾਰੀ ਤੁਹਾਡਾ ਦਾਲ ਖਾ ਕੇ ਵੀ ਹੋ ਜਾਣਾ ਹੈ ਜਦੋਂ ਤੁਸੀਂ ਜ਼ਿਆਦਾ ਖਾ ਲਈ, ਲੋੜ ਤੋਂ ਵੱਧ ਖਾ ਲਈ, ਹੋਰ ਖਾ ਲਈ। ਹਾਂ, ਇਸੇ ਸ਼ਬਦ ਨੇ ਅੱਗੇ ਜਾ ਕੇ ਇਸ ਨੁਕਤੇ ਨੂੰ ਖੋਲ ਦਿੱਤਾ ਹੈ। ਬਾਬਾ ਹੋਰ ਚੜ੍ਹਨਾ ਖੁਸ਼ੀ ਖਵਾਰ, ਜਿਤ ਚੜ੍ਹਿਆ ਤਨ ਪੀੜੀਏ ਮਨ ਮੇ ਚਲੇ ਵਿਕਾਰ। ਬਾਬਾ ਹੋਰ ਸੌਣਾ ਖੁਸ਼ੀ ਖਵਾਰ, ਜਿਤ ਸੁੱਤੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਹੋਰ ਲੋੜ ਤੋਂ ਵੱਧ, ਅਨਸੂਟੇਬਲ, ਜਿਹੜੀ ਚੀਜ਼ ਤੁਹਾਨੂੰ ਸੂਟ ਨਹੀਂ ਕਰਦੀ, ਦੂਜੇ ਭਾਵੇਂ ਦੇ ਲੈਣੇ ਨੇ। ਹੋਰ ਸੌਣਾ, ਹੋਰ ਚੜ੍ਹਨਾ, ਜਿਹੜੀ ਚੀਜ਼ ਤੁਹਾਡੇ ਵਾਸਤੇ ਨਹੀਂ, ਹੋਰ ਚੜ੍ਹਨਾ ਖੁਸ਼ੀ ਖਵਾਰ, ਜਿਤ ਚੜ੍ਹਿਆ ਤਨ ਪੀੜੀਏ ਮਨ ਮੇ ਚਲੇ ਵਿਕਾਰ। ਜਿਹੜੀ ਤੁਹਾਨੂੰ ਮੁਆਫਕ ਨਹੀਂ ਹੈ, ਜਿਹੜੀ ਮੁਆਫਕ ਨਹੀਂ ਹੈ, ਉਸ ਚੀਜ਼ ਦੀ ਵਰਤੋਂ ਕਰੋਗੇ ਤਾਂ ਤਨ ਪੀੜਿਆ ਜਾਏਗਾ। ਬਾਬਾ ਹੋਰ ਸੌਣਾ ਖੁਸ਼ੀ ਖਵਾਰ, ਜਿਤ ਸੁੱਤੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਜਿੰਨੀ ਲੋੜ ਆ, ਲੋੜੋਂ ਵੱਧ ਸੌ ਜਾਣਾ, ਮੁਆਫਕ ਨਹੀਂ ਹੈ, ਤਨ ਪੀੜਿਆ ਜਾਏਗਾ। ਸੋ ਸਾਰੇ ਪ੍ਰਕਰਨ ਨੂੰ ਧਿਆਨ 'ਚ ਰੱਖਣਾ ਪਏਗਾ ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਸਾਨੂੰ। ਸੋ ਇਸ ਕਰਕੇ ਗੁਰਬਾਣੀ ਦਾ ਇਹ ਵਿਸ਼ਾ ਨਹੀਂ ਵੀ ਕੀ ਖਾਣਾ ਹੈ, ਗੁਰਬਾਣੀ ਦਾ ਵਿਸ਼ਾ ਹੈ ਕਿੰਨਾ ਖਾਣਾ ਹੈ, ਬੈਲੈਂਸ ਡਾਈਟ, ਕਿੰਨੀ ਕੁ ਖੁਰਾਕ ਖਾਣੀ, ਇਹ ਤੇ ਜ਼ਰੂਰ ਬਾਣੀ ਦਾ ਵਿਸ਼ਾ ਹੈ। ਸੇਵ ਕੀਤੀ ਸੰਤੋਖਾਈ, ਜਿਨੀ ਸੱਚੋ ਸੱਚ ਤੇ ਆਇਆ, ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੋਕ੍ਰਿਤ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਧਨਾਂ, ਪਾਣੀ ਥੋੜਾ ਖਾਇਆ। ਉਹਨੇ ਦੁਨੀਆ ਦੇ ਬੰਧਨ ਤੋੜਦਾ ਓ ਤੇ ਅੰਨ ਪਾਣੀ ਥੋੜਾ ਖਾਂਦਾ। ਕਹਿਣ ਤੋਂ ਭਾਵ ਬੈਲੈਂਸ ਡਾਈਟ। ਜੇ ਬੈਲੈਂਸ ਡਾਈਟ ਹੈ, ਮਨ ਵਿਕਾਰੀ ਨਹੀਂ ਹੋਏਗਾ। ਮਨ ਵਿਕਾਰੀ ਹੋਏਗਾ, ਉਹ ਅੰਗਰੇਜ਼ੀ ਦੀ ਕਹਾਵਤ ਹੈ ਵੀ ਸਾਊਂਡ ਮਾਈਂਡ ਲਾਈਜ਼ ਇਨ ਅ ਸਾਊਂਡ ਬਾਡੀ। ਜੇ ਸਰੀਰ ਵਿਕਾਰੀ ਨਹੀਂ ਤੇ ਮਨ ਵੀ ਵਿਕਾਰੀ ਨਹੀਂ, ਤੇ ਜੇ ਮਨ ਵਿਕਾਰੀ ਨਹੀਂ ਤੇ ਸਰੀਰ ਵੀ ਵਿਕਾਰੀ ਨਹੀਂ, ਕਿਉਂਕਿ ਮਨ ਤੇ ਸਰੀਰ ਆਪਸ 'ਚ ਕਨੈਕਟਡ ਨੇ। ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਭਾਈ ਗੁਰਦਾਸ ਦੀ ਬੜੀ ਜ਼ਬਰਦਸਤ ਵਾਰ ਹੈ, ਇੱਕ 20ਵੀਂ ਵਾਰ ਹੈ, ਜਿਹਦੇ ਵਿੱਚ ਭਾਈ ਗੁਰਦਾਸ ਨੇ ਕਿਹਾ, ਜੋਗ ਜੁਗਤ ਗੁਰ ਸਿੱਖ ਗੁਰ ਸਮਝਾਇਆ, ਆਸਾ ਵਿੱਚ ਨਿਰਾਸ਼ ਬੁਲਾਇਆ, ਥੋੜਾ ਪਾਣੀ ਅੰਨ ਖਾਏ ਪਿਆਇਆ, ਥੋੜਾ ਬੋਲਣ ਬੋਲਣਾ ਝੱਖ ਛਖਾਇਆ, ਥੋੜੀ ਰਾਤੀ ਨੀਂਦ ਨਾ ਮੋਹ ਫੁਹਾਇਆ, ਸੋਹਣੇ ਅੰਦਰ ਜਾਏ ਨਾ ਲੋਭ ਲਵਾਇਆ। ਲੈ ਲਓ, ਇੱਥੋਂ ਇੱਕ ਬੰਨੇ ਤੁਸੀਂ ਕਹੀ ਜਾਂਦੇ ਜੇ ਭਾਈ ਗੁਰਦਾਸ ਜੀ ਟੀਕਾ ਕਰਦੇ ਨੇ, ਜਿਹੜੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਬਾਬਾ ਹੋਰ ਸੌਣਾ ਖੁਸ਼ੀ ਖਵਾਰ, ਜਿਤ ਸੁੱਤੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਭਾਈ ਗੁਰਦਾਸ ਕਹਿੰਦਾ ਥੋੜੀ ਰਾਤੀ ਨੀਂਦ ਨੇ ਮੋਹ ਫੁਹਾਇਆ, ਥੋੜਾ ਪਾਣੀ ਅੰਨ ਖਾਏ ਪਿਆਇਆ। ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਥੋੜਾ ਪਾਣੀ ਅੰਨ ਖਾਏ ਪਿਆਇਆ। ਮਸਲਾ ਇੱਥੋਂ ਸਾਨੂੰ ਸਾਰਾ ਸਪਸ਼ਟ ਹੋ ਜਾਂਦਾ ਜਦੋਂ ਅਸੀਂ ਪੂਰਨ ਸਿਧਾਂਤ ਨੂੰ,
ਪੂਰੇ ਸਿਧਾਂਤ ਨੂੰ ਦੇਖਦੇ ਹਾਂ। ਇੱਕ ਪੰਕਤੀ ਲੈ ਕੇ ਉਹਨੂੰ ਮਿਸਯੂਜ਼ ਕਰਨਾ, ਪੂਰੇ ਪ੍ਰਕਰਨ ਨੂੰ ਨਾ ਦੇਖਣਾ ਸਾਡਾ ਮਸਲਾ ਹੱਲ ਨਹੀਂ ਕਰੇਗਾ। ਅੱਗੇ ਵਧਦੇ ਹਾਂ। ਤੋ ਇਸ ਤਰ੍ਹਾਂ ਹੀ ਮਹਾਂਪੁਰਸ਼ਾਂ ਨੇ ਉਸ ਜੀਵਨ ਨੂੰ ਆਧਾਰ ਬਣਾ ਕੇ, ਆਪਣੇ ਜੀਵਨ ਦਾ ਆਸਰਾ ਬਣਾ ਕੇ, ਸੰਜਮ ਦੇ ਵਿੱਚ ਰਹਿ ਕੇ, ਉਹ ਕਮਾਈ ਕਰਕੇ ਉਹ ਆਪ ਵੀ ਸੁਰਖਰੂ ਹੋ ਕੇ ਗਏ ਤੇ ਸਾਨੂੰ ਆਪਣੇ ਪਿੱਛੇ ਸਾਡੇ ਕੋਲ ਜਿਹੜੀਆਂ ਆਪਣੀਆਂ ਯਾਦਾਂ ਛੱਡ ਕੇ, ਉਹ ਯਾਦਾਂ ਸਾਨੂੰ ਅੱਜ ਮਜਬੂਰ ਕਰਦੀਆਂ ਅਸੀਂ ਉਹਨਾਂ ਨੂੰ ਹਰੇਕ ਸਾਲ ਯਾਦ ਕਰੀਏ। ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵਾਰਤਕ ਲਫ਼ਜ਼ ਮਿਲਦੇ ਨੇ ਪੁਰਾਤਨ ਬੀੜਾਂ ਦੇ ਵਿੱਚ। ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਸਿੱਖ ਨੂੰ ਉਪਦੇਸ਼ ਦਿੰਦੇ ਨੇ, ਮਦਰਾ ਮਾਸ ਨਹੀਂ ਪੀਵਣੀ, ਮਦ ਨਹੀਂ ਪੀਵਣੀ, ਮੱਛੀ ਮਾਸ ਨਹੀਂ ਖਾਵਣਾ। ਅੱਗੇ ਗੁਰੂ ਦੀਆਂ ਗੱਲਾਂ ਕਰਨੀਆਂ, ਅੰਨ ਬਹੁਤੀ ਭੁੱਖੇ ਲੱਗੇ ਜੇ ਹੋਣਾ, ਥੋੜੀ ਨੀਂਦ ਤੇ ਥੋੜਾ ਬੋਲਣਾ, ਇਕਾਂਤ ਵਿੱਚ ਰਹਿਣਾ। ਇਹ ਸਨ ਅਸੂਲ ਜ਼ਿੰਦਗੀ ਦੇ ਜਿਹੜੇ ਸਾਡੇ ਹੁਣ ਭਾਈ ਰਣਜੀਤ ਸਿੰਘ ਜੀ, ਜਥੇਦਾਰ ਰਣਜੀਤ ਸਿੰਘ ਜੀ, ਮੈਨੂੰ ਇਹ ਨਹੀਂ ਸਮਝ ਆਈ ਵੀ ਜਦੋਂ ਸਾਡੇ ਕੋਲ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਮੌਜੂਦ ਹੈ, ਸਾਨੂੰ ਵਾਰਤਕ ਬਚਨਾਂ ਦੀ ਲੋੜ ਕੀ ਪਈ? ਕਿਉਂ ਸਾਨੂੰ ਵਾਰਤਕ ਚੁੱਕ ਕੇ ਲਿਆ ਕੇ ਤੇ ਸਟੇਜ ਦੇ ਉੱਤੋਂ ਉਹਨਾਂ ਰਾਹੀਂ ਆਪਣੇ ਆਪ ਨੂੰ ਸਪਸ਼ਟ ਕਰਨਾ ਪਿਆ? ਜਦੋਂ ਗੁਰੂ ਅਮਰਦਾਸ ਪਾਤਸ਼ਾਹ ਬਾਣੀਕਾਰ ਹੈ, ਜਦੋਂ ਉਹਨਾਂ ਨੇ ਆਪ ਬਾਣੀ ਲਿਖੀ ਹੈ, ਜੇ ਤੁਸੀਂ ਆਪਣੇ ਪੱਖ ਨੂੰ ਸਪਸ਼ਟ ਹੀ ਕਰਨਾ ਸੀ, ਜੋ ਤੁਸੀਂ ਇੱਕ ਮਾਸ ਵਿਰੋਧੀ ਪੱਖ ਪੇਸ਼ ਕਰ ਰਹੇ ਸੀ, ਤੇ ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਨਹੀਂ ਮਿਲੀ? ਕਿਉਂ ਤੁਸੀਂ ਬਾਣੀ ਨਹੀਂ ਲਿਆਂਦੀ? ਬਾਣੀ ਰਾਹੀਂ ਕਿਉਂ ਆਪਣੇ ਪੱਖ ਨੂੰ ਸਪਸ਼ਟ ਨਹੀਂ ਕੀਤਾ? ਹੁਣ ਵਾਰਤਕ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਵਾਰਤਕ ਨੂੰ ਸਮਝੀਏ। ਵਾਰਤਕ ਸ਼ਬਦ ਦੀ ਜਿਹੜੀ ਸੰਗਿਆ ਹੈ ਉਹ ਹੈ ਵਾਤਰਿਕ ਮਤਲਬ ਟੀਕਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਹੁਣ ਜਿਹੜਾ ਟੀਕਾ ਹੈ, ਇਹ ਟੀਕਾਕਾਰ ਰਾਹੀਂ ਕੀਤਾ ਜਾਂਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਦੇ ਖਿਆਲਾਂ ਨੂੰ ਕੋਈ ਟੀਕਾਕਾਰ, ਜਿਵੇਂ ਉਹਨਾਂ ਭਾਈ ਰਣਜੀਤ ਸਿੰਘ ਨੇ ਕਿਹਾ, ਗੁਰੂ ਅਮਰਦਾਸ ਪਾਤਸ਼ਾਹ ਦੇ ਖਿਆਲਾਂ ਨੂੰ ਕੋਈ ਟੀਕਾਕਾਰ ਲਿਖ ਰਿਹਾ ਵੀ ਮਧਰਾ ਮਾਸ ਨਹੀਂ ਪੀਵਣੀ, ਮੱਛੀ ਮਾਸ ਨਹੀਂ ਖਾਵਣਾ। ਹੁਣ ਤੁਸੀਂ ਇਹ ਦੱਸੋ ਵੀ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਨੂੰ ਮੰਨੀਏ ਕਿ ਕਿਸੇ ਐਸੇ ਟੀਕਾਕਾਰ ਨੂੰ ਮੰਨੀਏ ਜਿਨੇ ਇਹ ਗੱਲ ਲਿਖ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ, ਜੋ ਗੁਰੂ ਸਾਹਿਬਾਨ ਨੇ ਕਹੀ ਵੀ ਕਿ ਨਹੀਂ ਕਹੀ? ਜੋ ਗੁਰੂ ਅਮਰਦਾਸ ਪਾਤਸ਼ਾਹ ਦੀ ਤਸਵੀਰ, ਜੋ ਉਹਨਾਂ ਦੀ ਸਟੇਟਮੈਂਟ ਹੈ, ਜੋ ਉਹਨਾਂ ਦਾ ਬਿਆਨ ਹੈ, ਉਹ ਗੁਰੂ ਗ੍ਰੰਥ ਦੀ ਬਾਣੀ ਹੈ। ਗੁਰੂ ਗ੍ਰੰਥ ਦੀ ਬਾਣੀ ਨੂੰ ਆਧਾਰ ਬਣਾ ਕੇ ਜਦੋਂ ਗੱਲ ਕਰਨੀ ਹੈ ਗੁਰੂ ਅਮਰਦਾਸ ਪਾਤਸ਼ਾਹ ਦੀ, ਖਾਸ ਕਰਕੇ ਕਿਉਂਕਿ ਬਾਣੀਕਾਰ ਨੇ, ਉਹਨਾਂ ਵਾਸਤੇ ਵਾਰਤਕ ਚੁੱਕ ਕੇ ਲਿਆਉਣ ਦੀ ਲੋੜ ਨਹੀਂ ਸਾਨੂੰ। ਹੁਣ ਕਮੈਂਟੇਟਰ ਕੀ ਹੁੰਦਾ ਹੈ? ਕਮੈਂਟੇਟਰ ਜਾਂ ਟੀਕਾਕਾਰ ਲਿਖੇ ਨੂੰ ਪੇਸ਼ ਨਹੀਂ ਕਰਦਾ। ਕਮੈਂਟੇਟਰ, ਜਿਵੇਂ ਅੱਜ ਇਸ ਕਨਸੈਪਟ ਨੂੰ ਵਿਗਾੜਿਆ ਜਾ ਰਿਹਾ, ਕਮੈਂਟੇਟਰ ਲਿਖੇ ਰਾਹੀਂ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਜੋ ਲਿਖਿਆ ਹੈ ਨਾ, ਉਹ ਲਿਖੇ ਰਾਹੀਂ ਆਪਣੇ ਭਾਵ ਨੂੰ ਪ੍ਰਗਟ ਕਰਦਾ ਹੈ। ਹੁਣ ਇਸੇ ਜਿਹੜੀ ਇਹਨਾਂ ਨੇ ਵਾਰਤਕ ਕਹੀ ਹੈ ਗੁਰੂ ਅਮਰਦਾਸ ਪਾਤਸ਼ਾਹ ਦੀ, ਇਸੇ ਵਾਰਤਕ ਦੇ ਵਿੱਚ ਇੱਕ ਬਚਨ ਆਇਆ, ਇਹ ਇਕਾਂਤ ਵਿੱਚ ਰਹਿਣਾ। ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਥੋੜੀ ਨੀਂਦ ਤੇ ਥੋੜਾ ਬੋਲਣਾ, ਇਕਾਂਤ ਵਿੱਚ ਰਹਿਣਾ। ਪਰ ਆਪਾਂ ਵੇਖਣਾ ਹੈ ਕਿ ਇਕਾਂਤ ਵਿੱਚ ਰਹਿਣ ਦਾ ਕੋਈ ਗੁਰਮਤ ਦਾ ਸਿਧਾਂਤ ਹੈ? ਕਿ ਗੁਰਮਤ ਦਾ ਇਹ ਸਿਧਾਂਤ ਹੈ ਵੀ ਇਕਾਂਤ ਵਿੱਚ ਰਹਿਣਾ? ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਧਿਆਨੇ, ਕੰਦ ਮੂਲ ਆਹਾਰੋ ਖਾਈਏ, ਉਦੋਂ ਬੋਲੇ ਗਿਆਨੇ। ਹਾਟੀ ਬਾਟੀ ਰਹੇ ਨਿਰਾਲੇ, ਵੀ ਅਸੀਂ ਸਭ ਕੁਝ ਛੱਡ ਕੇ ਨਿਰਾਲੇ ਰਹਿੰਦੇ ਆ, ਇਕਾਂਤ ਰਹਿੰਦੇ ਆ। ਕੌਣ ਕਹਿੰਦਾ? ਸਿੱਧ ਕਹਿੰਦੇ ਨੇ ਇਕਾਂਤ ਵਿੱਚ ਰਹਿਣਾ ਨਾਨਕ ਦਾ ਸਿਧਾਂਤ ਨਹੀਂ, ਸਿੱਧਾਂ ਦਾ ਸਿਧਾਂਤ ਹੈ। ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਧਿਆਨੇ, ਕੰਦ ਮੂਲ ਆਹਾਰੋ ਖਾਈਏ, ਉਦੋਂ ਬੋਲੇ ਗਿਆਨੇ। ਤੀਰਥ ਨਹਾਈਏ, ਸੁਖ ਫਲ ਪਾਈਏ, ਮੈਲ ਨਾ ਲਾਗੇ ਕਾਈ, ਗੋਰਖ ਪੂਤ ਲੋਹਾ ਰੀਪਾ ਬੋਲੇ, ਜੋਗ ਜੁਗਤ ਵਿਦ ਕਾਈ। ਇਹ ਸਿਧਾਂਤ ਸਿੱਧਾਂ ਦਾ ਹੈ, ਜੋ ਗੁਰੂ ਨਾਨਕ ਸਾਹਿਬ ਨੇ ਰਾਮਕਲੀ ਗੋਸ਼ਟ ਦੇ ਵਿੱਚ ਪੇਸ਼ ਕੀਤਾ ਹੈ। ਲਿਖਿਆ ਗੁਰੂ ਗ੍ਰੰਥ 'ਚ ਹੀ ਹੈ, ਪਰ ਗੁਰਮਤ ਦਾ ਸਿਧਾਂਤ ਨਹੀਂ। ਹੁਣ ਗੁਰਮਤ ਦਾ ਸਿਧਾਂਤ ਜੋ ਨਾਨਕ ਸਾਹਿਬ ਅੱਗੇ ਜਵਾਬ ਦਿੰਦੇ ਨੇ, ਗੁਰਮਤ ਦਾ ਸਿਧਾਂਤ ਉਹ ਹੈ। ਹੁਣ ਇਸੇ ਇਕਾਂਤ ਦਾ ਗੁਰੂ ਸਾਹਿਬਾਨ, ਗੁਰੂ ਨਾਨਕ ਸਾਹਿਬਾਨ ਖੰਡਨ ਕਰ ਰਹੇ ਨੇ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚਿੱਤ ਨਾ ਡੁਲਾਈ, ਬਿਨ ਨਾਵੇਂ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ। ਵੀ ਨਾਮ ਤੋਂ ਬਿਨਾ ਟਿਕ ਸਕਦੇ ਆ? ਕਿਸ ਹਾਟੀ ਬਾਟੀ ਨੂੰ ਤਿਆਗਣ ਦੀ ਗੱਲ ਕਰਦੇ ਜੇ? ਕਿਸ ਇਕਾਂਤ ਦੀ ਗੱਲ ਕਰਦੇ ਜੇ? ਭਾਈ ਗੁਰਦਾਸ ਨੇ ਵੀ ਐਲਾਨ ਕੀਤਾ, ਸਿੱਧ ਛਿਪ ਬੈਠੇ ਪਰਵਤੀ, ਕੌਣ ਜਗਤ ਕੋ ਪਾਰ ਉਤਾਰਾ। ਵੀ ਸਿੱਧ ਪਰਵਤਾਂ 'ਚ ਜਾ ਕੇ ਇਕਾਂਤ 'ਚ ਬਹਿ ਗਏ, ਕਹਿੰਦੇ ਕੋਈ ਸੰਸਾਰੀ ਜੀਵ ਸਾਡੇ ਕੋਲ ਨਾ ਆਵੇ, ਸਾਨੂੰ ਇਕਾਂਤ ਚਾਹੀਦਾ ਹੈ। ਸਿੱਧ ਛਪ ਬੈਠੇ ਪਰਵਤੀ, ਕੌਣ ਜਗਤ ਕੋ ਪਾਰ ਉਤਾਰਾ। ਪਾਪ ਗਰਾਸੀ ਪ੍ਰਿਥਵੀ, ਧੌਲ ਖੜਾ ਤਰ ਹੇਠ ਪੁਕਾਰਾ। ਵੀ ਧਰਤੀ ਦੇ ਥੱਲੇ ਜਿਹੜਾ ਧੌਲ ਖੜਾ ਹੈ, ਮਿਥਿਆਸ ਨੂੰ ਆਧਾਰ ਬਣਾ ਕੇ, ਇੱਕ ਐਗਜ਼ਾਮਪਲ ਹੈ, ਸਿਧਾਂਤ ਨਹੀਂ ਹੈ। ਧਰਤੀ ਹੋਰ ਪਰੇ ਹੋਰ ਤਿਸਤੇ ਭਾਰ ਤਲੇ ਕਵਣ ਯੋਰ, ਇਹ ਸਿਧਾਂਤ ਹੈ। ਏਦਾਂ ਹੀ ਹੁਣ ਇਸ ਤੁਕ ਨੂੰ ਲੈ ਲਓ, ਧੌਲ ਖੜਾ ਤਰ ਹੇਠ ਪੁਕਾਰਾ,
ਇਸ ਤੁਕ ਦੇ ਆਧਾਰ ਤੇ ਕਰ ਲਓ, ਜਾਓ ਅਰਥ ਕਰਵਾ ਦਿਓ, ਕਰ ਦੇਣਗੇ ਇਹ ਤੁਹਾਡੇ ਪੰਡਤ ਪੇਪਰ ਅਰਥ ਕਰ ਦੇਣਗੇ। ਵੇਖੋ ਜੀ ਧਰਤੀ ਧੌਲ ਤੇ ਖੜੀ ਹੈ, ਨਾਨਕ ਸਾਹਿਬ ਤੇ ਕਹਿਣ ਡਏ ਨੇ ਵੀ ਧੌਲ ਆਵਾਜ਼ਾਂ ਮਾਰਨ ਡਿਆ ਏ। ਪੋਇਟਰੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਗੁਰਬਾਣੀ ਕਾਵਕ ਲਹਿਜੇ ਚ ਲਿਖੀ ਗਈ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਨੇ ਨਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚੌਰ ਕਰੇ, ਇਹਦਾ ਮਤਲਬ ਇਹ ਨਹੀਂ ਵੀ ਗਗਨ ਥਾਲ ਬਣ ਗਿਆ। ਗਗਨ ਗਗਨ ਹੁੰਦਾ ਏ, ਥਾਲ ਥਾਲ ਹੁੰਦਾ ਏ। ਗਗਨ ਮੈਂ ਥਾਲ ਗਗਨ ਨੂੰ ਸੰਕੇਤ ਰੂਪ ਚ ਪ੍ਰਗਟ ਕਰਨ ਵਾਸਤੇ ਪੋਇਟਿਕ ਲਹਿਜੇ ਨਾਲ ਗੁਰੂ ਸਾਹਿਬਾਨ ਨੇ ਥਾਲ ਨੂੰ ਗਗਨ ਬਣਾ ਲਿਆ। ਸੋ ਬਾਣੀ ਨੂੰ ਪੋਇਟਿਕ ਲਹਿਜੇ ਤੋਂ ਸਮਝੋ, ਇੱਕ ਇੱਕ ਪੰਕਤੀ ਦੇ ਅਰਥ ਕਰਕੇ ਅਨਰਥ ਨਾ ਕਰੋ। ਇਕਾਂਤ ਵਾਲਿਆਂ ਨੂੰ ਗੁਰੂ ਸਾਹਿਬ ਨੇ ਖਿੱਚ ਕੇ ਥੱਲੇ ਲਾਇਆ ਤੇ ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਦੇ ਕਿਸੇ ਦੀ ਵਾਰਤਕ ਚੱਕ ਕੇ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਮੂੰਹ ਦੇ ਵਿੱਚੋਂ ਇਕਾਂਤ 'ਚ ਰਹਿਣ ਦਾ ਬਚਨ ਕਰਵਾ ਦਿੱਤਾ। ਗੁਰਬਾਣੀ ਨਾਲ ਅਨਿਆਂ ਹੈ। ਇਸ ਕਰਕੇ ਸਾਨੂੰ ਸੋਚਣਾ ਪਏਗਾ ਵੀ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਕਿ ਉਹ ਗੁਰਬਾਣੀ ਗੁਰਮਤ ਦੇ ਮੁਤਾਬਕ ਹੈ। ਆਓ ਅੱਗੇ ਵਧੀਏ। ਨੇ ਅਪਣਾਏ तो ਅਸੀਂ ਦੇਖਿਆ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਾਰ-ਬਾਰ ਨਸ਼ਾ ਕਰਨਾ ਹੈ ਤੇ ਨਾਮ ਬਾਣੀ ਦਾ ਕਰਨਾ ਹੈ। ਨਾ ਖਾਣ ਵਾਲੀ ਖੁਰਾਕ ਨੂੰ ਤਿਆਗਣਾ ਹੈ, ਖਾਣ ਵਾਲੀ ਨੂੰ ਖਾਣਾ ਹੈ। ਆ ਪੱਖ ਪਖੇ ਪੱਖ ਤਾਂ ਛੋਡੇ ਅੰਧ ਗੁਰੂ ਜਿਨ ਕੇਰਾ, ਜਿਨ੍ਹਾਂ ਦਾ ਗੁਰੂ ਅੰਨਾ ਹੋਵੇ ਉਹੀ ਖਾਣ ਵਾਲੀ ਖੁਰਾਕ ਨੂੰ ਤਿਆਗਦੇ ਨੇ ਤੇ ਨਾ ਖਾਣ ਵਾਲੀ ਨੂੰ ਨਹੀਂ ਤਿਆਗਦੇ। ਭਾਈ ਰਣਜੀਤ ਸਿੰਘ ਨੇ ਸ਼ਬਦ ਵਰਤਿਆ ਅਪੱਖ ਪਖੈ ਪੱਖ ਤਜ ਛੋਡੈ ਅੰਧ ਗੁਰੂ ਜਿਨ ਕੇਰਾ, ਵੀ ਜਿਹੜੇ ਅਪੱਖ ਭਖਦੇ ਨੇ ਤੇ ਪੱਖ ਛੱਡ ਦਿੰਦੇ ਨੇ ਉਹਨਾਂ ਦਾ ਗੁਰੂ ਅੰਨਾ ਹੋਏਗਾ। ਪਰ ਕਿੱਡਾ ਵਧੀਆ ਹੁੰਦਾ ਭਾਈ ਰਣਜੀਤ ਸਿੰਘ ਜੀ, ਤੁਸੀਂ ਇਸ ਵੀਡੀਓ ਦੇ ਵਿੱਚ ਅੱਗੇ ਜਾ ਕੇ 3-4 ਵਾਰਾਂ ਕਹਿ ਚੁੱਕੇ ਜੇ ਵੀ ਮੇਰੀ ਪ੍ਰਚਾਰਕ ਵੀਰਾਂ ਨੂੰ ਬੇਨਤੀ ਹੈ ਧਰਮ ਦੀ ਸਟੱਡੀ ਕਰੋ। ਪਰ ਮੈਂ ਤੁਹਾਨੂੰ ਬੇਨਤੀ ਕਰਦਾ ਵਾਂ ਵੀ ਕਿੰਨਾ ਚੰਗਾ ਹੁੰਦਾ ਵੀ ਤੁਸੀਂ ਗੁਰਬਾਣੀ ਦੇ ਇਹਨਾਂ ਸ਼ਬਦਾਂ ਤੇ ਪ੍ਰਕਰਨ ਵੇਖ ਕੇ ਗੱਲ ਕਰ। ਤੁਹਾਨੂੰ ਆਪ ਨੂੰ ਸਟੱਡੀ ਕਰਨ ਦੀ ਲੋੜ ਹੈ। ਤੁਹਾਡਾ ਆਪ ਦਾ ਸੰਕਲਪ ਕਲੀਅਰ ਨਹੀਂ ਹੈ। ਜਿਹੜੀਆਂ ਅਧੂਰੀਆਂ ਤੁਕਾਂ ਦੇ ਚੁੱਕ ਕੇ ਤੁਸੀਂ ਅਰਥ ਕਰ ਰਹੇ ਜੇ, ਇਹ ਬਾਣੀ ਨਾਲ ਅਨਿਆਂ ਕਰ ਰਹੇ ਜੇ। ਇਸ ਕਰਕੇ ਪ੍ਰਚਾਰਕਾਂ ਨੂੰ ਨਹੀਂ, ਤੁਹਾਨੂੰ ਆਪ ਨੂੰ ਖੁਦ ਨੂੰ ਸਟੱਡੀ ਕਰਨ ਦੀ ਲੋੜ ਹੈ। ਇਸੇ ਸ਼ਬਦ ਨੂੰ ਦੇਖੋ, ਇਹ ਸ਼ਬਦ ਆਇਆ ਕਿੱਥੇ ਹੈ। ਮਹਿਲ ਪਹਿਲੇ ਦਾ ਸ਼ਬਦ ਹੈ, ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ, ਬੜਾ ਪ੍ਰਚਲਿਤ ਸ਼ਬਦ ਹੈ। ਮਾਸ ਮਾਸ ਕਰ ਮੂਰਖ ਝਗੜੈ, ਗਿਆਨ ਧਿਆਨ ਨਹੀਂ ਜਾਣੈ, ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੈ ਪਾਪ ਸਮਾਨੈ, ਗੈਂਡਾ ਮਾਰ ਹੋਮ ਜਾ ਕੀਐ, ਦੇਵਤਿਆਂ ਕੀ ਬਾਨੈ, ਮਾਸ ਛੋੜ ਬੈਂਸ ਨੱਕ ਪਕੜੇ, ਰਾਤੀ ਮਾਨਸ ਖਾਣੇ। ਇਸੇ ਸ਼ਬਦ ਦੇ ਗਾਂਹ ਜਾ ਕੇ ਮੈਂ ਸਾਰੇ ਸ਼ਬਦ ਦੇ ਅਰਥ ਨਹੀਂ ਕਰਨੇ, ਕਿਉਂਕਿ ਜਿਹੜੀ ਲੜੀ ਸਾਡੀ ਚੱਲ ਰਹੀ ਆਪਾਂ ਕੱਲੇ ਕੱਲੇ ਸ਼ਬਦ ਨੂੰ ਵਿਚਾਰਨਾ ਹੈ ਖੁੱਲੇ ਰੂਪ ਦੇ ਵਿੱਚ। ਅੱਜ ਕੇਵਲ ਇਹਨਾਂ ਜਿੰਨੀ ਕੁ ਗੱਲ ਕੀਤੀ ਉਹਦਾ ਜਵਾਬ ਦੇਣਾ। ਮਾਸ ਛੋੜ ਬੈਸ ਨੱਕ ਪਕੜੇ, ਰਾਤੀ ਮਾਨਸ ਖਾਣੇ। ਇਸੇ ਪ੍ਰਕਰਨ ਚ ਅੱਗੇ ਜਾ ਕੇ ਆਉਂਦਾ ਹੈ ਪੱਖ ਪਖੈ ਪੱਖ ਤਜ ਛੋਡੈ ਅੰਧ ਗੁਰੂ ਜਿਨ ਕੇਰਾ, ਵੀ ਮਾਸ ਛੋੜ ਬੈਸ ਨੱਕ ਪਕੜੇ, ਮਾਸ ਛੱਡ ਗਿਆ ਨੱਕ ਫੜ ਕੇ ਬਹਿ ਗਿਆ, ਰਾਤੀ ਮਾਨਸ ਖਾਣੇ। ਰਾਤ ਨੂੰ ਮਨੁੱਖ ਖਾਨਾ ਏ, ਲੁੱਟ ਕੇ ਖਾ ਜਾਣਾ ਏ। ਜਿਨ੍ਹਾਂ ਦੀ ਸਟੇਜ ਤੋਂ ਤੁਸੀਂ ਬੋਲਣ ਡਿਆ ਜੇ ਲੁੱਟ ਕੇ ਖਾ ਗਏ ਕੌਮ ਨੂੰ, ਇਹ ਚਿੱਟੀਆਂ ਸਿਉਂਕਾਂ। ਇਹਨਾਂ ਨੂੰ ਸਮਝਾਓ ਵੀ ਮਾਸ ਛੋੜ ਬੈਸ ਨੱਕ ਪਕੜੇ, ਵੀ ਮਾਸ ਤੇ ਜਿਹੜਾ ਸੀ ਭਖਿਆ ਜਾ ਸਕਦਾ ਸੀ, ਭੋਜਨ ਸੀ, ਉਹ ਛੱਡ ਕੇ ਨੱਕ ਫੜ ਕੇ ਬਹਿ ਗਏ, ਰਾਤੀ ਮਾਨਸ ਖਾਣੇ। ਪਰ ਮਨੁੱਖਾਂ ਨੂੰ ਖਾ ਗਏ। ਖਾ ਗਿਆ ਮਾਨਸੋਂ ਭੇਵੇ ਵਾਲਾ, ਖਾ ਗਿਆ ਬੀਬੀਆਂ ਦੀਆਂ ਪੱਤਾਂ, ਖਾ ਗਿਆ ਧਨਵੰਤ ਦਾਸ, ਖਾ ਗਿਆ ਪੱਤਾਂ। ਇਹਨਾਂ ਤਖਤਾਂ ਦੇ ਉੱਤੋਂ ਆਜ਼ਾਦ ਕਰਵਾਏ। ਕਿਹੜੇ ਭਖ ਭਖਣ ਦੀ ਗੱਲ ਕਰ ਰਹੇ ਜੇ? ਸਾਰਾ ਸ਼ਬਦ ਦੇ ਪ੍ਰਕਰਨ ਪੜੋਗੇ ਤੇ ਤੁਹਾਨੂੰ ਨੁਕਤਾ ਕਲੀਅਰ ਹੋਏਗਾ। ਦੋ ਤੁਕਾਂ ਲੈ ਕੇ ਕਿਉਂ ਗੁੰਮਰਾਹ ਕਰ ਰਹੇ ਜੇ ਲੋਕਾਂ ਨੂੰ? ਆ ਪੱਖ ਭਖੈ ਪੱਖ ਤਜ ਛੋਡੈ, ਵੀ ਜਿਹੜਾ ਪੱਖ ਸੀ ਭਖਿਆ ਜਾ ਸਕਦਾ ਸੀ ਉਹ ਤੂੰ ਛੱਡ ਦਿੱਤਾ, ਨੱਕ ਫੜ ਕੇ ਬਹਿ ਗਿਆ, ਮਾਸ ਛੋੜ ਬੈਸ ਨੱਕ ਪਕੜੈ, ਫੜ ਕੇ ਬਹਿ ਗਿਆ ਨੱਕ, ਮਾਨਸ ਖਾਣੇ। ਪੱਖ ਖਾ ਗਿਆ, ਮਨੁੱਖ ਖਾ ਗਿਆ, ਜਿਹੜਾ ਭਖਿਆ ਨਹੀਂ ਜਾਣਾ ਚਾਹੀਦਾ, ਜਿਹੜਾ ਭਖਿਆ ਜਾਣ ਵਾਲੀ ਚੀਜ਼ ਨਹੀਂ ਸੀ। ਸਾਰਾ ਸ਼ਬਦ ਦਾ ਪ੍ਰਕਰਨ ਦੇਖੋ। ਜਿਸ ਸ਼ਬਦ ਦੇ ਵਿੱਚੋਂ ਆ ਦੋ ਤੁਕਾਂ ਚੁੱਕ ਕੇ ਤੁਸੀਂ ਮਾਸ ਦਾ ਵਿਰੋਧ ਕਰ ਦਿੱਤਾ, ਉੱਥੇ ਗੁਰੂ ਸਾਹਿਬਾਨ ਨੇ ਮਾਸ ਮਾਸ ਕਰ ਮੂਰਖ ਝਗੜੈ, ਗਿਆਨ ਧਿਆਨ ਨਹੀਂ ਜਾਣੈ, ਕੌਣ ਮਾਸ ਕੌਣ ਸਾਗ ਕਹਾਵੇ। ਉੱਥੇ ਮਾਸ ਦੇ ਸੰਬੰਧ ਵਿੱਚ ਸਪਸ਼ਟਤਾ ਪ੍ਰਗਟ ਕੀਤੀ ਹੈ ਗੁਰੂ ਸਾਹਿਬਾਨ ਨੇ। ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੈ ਪਾਪ ਸਮਾਨੈ। ਕਿਸ ਮਾਸ ਤੇ ਕਿਸ ਸਾਗ ਦੀ ਗੱਲ ਕਰਦਾ? ਜਦੋਂ ਪਾਪ ਪੁੰਨ ਦੀ ਗੱਲ ਤੁਰ ਪਈ, ਕਿਸ ਮਾਸ ਤੇ ਕਿਸ ਸਾਗ ਦੀ ਗੱਲ ਕਰਦਾ ਭਾਈ? ਜਿੰਨਾ ਕੁੱਕੜ ਦੀ ਧੌਣ ਮਰੋੜਨ ਦੇ ਵਿੱਚ ਜਾਂ ਬੱਕਰੇ ਨੂੰ ਝਟਕਾਉਣ ਦੇ ਵਿੱਚ ਪਾਪ ਹੈ ਨਾ, ਓਨਾ ਹੀ ਆਲੂ ਨੂੰ ਫੇਨ ਦੇ ਵਿੱਚ ਵੀ ਹੈ, ਓਨਾ ਹੀ ਟਮਾਟਰਾਂ ਦੀ ਲਾਲੀ ਲੁੱਟਣ ਚ ਵੀ ਹੈ, ਓਨਾ ਹੀ ਗਾਜਰਾਂ ਦੇ ਬੰਦ-ਬੰਦ ਕੱਟਣ ਵਿੱਚ ਵੀ ਹੈ। ਮੈਂ ਨਹੀਂ ਕਹਿੰਦਾ ਪਾਤੀ ਤੋਰੇ ਮੱਲ ਨੀ, ਪਾਤੀ ਪਾਤੀ ਜੀਓ। ਕੌਣ ਮਾਸ ਕੌਣ ਸਾਗ ਕਹਾਵੇ। ਧਰਮ ਦੀ ਅੱਖ ਨਾਲ ਦੇਖੋ, ਕੀ ਤੁਹਾਨੂੰ ਟਮਾਟਰਾਂ ਤੇ ਦਇਆ ਨਹੀਂ ਆਉਂਦੀ? ਟਮਾਟਰ ਵੱਡ ਵੱਡ ਕੇ ਖਾਣ ਵਾਲੇ, ਮਾਸ ਛੋੜ ਬੈਸ ਨੱਕ ਪਕੜੇ, ਰਾਤੀ ਮਾਨਸ ਖਾਣੇ। ਅੱਗੇ ਵਧੀਏ। ਅੱਜ ਦੇਖ ਰਹੇ ਹਾਂ ਕਿ ਸਾਡੇ ਇਸ ਮਾਹੌਲ ਦੇ ਵਿੱਚ ਕੁਝ ਨਵੇਂ ਪ੍ਰਚਾਰਕ ਜਿਹੜੇ ਬੜਾ ਜ਼ੋਰ ਦੇ ਕੇ ਪ੍ਰੇਰਦੇ ਪਏ ਨੇ ਕਿ ਮਾਸ ਖਾਇਆ ਕਰੋ, ਝਟਕਾ ਕਰਕੇ ਛਕਿਆ ਕਰੋ। ਵੇਖੋ ਮੈਂ ਦੁਬਾਰਾ ਗੱਲ ਕਹਿ ਰਿਹਾ,
ਈਵਨ ਅਸੀਂ ਖੁੱਲ੍ਹ ਕੇ ਬੋਲਦੇ ਹਾਂ। ਇਸ ਪ੍ਰੋਗਰਾਮ ਮਾਸ ਦੇ ਸੰਬੰਧੀ ਅਸੀਂ ਪਿਛਲੇ 4 ਹਫ਼ਤਿਆਂ ਤੋਂ ਚੌਥੀ ਲੜੀ ਆਏ ਖੁੱਲ੍ਹ ਕੇ ਗੱਲਬਾਤ ਕਰ ਰਹੇ ਹਾਂ, ਪਰ ਇਹਨਾਂ ਪ੍ਰੋਗਰਾਮਾਂ ਦੇ ਦੌਰਾਨ ਵੀ ਸਾਡੇ ਵਿੱਚੋਂ ਕਿਸੇ ਨੇ ਨਹੀਂ ਕਿਹਾ ਵੀ ਮਾਸ ਖਾਇਆ ਕਰੋ, ਮਾਸ ਖਾਇਆ ਕਰੋ, ਕਿਉਂਕਿ ਸਾਡਾ ਵਿਸ਼ਾ ਹੀ ਨਹੀਂ ਤੁਹਾਨੂੰ ਖਵਾਉਂਦਾ। ਨਾ ਹੀ ਕਿਸੇ ਪ੍ਰਚਾਰਕ ਨੇ ਕਿਹਾ ਹੈ। ਕਿਸ ਪ੍ਰਚਾਰਕ ਦੀ ਗੱਲ ਕਰਦੇ ਨੇ? ਪ੍ਰੋਫੈਸਰ ਦਰਸ਼ਨ ਸਿੰਘ ਦੀ ਗੱਲ ਕਰ ਲਓ, ਕਦੀ ਤੁਸੀਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਮੂੰਹ ਚੋਂ ਸੁਣਿਆ ਹੋਵੇ। ਪੰਥਪ੍ਰੀਤ ਸਿੰਘ ਦੀ ਗੱਲ ਕਰ ਲਓ, ਕਦੀ ਪੰਥਪ੍ਰੀਤ ਸਿੰਘ ਨੇ ਕਿਹਾ ਹੋਵੇ ਭਾਈ ਮਾਸ ਖਾਇਆ ਕਰੋ। ਹਾਂ, ਪ੍ਰਚਾਰਕ ਦਾ ਇਹ ਫਰਜ਼ ਹੈ। ਇੱਕ ਗੱਲ ਕਹਿਣਾ ਜ਼ਰੂਰ ਫਰਜ਼ ਹੈ ਵੀ ਮਾਸ ਦਾ ਸੱਜਣੋ ਝਗੜਾ ਕੋਈ ਨਹੀਂ, ਖਾਣਾ ਨਹੀਂ ਖਾਣਾ ਤੁਹਾਡੀ ਆਪਣੀ ਮਰਜ਼ੀ ਹੈ। ਪ੍ਰਚਾਰਕ ਇਹ ਕਵੇ ਵੀ ਦਾਲ ਖਾਇਆ ਕਰੋ, ਇਹ ਵੀ ਗਲਤ। ਪ੍ਰਚਾਰਕ ਇਹ ਕਵੇ ਵੀ ਕੜੀ ਖਾਇਆ ਕਰੋ, ਇਹ ਵੀ ਗਲਤ ਹੈ। ਪ੍ਰਚਾਰਕ ਇਹ ਕਵੇ ਆਲੂ ਖਾਇਆ ਕਰੋ, ਗਾਜਰਾਂ ਖਾਇਆ ਕਰੋ, ਇਹ ਵੀ ਗਲਤ ਹੈ। ਕਾਰਨ ਕਿਉਂਕਿ ਪ੍ਰਚਾਰਕ ਦਾ ਵਿਸ਼ਾ ਹੀ ਨਹੀਂ, ਇਹ ਡਾਈਟੀਸ਼ੀਅਨ ਦਾ ਵਿਸ਼ਾ ਹੈ, ਇਹ ਤੁਹਾਡੇ ਡਾਕਟਰ ਦਾ ਵਿਸ਼ਾ ਹੈ। ਉਹ ਤੁਹਾਨੂੰ ਦੱਸ ਸਕਦਾ ਵੀ ਤੁਹਾਨੂੰ ਰੈੱਡ ਮੀਟ ਦੀ ਲੋੜ ਹੈ ਕਿ ਨਹੀਂ ਲੋੜ ਹੈ, ਕਿ ਤੁਹਾਡੇ ਬਾਡੀ ਵਰਕ ਮੁਤਾਬਕ ਤੁਹਾਨੂੰ ਮਾਸ ਦੀ ਲੋੜ ਹੈ ਜਾਂ ਨਹੀਂ ਹੈ। ਜੇ ਕੋਈ ਪ੍ਰਚਾਰਕ ਇਹ ਕਵੇ ਉਹ ਕੁਫਰ ਤੋਲ ਰਿਹਾ ਵੀ ਮਾਸ ਖਾਇਆ ਕਰੋ, ਤੇ ਜੇ ਕੋਈ ਪ੍ਰਚਾਰਕ ਇਹ ਕਵੇ ਵੀ ਨਾ ਖਾਇਆ ਕਰੋ, ਉਹ ਵੀ ਬਰਾਬਰ ਦਾ ਕੁਫਰ ਹੈ। ਹੋ ਸਕਦਾ ਹੈ ਜਿਹਨੂੰ ਤੁਸੀਂ ਨਾ ਖਾਇਆ ਕਰੋ ਕਹਿੰਦੇ ਜੇ ਉਹਦੀ ਲੋੜ ਹੋਵੇ, ਜਿੰਨਾ ਖਾਇਆ ਕਰੋ ਕਹਿਣਾ ਕੁਫਰ ਹੈ, ਉਨਾ ਹੀ ਨਾ ਖਾਇਆ ਕਰੋ ਕਹਿਣਾ ਕੁਫਰ ਹੈ। ਇਸ ਕਰਕੇ ਇਹ ਗੱਲ ਮੈਂ ਨਹੀਂ ਅੱਜ ਤੱਕ ਕਿਸੇ ਪ੍ਰਚਾਰਕ ਦੇ ਮੂੰਹ ਚੋਂ ਸੁਣੀ ਵੀ ਮਾਸ ਖਾਇਆ ਕਰੋ, ਜ਼ਰੂਰ ਖਾਇਆ ਕਰੋ। ਹਾਂ, ਅਸੀਂ ਇਹ ਗੱਲ ਜ਼ਰੂਰ ਕਹਿੰਦੇ ਆ ਵੀ ਐਲਾਨ ਕਰ ਦੋ ਵੀ ਸਿੱਖ ਕੌਮ ਦਾ ਮਾਸ ਦਾ ਕੋਈ ਝਗੜਾ ਨਹੀਂ। ਸਿੱਖ ਸੂਰ ਵੀ ਖਾ ਸਕਦੀ ਹੈ ਤੇ ਗਾਂ ਵੀ ਖਾ ਸਕਦੀ ਹੈ। ਬਾਕੀ ਨਿੱਜੀ ਤੌਰ ਤੇ ਆ ਗਿਆ ਵੀ ਕਿੰਨੇ ਕੀ ਖਾਣਾ ਕਿੰਨੇ ਨਹੀਂ ਖਾਣਾ, ਪਰ ਕੌਮੀ ਤੌਰ ਤੇ ਅਸੀਂ ਆਜ਼ਾਦ ਹਾਂ। ਅਸੀਂ ਗਾਂ ਵੀ ਖਾ ਸਕਦੇ ਹਾਂ, ਅਸੀਂ ਸੂਰ ਵੀ ਖਾ ਸਕਦੇ ਹਾਂ। ਇੰਨੀ ਗੱਲ ਕਹਿਣ ਦੀ ਦੇਰੀ ਹੈ। ਤੁਹਾਨੂੰ ਮੋਹਨ ਭਾਗਵਤ ਇਹ ਨਹੀਂ ਕਹੇਗਾ ਵੀ ਗਾਂ ਖਾਣ ਵਾਲੇ ਸਾਡੇ ਛੋਟੇ ਭਾਈ ਹਿੰਦੂ ਨੇ, 9 ਮਾਸ ਦਾ ਰਿਸ਼ਤਾ ਹੈ, ਤੁਸੀਂ 9 ਕੱਢ ਲਿਆਉਣੇ ਉਹਦੇ। ਐਲਾਨ ਹੋਣਾ ਤੁਹਾਡਾ ਜ਼ਰੂਰੀ ਹੈ, ਸਪਸ਼ਟ ਹੋਣਾ ਤੁਹਾਡਾ ਜ਼ਰੂਰੀ ਹੈ। ਖਾਣਾ ਨਹੀਂ ਖਾਣਾ ਤੁਹਾਡਾ ਆਪਣਾ ਨਿੱਜੀ ਵਿਸ਼ਾ ਹੈ, ਪਰਸਨਲ ਵਿਸ਼ਾ ਹੈ। ਮੈਂ ਕੌਣ ਹੋਣਾ ਤੁਹਾਨੂੰ ਕਹਿ ਕੇ ਮਾਸ ਖਵਾਉਣ ਵਾਲਾ, ਕਿਉਂਕਿ ਗੁਰਮਤ ਦਾ ਵਿਸ਼ਾ ਹੀ ਨਹੀਂ। ਜਦੋਂ ਸਾਡੇ ਗੁਰੂ ਨੇ ਨਹੀਂ ਕਿਹਾ ਕੀ ਖਾਣਾ ਕੀ ਨਹੀਂ ਖਾਣਾ, ਕੇਵਲ ਜੋ ਖਾਣਾ ਹੈ ਉਹਨੂੰ ਬੈਲੈਂਸ ਰੂਪ ਚ ਖਾਣਾ ਹੈ। ਇਹ ਸਬੰਧ ਤੇ ਇਹਦੇ ਨਾਲ ਤੇ ਸਾਡਾ ਸਬੰਧ ਹੈ। ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਇਹਦੇ ਨਾਲ ਤਾਂ ਸਾਡਾ ਸਬੰਧ ਹੈ, ਪਰ ਕੀ ਖਾਣਾ ਹੈ ਇਹਦੇ ਨਾਲ ਸਾਡਾ ਸਬੰਧ ਨਹੀਂ ਹੈ। ਅੱਗੇ ਵਧੀਏ। ਪਰ ਜਦੋਂ ਅਸੀਂ ਜੀਵਨ ਵਾਲੇ ਮਹਾਂਪੁਰਖਾਂ ਨੂੰ ਦੇਖਦੇ ਹਾਂ, ਜਿਨ੍ਹਾਂ ਨੇ ਕੋਈ ਕਮਾਈ ਕੀਤੀ, ਜਿਨ੍ਹਾਂ ਨੇ ਸਾਧਨਾ ਕੀਤੀ, ਉਹ ਮਾਸ ਦੇ ਨੇੜੇ ਨਹੀਂ ਗਏ। ਜਹੇਦਾਰ ਰਣਜੀਤ ਸਿੰਘ ਜੀ, ਇਹ ਵੀ ਦੱਸ ਦਿਓ ਵੀ ਉਹ ਸਾਧਨਾ ਕਿਹੜੀ ਹੈ, ਉਹ ਕਿਹਨੂੰ ਸਾਧਨਾ ਕਹਿੰਦੇ ਜੇ ਤੁਸੀਂ? ਕੀ ਤੁਹਾਨੂੰ ਜੱਸਾ ਸਿੰਘ ਰਾਮਗੜੀਆ ਦੀ, ਜੱਸਾ ਸਿੰਘ ਆਹਲੂਵਾਲੀਆ ਦੀ, ਇਹਨਾਂ ਸਰਦਾਰਾਂ ਦੀ ਸਾਧਨਾ ਨਹੀਂ ਦਿਖਦੀ? ਅੱਗੇ ਜਾ ਕੇ ਆਪਾਂ ਵਿਸ਼ੇ ਕੰਪਲੀਟ ਕਰਨੇ ਆ। ਕੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੀ, ਉਹਨਾਂ ਲਾਲਾਂ ਦੀ, ਉਹਨਾਂ ਸਿੰਘਾਂ ਦੀ ਜਿਨ੍ਹਾਂ ਜਾ ਕੇ ਬੈਰਾਗੀ ਦੇ ਡੇਰੇ 'ਚ ਝਟਕਾ ਕੇ ਬੱਕਰੇ ਵੱਢ ਕੇ ਖਾਧੇ ਉੱਥੇ, ਕੀ ਉਹ ਸਾਧਨਾਹੀਨ ਸਨ? ਕਿੰਨਾ ਮਹਾਂਪੁਰਖਾਂ ਦੀ ਸਾਧਨਾ ਦੀ, ਜਿਨ੍ਹਾਂ ਦੀਆਂ ਲੈਟਰੀਨਾਂ ਭੋਰਿਆਂ 'ਚ ਪਈਆਂ ਨੇ ਜਾਂ ਜਿਨ੍ਹਾਂ ਦੀਆਂ ਜੁੱਤੀਆਂ ਪਈਆਂ ਨੇ ਭੋਰਿਆਂ ਦੇ ਵਿੱਚ, ਉਹਨਾਂ ਦੀ ਸਾਧਨਾ ਦੀ ਗੱਲ ਕਰ ਰਹੇ ਜੇ। ਕਿਹੜੀ ਸਾਧਨਾ ਹੈ ਜਿਹੜੀ ਨਿਜ ਤੱਕ ਹੀ ਖੜੀ ਹੈ? ਕੀ ਇਨਕਲਾਬ ਲਿਆਂਦਾ ਉਹਨਾਂ ਨੇ? ਕਿਹੜੀ ਇਨਕਲਾਬੀ ਅਪਰੋਚ ਸੀ ਉਹਨਾਂ ਦੀ? 84 ਦੇ ਦੌਰਾਨ ਛੈਣੇ ਖੜਕਦੇ ਸਨ। ਤੁਸੀਂ ਤੇ ਉਹ ਸਮਾਂ ਦੇਖਿਆ ਏ। ਇਹ ਦੱਸੋ ਕਿਹੜੇ ਜਿਹੜੇ ਆ ਚਿੱਟੇ ਕੱਪੜਿਆਂ ਵਾਲੇ ਕਿੰਨੇ ਕੁ ਸ਼ਹੀਦ ਹੋਏ ਨੇ ਤੁਹਾਡੇ? ਆਮ ਗੁਰਸਿੱਖ ਉੱਠੇ ਨੇ ਤੁਹਾਡੇ ਵਰਗੇ। ਅਸੀਂ ਤੁਹਾਡੇ ਉਸ ਕੰਮ ਦੀ ਕਦਰ ਕਰਦੇ ਹਾਂ ਜਿਹੜਾ ਤੁਸੀਂ ਕੀਤਾ ਹੈ, ਪਰ ਜਿਹੜਾ ਵਿਸ਼ਾ ਤੁਹਾਡਾ ਨਹੀਂ ਹੈ ਜਹੇਦਾਰ ਸਾਹਿਬ, ਉਹਨੂੰ ਨਾ ਛੇੜਿਆ ਕਰੋ, ਨਾ ਗੁਰਮਤ ਦੇ, ਗੁਰਬਾਣੀ ਦੇ ਅਨਰਥ ਕਰਿਆ ਕਰੋ। ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਸਟੱਡੀ ਕਰੀਏ ਤੇ ਉੱਥੋਂ ਵੀ ਸਾਨੂੰ ਇਹੀ ਉਪਦੇਸ਼ ਮਿਲਦਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਮਨਾ ਕਰਦੇ ਨੇ ਗੁਰੂ ਸਾਹਿਬ ਇੱਕ ਕਾਜੀ ਨੂੰ ਜਿਹੜਾ ਮੁਰਗੀ ਨੂੰ ਹਲਾਲ ਕਰਦਾ ਤੇ ਉਹਦਾ ਜਾਮਾ ਤੜਫਦੀ ਮੁਰਗੀ ਦੇ ਲਹੂ ਨਾਲ ਲਿਪੜ ਜਾਂਦਾ ਤੇ ਉਹ ਪਲੀਤ ਕਰਕੇ ਲਾਉਂਦਾ। ਜਿਹੜੀ ਪੰਕਤੀ ਗੁਰੂ ਨਾਨਕ ਸਾਹਿਬ ਦੀ ਜਹੇਦਾਰ ਰਣਜੀਤ ਸਿੰਘ ਉਹਨਾਂ ਨੇ ਵਰਤੀ, ਉਹ ਤੇ ਆਪਾਂ ਪਹਿਲਾਂ ਹੀ ਦੇਖ ਚੁੱਕੇ ਹਾਂ ਵੀ ਹੋਰ ਖਾਣਾ, ਹੋਰ ਸੌਣਾ, ਹੋਰ ਚੜ੍ਹਨਾ, ਇਹ ਕਿਸ ਸੰਕਲਪ 'ਚ ਗੱਲਬਾਤ ਆ ਰਹੀ ਹੈ ਸਾਰੀ। ਵੀ ਇਹਦਾ ਅਰਥ 2 ਹੀ ਨਿਕਲਦੇ ਨੇ। ਹੋਰ ਮਤਲਬ ਲੋੜੋਂ ਵੱਧ, ਹੋਰ ਓਵਰ, ਹੋਰ ਮਤਲਬ ਅਨਸੂਟੇਬਲ, ਜਿਹੜੀ ਚੀਜ਼ ਤੁਹਾਡੇ ਵਾਸਤੇ ਨਹੀਂ ਬਣੀ, ਵਕਾਰੀ ਬਣਾ ਦੇਗੀ ਤੁਹਾਨੂੰ। ਹੁਣ ਅੱਗੇ ਵਧੀਏ। ਜਿਹੜੀ ਅਗਲੀ ਗੱਲ ਇਹਨਾਂ ਨੇ, ਅਗਲਾ ਨੁਕਤਾ ਉਠਾਇਆ ਹੈ, ਕਾਜ਼ੀ ਇੱਕ ਜਿਹੜਾ ਸੀ ਉਹਦਾ ਜਾਮਾ ਪਲੀਤ ਹੋ ਗਿਆ। ਇਹ ਸਾਖੀ ਕਿੱਥੋਂ ਆਈ? ਪਹਿਲਾਂ ਤੇ ਵੇਖੋ ਕਿ ਇਹ ਕੀ ਸਰੋਤ ਹੈ। ਇਹ ਮੈਨੂੰ ਜੋ ਇਹਦਾ ਸਰੋਤ ਲੱਭਾ ਏ ਉਹ ਹੈ ਗੁਰਬਚਨ ਸਿੰਘ ਭਿੰਡਰਾਂ ਵਾਲੇ ਜਿਹੜੇ ਗੁਰਮਤ ਮਾਰਤੰਡ, ਉਹ ਗੁਰਮਤ ਰਹਿਤ ਮਰਿਆਦਾ ਦੇ ਵਿੱਚ ਇਸ ਸਾਖੀ ਦਾ ਜ਼ਿਕਰ ਕਰਦੇ ਨੇ। ਜਾਮਾ ਪਲੀਤ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਨੇ ਜਾਂ ਗੁਰੂ ਸਾਹਿਬਾਨ ਨੇ ਸਵਾਲੀਆ ਚਿੰਨ੍ਹ ਲਾ ਦਿੱਤਾ ਉਹਦੇ ਤੇ ਆਹ ਸ਼ਬਦ ਉਚਾਰਿਆ। ਸ਼ਬਦਾਂ ਨੂੰ ਇਨਸੀਡੈਂਟਲ ਕਰ
ਕਰ ਦਿੱਤਾ ਸੀ ਵੀ ਕਿਸੇ ਇਨਸੀਡੈਂਟ ਚੋਂ ਪੈਦਾ ਹੋਏ ਨੇ, ਸਿਧਾਂਤ ਨਹੀਂ ਹੈ। ਪਰ ਜਦੋਂ ਤੁਸੀਂ ਸ਼ਬਦ ਪੜ੍ਹਦੇ ਜੇ ਪੂਰਾ, ਤੁਹਾਨੂੰ ਨੁਕਤਾ ਸਮਝ ਆ ਜਾਂਦਾ ਵੀ ਜੇ ਰਤ ਲੱਗੈ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਉ ਨਿਰਮਲ ਚੀਤ, ਨਾਨਕ ਨਾਉ ਖੁਦਾਏ ਕਾ ਦਿਲ ਹੱਸ਼ੇ ਮੁਖ ਲੈ, ਅਵਰ ਦਵਾਜੇ ਦੁਨੀ ਕੇ ਝੂਠੇ ਅਮਲ ਕਰੇ। ਵਾਹ, ਸ਼ਬਦ ਨੂੰ ਖੋਲੀਏ ਤੇ ਨੁਕਤਾ ਕਲੀਅਰ ਹੋ ਜਾਂਦਾ ਵੀ ਸ਼ਬਦ ਕਹਿਣਾ ਕੀ ਚਾਹੁੰਦਾ ਹੈ। ਵੀ ਜੇ ਰਤ ਲੱਗੈ ਕੱਪੜੇ, ਵੀ ਜੇ ਕੱਪੜਿਆਂ ਨੂੰ ਰਤ ਲੱਗ ਜਾਵੇ, ਐਗਜ਼ਾਮਪਲ ਦੇ ਤੌਰ ਤੇ ਵੀ ਜੇ ਮੰਨ ਲਓ ਦਾਗ ਲੱਗ ਜਾਵੇ, ਰਤ ਲੱਗ ਜਾਵੇ, ਦਾਗ ਲੱਗ ਜਾਵੇ, ਲਹੂ ਦਾ ਦਾਗ ਲੱਗ ਜਾਵੇ ਤੇ ਜਾਮਾ ਪਲੀਤ ਹੋ ਜਾਂਦਾ ਹੈ। ਇਸਲਾਮੀ ਮਤ ਅਨੁਸਾਰ ਪਲੀਤ ਜਾਮਾ ਪਾ ਕੇ ਜਾਣਾ ਮਸਜਿਦ ਦੇ ਵਿੱਚ ਮਨਾ ਹੈ। ਜੇ ਜਾਮਾ ਪਲੀਤ ਹੋਵੇ ਤੇ ਬਦਲਣਾ ਪੈਂਦਾ ਹੈ, ਬਦਲ ਕੇ ਦੁਬਾਰਾ ਧੋ ਕੇ ਜਾਣਾ ਪੈਂਦਾ। ਜਿਵੇਂ ਨਾਨਕਸਰੀਏ ਬਾਬੇ ਕਰਦੇ ਨੇ, ਨਹਾਈ ਜਾਓ ਬਾਰ-ਬਾਰ, ਪਿਸ਼ਾਬ ਕਰਨ ਤੋਂ ਬਾਅਦ ਨਹਾ ਲਓ, ਪਿਸ਼ਾਬ ਕਰਨ ਤੋਂ ਬਾਅਦ ਨਹਾ ਲਓ। ਜੇ ਰਤ ਲੱਗੈ ਕੱਪੜੇ ਜਾਮਾ ਹੋਏ ਪਲੀਤ, ਤੂੰ ਮਸੀਤੇ ਜਾਣ ਲੱਗਾ, ਮਾੜਾ ਜਿਹਾ ਲਹੂ ਤੇਰੇ ਜਾਮੇ ਨਾਲ ਕੀ ਲੱਗ ਗਿਆ ਤੇ ਉਹ ਪਲੀਤ ਹੋ ਗਿਆ। ਪਰ ਜਿਹੜਾ ਤੂੰ ਮਨੁੱਖਾਂ ਦਾ ਖੂਨ ਪੀਣਾ, ਇੱਥੇ ਜੇ ਰਤ ਪੀਵੈ ਮਾਨਸਾ ਏ, ਇਹ ਨਹੀਂ ਆਇਆ ਜੇ ਰਤ ਪੀਵੈ ਕੁੱਕੜਾਂ, ਜੇ ਰਤ ਪੀਵੇ ਬੱਕਰੇ, ਜੇ ਰਤ ਪੀਵੇ ਗਾਵਾਂ, ਇਹ ਨਹੀਂ ਆਇਆ, ਇਹ ਨਹੀਂ ਆਇਆ ਜੇ ਰਤ ਪੀਵੇ ਮਾਨਸਾ ਤਿਨ ਕੋ ਨਿਰਮਲ ਚੀਤ। ਵੀ ਉਹਦਾ ਨਿਰਮਲ ਕਿਵੇਂ ਹੋ ਜਾਏਗਾ ਚੀਤ ਭਾਈ? ਉਹਦਾ ਚਿੱਤ ਮਲ ਰਹਿਤ ਕਿਵੇਂ? ਨਿਰਮਲ ਮਤਲਬ ਮਲ ਰਹਿਤ, ਮਲ ਤੋਂ ਰਹਿਤ ਕਿਵੇਂ ਹੋਏਗਾ ਜਿਹੜਾ ਮਨੁੱਖਾਂ ਦਾ ਖੂਨ ਪੀਂਦਾ ਏ? ਕੱਪੜੇ ਤੇ ਖੂਨ ਲੱਗਾ ਤੇ ਮਸੀਤ 'ਚ ਐਂਟਰੀ ਨਹੀਂ ਤੇ ਫਿਰ ਬਹਿਸ਼ਤ ਦੇ ਵਿੱਚ ਲੋਕਾਂ ਦਾ ਖੂਨ ਪੀਣ ਵਾਲਿਆ ਤੈਨੂੰ ਐਂਟਰੀ ਕਿਵੇਂ ਮਿਲ ਜਾਏਗੀ? ਇਹ ਸਿਧਾਂਤ ਕੇਵਲ ਦ੍ਰਿਸ਼ਟਾਂਤ ਹੈ। ਇਸਲਾਮਕ ਅਕੀਦੇ ਅਨੁਸਾਰ ਜਿਹੜਾ ਜਾਮਾ ਗੰਦਾ ਹੋਣ ਤੇ ਅੰਦਰ ਜਾਣ ਨੂੰ ਮਨਾਹੀ ਸੀ, ਉਹਨੂੰ ਮੁੱਖ ਰੱਖ ਕੇ ਹੁਣ ਬਾਣੀ ਦਾ ਸ਼ਬਦ ਹੈ, ਮੂਤ ਪਲੀਤੀ ਕੱਪੜ ਹੋਏ ਦੇ ਸਬੂਨ ਲਈਏ ਉਹ ਧੋਏ। ਹੁਣ ਮੂਤ ਪਲੀਤੀ ਕੱਪੜ, ਜੇ ਰਤ ਨਾਲ ਕੱਪੜਾ ਪਲੀਤ ਹੋਇਆ ਉਹਦਾ ਦ੍ਰਿਸ਼ਟਾਂਤ ਲਿਆ ਤੇ ਗੁਰੂ ਨਾਨਕ ਸਾਹਿਬ ਨੇ ਦ੍ਰਿਸ਼ਟਾਂਤ ਹੋਰ ਲਿਆ ਵੀ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਧੋਏ। ਕੀ ਇਹ ਸਾਰੀ ਸਿੱਖ ਕੌਮ ਜਦੋਂ ਜਾਂਦੀ ਹੈ ਬਾਥਰੂਮ 'ਚ ਪਿਸ਼ਾਬ ਕਰਨ, ਉਸ ਤੋਂ ਬਾਅਦ ਦੁਬਾਰਾ ਫੇਰ ਕੱਪੜੇ ਚੇਂਜ ਕਰਕੇ ਨਹਾ ਧੋ ਕੇ ਬਾਹਰ ਚ ਨਿਕਲਦੀ ਹੈ? ਮੂਤ ਪਲੀਤੀ ਕੱਪੜ ਹੋਏ, ਵੀ ਜੇ ਕੋਈ ਡ੍ਰੌਪ ਪਿਸ਼ਾਬ ਦਾ ਲੱਗ ਗਿਆ ਕੀ ਇਹ ਨਹਾ ਧੋ ਕੇ ਦੁਬਾਰਾ ਕੱਪੜੇ ਚੇਂਜ ਕਰਕੇ ਨਿਕਲਦੇ ਨੇ ਬਾਹਰ ਸਾਰੇ? ਦ੍ਰਿਸ਼ਟਾਂਤ ਨੇ ਵੀ ਜਦੋਂ ਕੋਈ ਕੱਪੜਾ ਪਲੀਤ ਹੋਵੇ ਉਹ ਤੇ ਧੁੱਪ ਗਿਆ, ਕਿਉਂਕਿ ਬਾਹਰੀ ਡਰਟੀਨੈਸ ਹੈ, ਉਹ ਪਲੀਤਪੁਣਾ ਬਹਿਰੂਨੀ ਹੈ, ਉਹ ਤੇ ਧੁੱਪ ਜਾਏਗਾ। ਪਰ ਜਿਹੜਾ ਅੰਦਰਲਾ ਪਲੀਤਪੁਣਾ ਹੈ ਨਾ, ਇਹ ਨਾਮ ਤੋਂ ਬਿਨਾਂ ਨਹੀਂ ਧੁੱਪਣਾ। ਮਸਲਾ ਅੰਦਰ ਦਾ ਸੀ। ਜਿਹੜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਦੀਆਂ ਥੱਲੀਆਂ ਦੋ ਤੁਕਾਂ ਪੜ ਲਓ, ਉਹਦੇ ਚੋਂ ਮਸਲਾ ਸਪਸ਼ਟ ਹੋ ਜਾਂਦਾ। ਨਾਨਕ ਨਾਉ ਖੁਦਾਏ ਕਾ ਦਿਲ ਹੱਸ਼ੇ ਮੁਖ ਲੈ, ਵੀ ਇਹ ਖੁਦਾ ਦਾ ਨਾਮ ਹੈ। ਪਵਿੱਤਰ ਦਿਲ, ਦਿਲ ਹੱਸ਼ੇ ਮੁਖ ਲੈ, ਪਵਿੱਤਰ ਦਿਲ ਨਾਲ ਬੰਦੇ ਖੋਜ ਦਿਲ ਹਰ ਰੋਜ਼, ਵੀ ਪਵਿੱਤਰ ਦਿਲ ਨਾਲ ਲੈ। ਇਹ ਨਹੀਂ ਵੀ ਜਾਮਾ ਬਦਲਣ ਨਾਲ ਮਸਲਾ ਹੱਲ ਹੋ ਗਿਆ ਕਿਉਂਕਿ ਤੂੰ ਮਨੁੱਖਾਂ ਦਾ ਖੂਨ ਪੀ ਰਿਹਾ ਹੈ। ਇੱਥੇ ਹੁਣ ਕਿੱਥੇ ਮਾਸ ਦੀ ਗੱਲ ਆ ਗਈ? ਮੈਨੂੰ ਤੇ ਮਾਸ ਦੀ ਗੱਲ ਲੱਭੀ ਨਹੀਂ। ਮਸਲਾ ਤੇ ਦਿਲ ਹੱਸ਼ੇ ਦਾ ਸੀ, ਮਸਲਾ ਤੇ ਇੱਕ ਪਖੰਡ ਨੂੰ ਖੰਡਨ ਕਰਨ ਦਾ ਸੀ। ਅੱਗੇ ਵਧੀਏ। ਸੁਲਤਾਨਪੁਰ ਦੀ ਸਾਖੀ ਹੈ ਤੋ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜੇ ਰਤ ਲੱਗੇ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉ ਨਿਰਮਲ ਚੀਤ। ਕਬੀਰ ਜੀ ਫਰਮਾਉਂਦੇ ਨੇ ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਣੀ, ਆਸ ਪਾਸ ਪੰਚ ਜੋਗੀਆ ਬੈਠੇ बीच नकट दे रानी, नकटी को ठनगन बा डाडू। एक पतीले ਹਾਂਜੀ, ਅਗਲਾ ਸ਼ਬਦ ਜੋ ਭਾਈ ਰਣਜੀਤ ਸਿੰਘ ਉਹਨਾਂ ਨੇ ਵਰਤਿਆ ਹੈ, ਇਕਤ ਪੱਤਰ ਭਰ ਉਰਕਟ ਕਰਕਟ, ਇਕਤ ਪੱਤਰ ਭਰ ਪਾਨੀ, ਆਸ ਪਾਸ ਪੰਚ ਜੋਗੀਆ ਬੈਠੇ, बीच नकट दे रानी, नकटी को ठनगन बा डाडू। ਕਿਨਹਿ ਬਵੇਕ ਕਾਟੀ ਤੂੰ, ਰਹਾਓ। ਇਹਨੂੰ ਪੜੋ, ਨਕਟੀ ਕੋ ਠਨਗਨ ਬਾਡਾ ਡੂ, ਕਿਨਹਿ ਬਵੇਕ ਕਾਟੀ ਤੂੰ। ਇਹਨੂੰ ਪੜੋ, ਰਹਾਓ ਵਾਲੀਆਂ ਤੁਕਾਂ ਨੇ। ਨਕਟੀ ਕੀ ਹੁੰਦੀ ਹੈ? ਮਾਇਆ, ਨਿਲੱਜ ਮਾਇਆ, ਜਿਹਨੂੰ ਆ ਪ੍ਰੋਫੈਸਰ ਸਾਹਿਬ ਸਿੰਘ ਕਰਦੇ ਨੇ। ਕਹਿੰਦੇ ਵੀ ਇਸ ਮਾਇਆ ਦਾ ਵਾਜਾ ਠਨ ਠਨ ਵੱਜ ਰਿਹਾ। ਨਕਟੀ ਕੋ ਠਨਗਨ ਬਾਡਾ ਡੂ, ਵੀ ਠਨ ਠਨ ਵੱਜ ਰਿਹਾ ਹੈ। ਤੇ ਮਾਇਆ ਜਿਹੜੀ ਹੈ, ਨਕਟੀ ਜਿਹੜੀ ਹੈ, ਕਿਸੇ ਵਿਰਲੇ ਨੇ ਹੀ ਮਾਇਆ ਦੇ ਉੱਤੇ ਬਵੇਕ ਨਾਲ ਕਾਬੂ ਕੀਤਾ ਹੈ। ਕਿਨਹਿ ਬਵੇਕੀ ਕਾਟੀ ਤੂੰ, ਕਿਸੇ ਬਵੇਕੀ ਨੇ ਤੈਨੂੰ ਕੱਟਿਆ। ਕਹੋ ਕਬੀਰ ਮੈਂ ਸੋ ਗੁਰ ਪਾਇਓ ਜਾ ਕਾ ਨਾਮ ਬਵੇਕੋ। ਬਵੇਕ ਮਤਲਬ ਬਿਬ ਪਲੱਸ ਏਕ, ਦੁਬਦਾ ਚੋਂ ਪਰੇ ਲੈ ਕੇ ਜਾਣ ਵਾਲੀ ਬੁੱਧੀ। ਇਸ ਮਾਇਆ ਨੂੰ ਕੱਟਣਾ ਸੀ ਤੇ ਬਵੇਕ ਬੁੱਧ ਪੈਦਾ ਕਰਨੀ ਸੀ। ਅਸੀਂ ਕੀ ਕੀਤਾ? ਉਤਲੀਆਂ ਤੁਕਾਂ ਲੈ ਲਈਆਂ ਰਹਾਓ ਵਾਲੀ ਨੂੰ ਛੱਡ ਕੇ। ਰਹਾਓ ਕੇਂਦਰੀ ਭਾਵ ਹੈ। ਕਿਸੇ ਵੀ ਸ਼ਬਦ ਦਾ ਰਹਾਓ ਕੇਂਦਰੀ ਭਾਵ ਹੁੰਦਾ ਹੈ। ਜਦੋਂ ਤੁਸੀਂ ਅਰਥ ਕਰਨੇ ਆ, ਕੇਂਦਰੀ ਭਾਵ ਨੂੰ ਆਧਾਰ ਬਣਾ ਕੇ ਕਰਨਾ ਪਏਗਾ। ਕੇਂਦਰੀ ਭਾਵ ਨਕਟੀ ਕੋ ਠਨਗਨ ਬਾਡਾ ਡੂ, ਕਿਨਹਿ ਬਵੇਕੀ ਕਾਟੀ ਤੂੰ, ਰਹਾਓ। ਆ ਜਾਣ ਇਕਤ ਪੱਤਰ ਭਰ ਉਰਕਟ ਕਰਕਟ, ਇਕਤ ਪੱਤਰ ਭਰ ਪਾਨੀ, ਵੀ ਇੱਕ ਪੱਤਰ ਦੇ ਵਿੱਚ ਉਰਕਟ ਕਰਕਟ ਬਣਿਆ ਹੋਇਆ ਮਾਸ ਰੱਖ ਲਿਆ, ਇੱਕ ਚ ਪੱਤਰ ਦੇ ਵਿੱਚ ਪਾਣੀ ਭਰ ਲਿਆ, ਮਤਲਬ ਸ਼ਰਾਬ ਰੱਖ ਲਈ। ਹੁਣ ਇੱਥੇ ਜਿਹੜਾ ਨੁਕਤਾ ਸਾਂਝਾ ਕੀਤਾ ਜਾ ਰਿਹਾ, ਇਹਨੂੰ ਧਿਆਨ ਨਾਲ ਸੁਣੋ। ਮੈਂ ਅੱਗੇ ਵੀ ਕਹਿ ਚੁੱਕਾ ਵੀ ਜਦੋਂ ਕਿਸੇ ਭੋਜਨ ਦੀ, ਕਿਸੇ ਖੁਰਾਕ ਦੀ, ਕਿਸੇ ਵੀ ਖਾਣ ਵਾਲੀ ਦੀ ਚੀਜ਼ ਦੀ ਵਸਤੋਂ ਸ਼ਰਾਬ ਨਾਲ ਹੋ ਗਈ ਜਾਂ ਉਹਦੇ ਨਾਲ ਸ਼ੁਰੂ ਕਰ ਲਈ, ਉਹਨੇ ਸ਼ਰਾਬ ਦਾ ਰੂਪ ਲੈ ਜਾਣਾ। ਸ਼ਰਾਬ ਨੇ ਉਹਨੂੰ ਓਵਰਕਮ ਕਰ ਲੈਣਾ।
ਭਾਵੇਂ ਕੋਈ ਵੀ ਚੀਜ਼ ਹੈ। ਹੁਣ ਜੇ ਬਦਾਮ ਸ਼ਰਾਬੀ ਖਾਏਗਾ, ਉਹ ਬਦਾਮ ਸ਼ਰਾਬੀ ਅੰਦਰ ਜਾ ਕੇ ਉਹਨੂੰ ਖਾੜੇ ਦੇ ਵਿੱਚ ਖੜਾ ਨਹੀਂ ਕਰਨ ਲੱਗੇ, ਉਹਨੇ ਸਿਰਫ ਉਹਦੀ ਸ਼ਰਾਬ ਦੀ ਵਾਸ਼ਨਾ, ਨਸ਼ੇ ਦੀ ਵਾਸ਼ਨਾ ਨੂੰ ਉਹਨੂੰ ਸੰਤੁਸ਼ਟ ਕਰਨਾ ਹੈ, ਕਿਉਂਕਿ ਉਹ ਵਾਸ਼ਨਾ ਨੂੰ ਮੁੱਖ ਰੱਖ ਕੇ ਖਾ ਰਿਹਾ ਹੈ, ਸਰੀਰਕ ਲੋੜ ਨੂੰ ਮੁੱਖ ਰੱਖ ਕੇ ਨਹੀਂ ਖਾ ਰਿਹਾ, ਜਾਂ ਰੋਗੀ ਬਣਾ ਦੇਣਗੇ। ਜੇ ਉਹੋ ਹੀ ਬਦਾਮ ਭਲਵਾਨ ਖਾਏਗਾ, ਉਹਦੇ ਅੰਦਰ ਜ਼ੋਰ ਆਏਗਾ, ਉਹਦੇ ਅੰਦਰ ਪਾਵਰ ਆਏਗੀ, ਸਟਰੈਂਥ ਆਏਗੀ। ਹੁਣ ਮਾਸ ਜਿਹੜੀ ਕਿ ਇੱਕ ਆਹਾਰ ਸੀ, ਜੇ ਇਸ ਮਾਸ ਨੂੰ ਕਾਮਕ ਪ੍ਰਵਿਰਤੀ ਨੂੰ ਉਹਦੀ ਉਤੇਜਨਾ ਵਾਸਤੇ ਵਰਤਿਆ ਗਿਆ, ਸ਼ਰਾਬ ਤੇ ਮਾਸ ਪੀ ਲਿਆ ਤੇ ਵਾਸ਼ਨਾ ਨੂੰ ਮੁੱਖ ਰੱਖ ਕੇ ਵਰਤੀ, ਤੇ ਉਹ ਜ਼ਹਿਰ ਬਣ ਜਾਏਗੀ। ਮਾਸ ਵੀ ਜ਼ਹਿਰ ਬਣ ਜਾਏਗਾ, ਉਹ ਖੁਰਾਕ ਵੀ ਜ਼ਹਿਰ ਬਣ ਜਾਏਗੀ। ਮਸਲਾ ਵਰਤੋਂ ਦਾ ਹੈ। ਅੰਗੂਰ ਵਧੀਆ ਭੋਜਨ ਹੈ, ਅੰਗੂਰ ਗਲੂਕੋਜ਼ ਹੈ, ਬੰਦੇ ਦੀ ਗਲੂਕੋਜ਼ ਦੀ ਨੀਡ ਪੂਰੀ ਕਰਦੇ ਨੇ, ਵਾਟਰ ਦੀ ਨੀਡ ਪੂਰੀ ਕਰਦੇ ਨੇ। ਫਰੂਟ ਹੈ, ਬਿਮਾਰ ਬੰਦਿਆਂ ਨੂੰ, ਸੁੱਤਿਆਂ ਨੂੰ ਉਠਾਉਂਦੇ ਨੇ ਅੰਗੂਰ। ਪਰ ਜਦੋਂ ਇਹਨਾਂ ਅੰਗੂਰਾਂ ਨੂੰ ਅਸੀਂ ਦਾ ਰੂਪ ਬਦਲ ਦਿੰਨੇ ਆ, ਇਹਨਾਂ ਅੰਗੂਰਾਂ ਦੀ ਸ਼ਰਾਬ ਕੱਢ ਲੈਨੇ ਆ, ਉਹ ਮਾਰਦੇ ਨੇ। ਗੁੜ ਪਾਚਨ ਕਿਰਿਆ ਵਧਾਉਂਦਾ ਹੈ ਗੋੜੀ, ਪਰ ਜਦੋਂ ਅਸੀਂ ਗੁੜ ਦਾ ਰੂਪ ਬਦਲ ਦਿੱਤਾ, ਉਹਦੀ ਲਾਹਣ ਬਣਾ ਦਿੱਤੀ ਤੇ ਲਾਹਣ ਤੋਂ ਸ਼ਰਾਬ ਕੱਢੀ, ਉਹ ਵੀ ਮਾਰ ਦੇਗੀ। ਮਸਲਾ ਕੀ ਹੈ? ਮਸਲਾ ਤੁਹਾਡੀ ਵਰਤੋਂ ਦਾ ਹੈ ਵੀ ਤੁਸੀਂ ਕਿਸ ਲੋੜ ਨੂੰ ਮੁੱਖ ਰੱਖ ਕੇ ਕਿਸੇ ਭੋਜਨ ਨੂੰ ਵਰਤਿਆ। ਹੁਣ ਇੱਥੇ ਮਸਲਾ ਇਹ ਨਹੀਂ ਵੀ ਮਾਸ ਦਾ ਵਿਰੋਧ ਹੈ, ਮਸਲਾ ਉਸ ਨਜ਼ਰੀਏ ਦਾ ਵਾ, ਵਿਰੋਧ ਉਸ ਨਜ਼ਰੀਏ ਦਾ ਵਾ, ਕਿਸੇ ਚੀਜ਼ ਨੂੰ ਵਰਤਣਾ ਕਿੱਦਾਂ ਹੈ। ਇੱਕ ਪੱਤਰ ਭਰ ਉਰਕਟ ਕਰਕਟ, ਇੱਕ ਪੱਤਰ ਭਰ ਪਾਨੀ, ਆਸ ਪਾਸ ਪੰਜ ਜੋਗੀਆ ਬੈਠੇ, ਬੀਚ ਨਕਟ ਦੇ ਰਾਨੀ। ਵੀ ਆਸ ਪਾਸ ਪੰਜ ਜੋਗੀਆ ਬੈਠੇ, ਜੋਗ ਮਤਲਬ ਮਿਲਾਪ, ਵੀ ਜਿਹੜੇ ਵਾਸ਼ਨਾਵਾਂ ਰੂਪੀ ਪੰਜ ਜਿਹੜੇ ਚੋਰ ਸਨ, ਉਹ ਆਸੇ ਪਾਸੇ ਬਹਿ ਗਏ ਤੇ ਇਹਨਾਂ ਦੇ ਅੰਦਰ ਪ੍ਰਭਾਵ ਮਾਇਆ ਦਾ। ਬੀਚ ਨਕਟ ਦੇ ਰਾਨੀ, ਮਾਇਆ ਵਿੱਚ ਰਾਣੀ ਬਣ ਕੇ ਬਹਿ ਕੇ। ਵਕਾਰੀ ਲੋਕ, ਜਦੋਂ ਵਕਾਰੀ ਲੋਕ ਕਿਸੇ ਚੀਜ਼ ਦਾ ਸੇਵਨ ਕਰਨਗੇ, ਉਹਦਾ ਜ਼ਹਿਰ ਬਣਾ ਦੇਣਗੇ, ਭਾਵੇਂ ਉਹ ਕੋਈ ਵੀ ਚੀਜ਼ ਹੈ। ਤੇ ਜਦੋਂ ਗੁਰਮੁਖ ਲੋਕ ਕਿਸੇ ਚੀਜ਼ ਦੀ ਵਰਤੋਂ ਕਰਨਗੇ, ਉਹ ਅੰਮ੍ਰਿਤ ਬਣ ਜਾਏਗਾ। ਸੋ ਜਦੋਂ ਵੀ ਕਿਸੇ ਸ਼ਬਦ ਨੂੰ ਨਹੀਂ ਦੇਖਦੇ ਆ, ਲੱਗਦਾ ਏ ਵੀ ਖਣੀ ਮਾਸ ਵਿਰੋਧੀ ਹੈ, ਸਾਨੂੰ ਪਰਖ ਕਰਨਾ ਦੇਖਣਾ ਪਏਗਾ ਉਸ ਸ਼ਬਦ ਦਾ। ਇੱਕ ਗੱਲ ਜਿਹੜੀ ਹੈ ਧਿਆਨ 'ਚ ਰੱਖਣ ਦੀ ਲੋੜ ਹੈ, ਜੇ ਅਸੀਂ ਇਸ ਸ਼ਬਦ ਨੂੰ ਇਦਾਂ ਹੀ ਲੈ ਲਈਏ ਵੀ ਜਿਵੇਂ ਭਾਈ ਸਾਹਿਬ ਕਹਿੰਦੇ ਨੇ, ਤੇ ਫਿਰ ਇਹ ਆਸਾ ਦੀ ਵਾਰ ਦਾ ਕੀ ਕਰੋਗੇ ਸ਼ਬਦ ਦਾ? ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ। ਇੱਥੇ ਮਾਸ ਨੂੰ ਅਜੇ ਕੂੜ ਨਹੀਂ ਕਿਹਾ ਗਿਆ, ਇੱਥੇ ਤਾਂ ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ। ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋਂ ਕੂੜ। ਕਹਿਣ ਤੋਂ ਭਾਵ ਜਿਹੜਾ ਨੁਕਤਾ ਪਹਿਲਾਂ ਸਾਂਝਾ ਕਰ ਦਿੱਤਾ ਵੀ ਜਦੋਂ ਕੋਈ ਕਿਸੇ ਚੀਜ਼ ਦੀ ਵਰਤੋਂ ਉਹਦੇ ਬਾਝੋਂ ਹੋ ਰਹੀ ਹੈ, ਮਤਲਬ ਗੁਰਮੁਖਤਾਈ ਦੇ ਨਜ਼ਰੀਏ ਨਾਲ ਨਹੀਂ ਹੋ ਰਹੀ, ਉਹ ਕੂੜ ਹੋ ਜਾਏਗੀ। ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋਂ ਕੂੜ। ਜਿਹੜੀ ਉਹਦੇ ਬਾਝੋਂ ਹੋ ਰਹੀ ਹੈ, ਉਹਨੂੰ ਐਬਸੈਂਟ ਕਰਕੇ ਹੋ ਰਹੀ ਹੈ, ਉਹ ਕੂੜ ਬਣ ਜਾਏਗੀ। ਅੰਗੂਰ ਉਹਨਾਂ ਚਿਰ ਅੰਗੂਰ ਰਹਿਣਗੇ ਜਿੰਨਾ ਚਿਰ ਗੁਰਮੁਖ ਦੇ ਮੂੰਹ 'ਚ ਜਾਣਗੇ, ਪਰ ਜਦੋਂ ਅੰਗੂਰਾਂ ਤੇ ਨਜ਼ਰ ਕਿਸੇ ਵਿਸ਼ਈ ਦੀ ਪਏਗੀ, ਅੰਗੂਰ ਸ਼ਰਾਬ ਬਣ ਜਾਏਗੀ। ਤੁਧ ਬਾਜ ਕੂੜੋਂ ਕੂੜ। ਉਦਾਂ ਕੂੜ ਨਹੀਂ ਹੈ, ਉਦਾਂ ਮਿੱਠਾ ਕੂੜ ਨਹੀਂ ਹੈ। ਤੁਸੀਂ ਦੇਗ 'ਚ ਪਾਉਂਦੇ ਜੇ, ਜਿਹੜਾ ਤੁਸੀਂ ਜਿਹਨੂੰ ਕੜਾਹ ਪ੍ਰਸ਼ਾਦ ਕਹਿੰਦੇ ਜੇ, ਉਸੇ ਮਿੱਠੇ ਨਾਲ ਹੀ ਦੇਗ ਬਣਦੀ ਹੈ। ਮਿੱਠੇ ਦੀ ਅਨਹੋਂਦ ਵੀ ਸ਼ੂਗਰ ਕਰਾਉਂਦੀ ਹੈ, ਮਿੱਠੇ ਦੀ ਲੋੜ ਹੈ ਬਾਡੀ ਨੂੰ, ਮਿੱਠਾ ਕੂੜ ਨਹੀਂ ਹੈ। ਪਰ ਕੂੜ ਉਦੋਂ ਹੈ ਜਦੋਂ ਇਹ ਤੁਧ ਬਾਜ ਹੈ। ਮਾਸ ਦਾ ਆਹਾਰ ਕੂੜ ਉਦੋਂ ਹੈ ਜਦੋਂ ਉਹਦੇ ਬਾਝੋਂ, ਉਹਨੂੰ ਛੱਡ ਕੇ, ਉਹਨੂੰ ਅਲੱਗਾ ਕਰਕੇ, ਉਹਨੂੰ ਐਬਸੈਂਟ ਕਰਕੇ ਹੈ। ਨਕਟੀ ਕੋ ਠਨਗਨ ਬਾਡਾ ਡੂ, ਕਿਨੇ ਬਬੇਕੀ ਕਾਟੀ ਤੂੰ। ਬਬੇਕੀ ਬਾਨਾ ਸੀ, ਵਿਵੇਕ ਬੁੱਧੀ ਵਾਲੇ। ਅਸੀਂ ਦੋ ਤੁਕਾਂ, ਇੱਕ ਤੁਕ ਲੈ ਕੇ ਬਾਣੀ ਦੇ ਅਰਥ ਕਰਨੇ ਸ਼ੁਰੂ ਕਰ ਦਿੱਤੇ ਤੇ ਸਾਰੇ ਸਿਧਾਂਤ ਨੂੰ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। ਹੁਣ ਬਾਰ-ਬਾਰ ਜਦੋਂ ਅਸੀਂ ਇੱਕ ਪੰਕਤੀ ਲਵਾਂਗੇ, ਉਹਦੇ ਨਾਲ ਸਾਡਾ ਮਸਲਾ ਹੱਲ ਨਹੀਂ ਹੋਏਗਾ। ਤੁਸੀਂ ਇੱਕ ਮੈਨੂੰ ਹੋਰ ਸ਼ਬਦ ਯਾਦ ਆ ਗਿਆ ਕੂੜ ਦੇ ਸੰਬੰਧ ਵਿੱਚ ਹੀ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ। ਇਹਦੇ 'ਚ ਕੱਪੜਾ ਵੀ ਕੂੜ, ਇਹਦੇ 'ਚ ਕਾਇਆ ਵੀ ਕੂੜ, ਇਹਦੇ 'ਚ ਕੂੜ ਰੂਪ ਅਪਾਰ। ਵਿਆਹ ਕਰਾਉਣ ਤੋਂ ਪਹਿਲਾਂ 20 ਫੋਟੋਆਂ ਦੇਖਦੇ ਜੇ ਤੁਸੀਂ ਬੱਚੇ ਦੀਆਂ, ਬਾਅਦ 'ਚ ਤੁਹਾਡਾ ਵਿਆਹ ਹੁੰਦਾ। ਕੂੜ ਰੂਪ ਅਪਾਰ। ਕੂੜ ਮੀਆਂ, ਕੂੜ ਬੀਬੀ। ਜੇ ਫਿਰ ਕੀ ਹੋਇਆ, ਵਿਆਹ ਹੋ ਗਿਆ ਤੇ ਜਿਹੜੀ ਘਰ ਲੈ ਆਇਆ ਉਹ ਵੀ ਕੂੜ। ਕੂੜ ਮੀਆਂ, ਜਿਹੜਾ ਵਿਆਹਿਆ ਗਿਆ ਉਹ ਵੀ ਕੂੜ। ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ। ਕੀ ਕਰੋਗੇ ਜੇ ਤੁਸੀਂ ਬਾਣੀ ਦੇ ਇੱਕ ਪੰਕਤੀ ਦੇ ਅਰਥ ਕਰਨੇ ਆ? ਤੁਧ ਬਾਜ ਕੂੜੋਂ ਕੂੜ। ਆਹ ਨੁਕਤਾ ਧਿਆਨ ਰੱਖਣਾ, ਤੁਧ ਬਾਜ ਕੂੜੋਂ ਕੂੜ। ਜਦੋਂ ਜਿੰਨਾ ਚਿਰ ਇਹ ਨੁਕਤਾ ਤੁਹਾਡੇ ਧਿਆਨ 'ਚ ਹੈ ਨਾ ਵੀ ਜਿਹੜੀ ਚੀਜ਼ ਦੇ ਵਿੱਚ ਉਹ ਐਬਸੈਂਟ ਹੈ, ਉਹ ਕੂੜ ਹੈ। ਇਸੇ ਕੂੜ ਨੂੰ, ਕੂੜ ਦੀ ਜੇ ਆਸਾ ਦੀ ਵਾਰ ਦੀ 10ਵੀਂ ਪੌੜੀ ਤੇ ਪਹਿਲੀ 'ਚ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ, ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋਹ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ। ਵੀ ਉਹ ਹਰ ਗੱਲ ਸੱਚ ਹੈ ਜਿਹੜੀ ਉਹਦੇ ਅਧੀਨ ਹੈ। ਕੋਈ ਵੀ ਬਿਹੇਵੀਅਰ ਹੈ ਜਿਹੜਾ ਉਹਦੇ ਅਧੀਨ ਹੈ, ਉਹ ਸੱਚ ਹੈ। ਇਸ ਕਰਕੇ ਇੱਕ ਪੰਕਤੀ ਨਾਲ ਅਰਥ ਨਹੀਂ ਨਿਕਲਨੇ। ਜੇ ਇੱਕ ਪੰਕਤੀ ਨਾਲ ਅਰਥ ਕੱਢਣ ਤੁਰ ਪਈਏ ਤਾਂ ਬੜਾ ਕੁਝ ਨਿਕਲ ਆਉਂਦਾ ਹੈ। ਫਿਰ ਹਰ ਬੰਦਾ ਜਿਵੇਂ ਸਾਹਿਬ ਸਿੰਘ ਦੇ ਟੀਕੇ ਤੋਂ ਪਹਿਲਾਂ 20 ਅਰਥ ਇੱਕ ਪੰਕਤੀ ਦੇ ਕੱਢੀ ਜਾਂਦੇ ਸਨ, ਸਾਰਾ ਕੰਮ ਚੱਲਦਾ ਸੀ। ਗੁਰਬਾਣੀ ਨੂੰ ਜੈਸੇ ਲਗਾ ਮਾਤਰਹੀਨ ਪੜਤ ਔਰ ਕੋ ਔਰ, ਪਿਤਾ ਪੂਤ, ਪੂਤ ਪਿਤਾ ਸਮਸਰ ਜਾਨੀਐ। ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰੇ ਆਇਓ। ਵਿਸ਼ਰਾਮਾਂ ਦਾ ਫਰਕ ਆ
ਗੁਰ ਅਰਜਨ ਘਰ ਗੁਰ ਰਾਮਦਾਸ। ਜੇ ਤੇ ਇਦਾਂ ਵਿਸ਼ਰਾਮ ਲੱਗੇਗਾ ਫਿਰ ਗੁਰੂ ਰਾਮਦਾਸ ਦੇ ਘਰ ਗੁਰੂ ਅਰਜਨ ਬਣ ਗਿਆ, ਤੇ ਜੇ ਬਿਨਾਂ ਵਿਸ਼ਰਾਮ ਤੋਂ ਭੱਜਣਾ ਹੈ ਤਾਂ ਗੁਰੂ ਅਰਜਨ ਘਰ ਗੁਰੂ ਰਾਮਦਾਸ। ਪਿਤਾ ਪੂਤ ਪੂਤ ਪਿਤਾ ਸਮਸਰ ਜਾਨੀ ਹੈ, ਇਹ ਮਸਲਾ ਖੜਾ ਹੋ ਜਾਏਗਾ। ਸੋ ਇਸ ਕਰਕੇ ਬਾਣੀ ਨੂੰ ਬਾਣੀ ਦੇ ਨੁਕਤੇ ਤੋਂ ਸਮਝੀਏ, ਵਾਰਤਿਕਤਾ ਤੋਂ ਨਾ ਸਮਝੀਏ। ਅੱਗੇ ਵਧੀਏ। ਕੀਤਾ ਹੋਇਆ, ਤਿਆਰ ਕੀਤਾ ਹੋਇਆ ਕੁੱਕੜ ਇੱਕ ਪਤੀਲੇ 'ਚ ਹੋਵੇ ਸ਼ਰਾਬ, ਤੇ ਫਿਰ ਪ੍ਰਮਾਤਮਾ ਦੀ ਯਾਦ ਨਹੀਂ ਆਉਂਦੀ। ਮਨ ਵੀ ਤੇ ਸਰੀਰ ਵੀ ਵਿਕਾਰਾਂ ਵੱਲ ਭੱਜਦੇ ਨੇ। ਕਬੀਰ ਜੀ ਫਰਮਾਉਂਦੇ ਨੇ, ਕਬੀਰ ਖੂਬ ਖਾਣਾ ਖੀਚੜੀ ਜਾ ਮੈਂ ਅੰਮ੍ਰਿਤ ਲਾਉਣ, ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਇਹ ਸ਼ਿਕਾਰ ਮਾਰ ਕੇ ਤੇ ਉਹਦਾ ਮੀਟ ਖਾਣ ਦੇ ਨਾਲੋਂ ਖੂਬ ਖਾਣਾ ਖੀਚੜੀ ਜਿਹੜੀ ਅੰਮ੍ਰਿਤ ਦੀ ਤਰ੍ਹਾਂ ਲੱਗਦੀ। ਸਭ ਤੋਂ ਪਹਿਲਾਂ ਤਾਂ ਮੈਨੂੰ ਇੰਨਾ ਹੀ ਦੱਸ ਦਿਓ, ਮੈਂ ਆਪਣੇ ਲੈਵਲ ਤੇ ਜੇ ਇਹਦੇ ਤੇ ਤਰਕ ਪੇਸ਼ ਕਰਾਂ, ਇਹ ਦੱਸਿਓ ਵੀ ਕੀ ਗੁਰੂ ਦੁਆਰਿਆਂ ਦੇ ਜਿੰਨੇ ਲੰਗਰ ਆ ਉਹਨਾਂ 'ਚ ਖਿਚੜੀ ਬਣਦੀ ਹੈ ਕੱਲੀ? ਵੀ ਚੌਲਾਂ ਤੋਂ ਬਣਾਈ ਹੋਈ ਖਿਚੜੀ ਕੱਲੀ ਬਣਦੀ ਹੈ? ਵੀ ਜਿੰਨੇ ਗੁਰਦੁਆਰਿਆਂ ਦੇ ਲੰਗਰ ਆ, ਇੰਗਲੈਂਡ ਦੇ ਬਹੁਤੇ ਲੰਗਰਾਂ 'ਚ ਪੀਜੇ ਮਿਲ ਜਾਂਦੇ, ਤੁਹਾਨੂੰ ਚਿਪਸ ਖਾਈ ਆਉਂਦੇ ਜੇ। ਤੁਹਾਨੂੰ ਕਿੱਥੇ ਲਿਖਿਆ ਗੁਰੂ ਨੇ ਪੀਜੇ ਤੇ ਚਿਪਸ ਖਾਣ ਵਾਸਤੇ? ਮੈਨੂੰ ਦੱਸੋ ਵੀ ਇਹ ਜਿਹੜਾ ਗਰਮ ਜਲ ਛਕਣ ਵਾਲੀ ਯੂਨੀਅਨ ਹੈ, ਵੀ ਗਰਮ ਜਲ ਛਕਣਾ ਜੀ, ਅਸੀਂ ਦੁੱਧ 'ਚ ਪਾ ਬਦਾਮ ਛਕੀ ਆਉਂਦੇ ਨੇ, ਇਹ ਨਹੀਂ ਖਾਂਦੇ ਖਿਚੜੀ? ਖੂਬ ਖਾਣਾ ਖਿਚੜੀ, ਘਿਓ ਪਾ ਕਿਲੋ ਤੁਸੀਂ ਦੇਗਾਂ ਰਹਿਣ ਲੈਂਦੇ ਜੇ। ਖੂਬ ਖਾਣਾ ਖਿਚੜੀ ਕਿਉਂ ਨਹੀਂ ਆਇਆ ਯਾਦ ਤੁਹਾਨੂੰ? ਮੈਂ ਬਾਰ-ਬਾਰ ਕਹੀ ਜਾਂਦਾ, ਬਾਣੀ ਪੋਇਟਰੀ ਦੇ ਲਹਿਜ਼ੇ 'ਚ ਲਿਖੀ ਗਈ ਹੈ, ਇਹਨੂੰ ਪੋਇਟਿਕ ਅੰਦਾਜ਼ ਨਾਲ ਸਮਝਣਾ ਪਏਗਾ। ਖੂਬ ਖਾਣਾ ਖਿਚੜੀ ਜਾ ਮੈਂ ਅੰਮ੍ਰਿਤ ਲਾਉਣ, ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਸ਼ਿਕਾਰ ਖੇਡਣੇ ਇਹ ਰਾਜਪੂਤਾਂ ਦੀਆਂ ਗੱਲਾਂ ਸਨ। ਸ਼ਿਕਾਰ ਖੇਡਣੇ ਉਸ ਟਾਈਮ ਤੇ ਐਸਟੈਬਲਿਸ਼ ਲੋਕ ਕਰਿਆ ਕਰਦੇ ਸਨ ਵੀ ਮੈਂ ਸ਼ਿਕਾਰਾਂ ਜੋਗਾ ਨਹੀਂ, ਮੈਂ ਐਸੇ ਸ਼ਿਕਾਰ ਖੇਡ ਕੇ ਹਰਾਮ ਦੀ ਰੋਟੀ ਕਿਸੇ ਦਾ ਚਾਪਲੂਸ ਬਣ ਕੇ, ਜੇ ਮੈਂ ਇੰਨੇ ਜੋਗਾ ਨਹੀਂ ਤੇ ਕਿਸੇ ਦਾ ਚਾਪਲੂਸ ਬਣ ਕੇ ਹਰਾਮ ਦੀ ਰੋਟੀ ਖਾਣੀ ਮੇਰੇ ਵੱਸ ਨਹੀਂ। ਮੇਰੇ ਵਾਸਤੇ ਸਾਦਾ ਭੋਜਨ, ਖੂਬ ਖਾਣਾ ਖਿਚੜੀ। ਮੇਰੇ ਲਈ ਖਿਚੜੀ ਮੇਰਾ ਜਿਹੜਾ ਵਾ ਅੰਮ੍ਰਿਤ ਆ, ਮੇਰੇ ਵਾਸਤੇ ਖਿਚੜੀ ਹੀ ਮੇਰਾ ਸ਼ਿਕਾਰ ਹੈ। ਹੁਣ ਜਦੋਂ ਭਗਤ ਕਬੀਰ ਦੇ ਸ਼ਬਦ ਆਉਂਦੇ ਨੇ, ਉਦੋਂ ਧਿਆਨ ਇਹ ਗੱਲ ਰੱਖਣੀ ਹੈ, ਉਹ ਸ਼ਬਦ ਇੱਕ ਨਹੀਂ। ਭਗਤ ਕਬੀਰ ਜੀ ਦੇ ਸ਼ਬਦ ਸੈੱਟ ਦੇ ਵਿੱਚ ਨੇ, 5-6 ਸ਼ਬਦ ਇਕੱਠੇ ਆਉਂਦੇ ਨੇ ਤੇ ਉਹ ਸੈੱਟ ਵਾਈਜ਼ ਚੱਲਦੇ ਨੇ। ਸੋ ਜਦੋਂ ਅਸੀਂ ਇੱਕ ਸ਼ਬਦ ਜਿੱਦਾਂ ਗੁਰੂ ਸਾਹਿਬਾਨ ਬਾਣੀ ਉਚਾਰਦੇ ਨੇ ਤੇ ਰਹਾਉ ਦਾ ਨੁਕਤਾ ਲੈ ਲੈਂਦੇ ਨੇ, ਉਹ ਕੇਂਦਰੀ ਭਾਵ ਬਣਾ ਲੈਂਦੇ ਨੇ। ਭਗਤ ਕਬੀਰ ਜੀ ਦੇ ਸਾਰੇ ਜਿਹੜੇ ਸ਼ਬਦ ਨੇ 4-5 ਇੱਕ ਖਿਆਲ ਵਾਲੇ ਜਿਹੜੇ ਉਹ ਸਾਨੂੰ ਲੈਣੇ ਪੈਣਗੇ, ਉਹਦੇ ਵਿੱਚੋਂ ਸਾਨੂੰ ਤੱਤ ਕੱਢਣਾ ਪਏਗਾ ਵੀ ਗੱਲ ਕੀ ਅਸਲ ਦੇ ਵਿੱਚ। ਹੁਣ ਕਬੀਰ ਜੀ ਖੂਬ ਖਾਣਾ ਖਿਚੜੀ ਜਾਮੇ ਅੰਮ੍ਰਿਤ ਲੋਨ, ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਕੁਰਬਾਨੀ ਦੇ ਸਿਧਾਂਤ ਨੂੰ ਖੰਡਨ ਕਰਦੇ ਨੇ। ਇਸਲਾਮ ਦੇ ਵਿੱਚ ਜਿਹੜੀ ਕੁਰਬਾਨੀ ਦੇ ਕੇ ਤੇ ਭੇਟ ਕੀਤੀ ਜਾਂਦੀ ਸੀ ਖੁਦਾ ਨੂੰ, ਉਹਨੂੰ ਖੰਡਨ ਕਰਦੇ ਨੇ ਵੀ ਕੁਰਬਾਨੀ ਦੇ ਬਹਾਨੇ ਮਾਸ ਖਾਣ ਨਾਲੋਂ ਤਾਂ ਕਹਿੰਦੇ ਨੇ ਵੀ ਖਿਚੜੀ ਖਾ ਲੈਣੀ ਠੀਕ ਹੈ ਭਾਈ। ਵੀ ਐਵੇਂ ਖੁਦਾ ਦਾ ਨਾਂ ਲੈ ਕੇ ਜੇ ਖੁਦਾ ਦੇ ਘਰ ਨੂੰ ਖਾਣਾ ਆਪ ਤੇ ਖੁਦਾ ਦੇ ਘਰ ਨੂੰ, ਜਿਵੇਂ ਅਸੀਂ ਕਰਦੇ ਆ, 5-7 ਬੰਦੇ ਬੈਠੇ ਹੁੰਦੇ ਨੇ, ਪਲੇਟਾਂ ਅਸੀਂ ਵੀ ਖਾ ਲੈਨੇ ਲੰਗਰ ਛਕ ਕੇ, ਤੇ ਇੱਕ ਬੰਦਾ ਇੱਕ ਦੂਜੇ ਦੀਆਂ ਪਲੇਟਾਂ ਚੱਕਦਾ ਫਿਰਦਾ ਜੀ ਸੇਵਾ ਕਰ ਲਈਏ। ਉਹ ਸੇਵਾ ਕਾਹਦੀ? ਆਪ ਹੀ ਲਬੇੜੀਆਂ ਨੇ, ਆਪ ਹੀ ਤੁਸੀਂ ਖਾਧਾ, ਜਾ ਕੇ ਧੋ ਲਓ। ਇੱਕ ਦੂਜੇ ਪ੍ਰਤੀ ਜ਼ਿੰਮੇਵਾਰੀਆਂ ਵੀ ਹੈ ਕਿ ਹਰ ਇੱਕ ਚੀਜ਼ ਸੇਵਾ ਹੀ ਬਣ ਗਈ। ਭਗਤ ਕਬੀਰ ਜੀ ਇੱਕ ਪਖੰਡ ਦਾ ਖੰਡਨ ਕਰ ਰਹੇ ਨੇ। ਹੁਣ ਅਗਲਾ ਸ਼ਬਦ ਜੋ ਜਥੇਦਾਰ ਰਣਜੀਤ ਸਿੰਘ ਹੁਣਾਂ ਨੇ ਬੋਲਿਆ ਹੈ, ਉਹ ਆਪਾਂ ਦੇਖ ਲਈਏ, ਉਸ ਤੋਂ ਬਾਅਦ ਫਿਰ ਆਪਾਂ ਦੇਖਦੇ ਹਾਂ। ਟਾਈਮ ਵੀ ਆਪਣਾ ਹੋ ਚੱਲਿਆ, ਮੈਨੂੰ ਲੱਗਦਾ ਆਪਾਂ ਨੂੰ 2 ਹਿੱਸੇ ਇਹਦੇ ਕਰਨੇ ਪੈਣੇ ਆ। ਖੂਬ ਖਾਣਾ ਖੀਚੜੀ ਜਾਮੈ ਅੰਮ੍ਰਿਤ ਲਾਉਣ, ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਕਬੀਰ ਭਾਂਗ ਮਾਸਲੀ ਸੁਰਾਪਾਨ, ਜੋ ਪ੍ਰਾਣੀ ਖਾਹੇ, ਤੀਰਥ ਬ੍ਰਤ ਨੇਮ ਕੇ ਤੇ ਸਭੇ ਰਸਾਲਤ ਜਾਏ। ਸਭ ਤੋਂ ਪਹਿਲਾਂ ਤੇ ਜਥੇਦਾਰ ਰਣਜੀਤ ਸਿੰਘ ਹੁਣਾਂ ਨੇ ਜਿਹੜਾ ਅਗਲਾ ਭਗਤ ਕਬੀਰ ਜੀ ਦਾ ਸ਼ਬਦ ਬੋਲਿਆ, ਉਹਨੂੰ ਦੇਖ ਲਈਏ। ਕਬੀਰ ਭਾਂਗ ਮਾਛਲੀ ਸੁਰਾਪਾਨ, ਜੋ ਪ੍ਰਾਣੀ ਖਾਏ, ਤੀਰਥ ਵਰਤ ਅਰ ਨੇਮ ਕੀਐ, ਤੇ ਸਭੇ ਰਸਾਤਲ ਜਾਏ। ਮਤਲਬ ਵਿਅਰਥ ਚਲੇ ਜਾਂਦੇ। ਰਸਾਤਲ ਮਤਲਬ ਚਲੇ ਗਏ ਨਰਕਾਂ 'ਚ, ਮਤਲਬ ਨਰਕਾਂ 'ਚ ਜਾਂਦੇ ਨੇ ਸਭ। ਭਾਂਗ ਮਾਛਲੀ ਸੁਰਾਪਾਨ। ਹੁਣ ਜਿਸ ਭੋਜਨ ਦੀ ਵਰਤੋਂ, ਜਿਵੇਂ ਮੈਂ ਕਿਹਾ ਪਹਿਲਾਂ ਵੀ, ਆਹਾਰ ਤੋਂ ਵਕਾਰ ਬਣ ਗਈ, ਉਹ ਭੋਜਨ ਵਾਕਈ ਨਿੰਦਣਯੋਗ ਹੈ। ਵੀ ਜੇ ਭੋਜਨ ਦੀ ਵਰਤੋਂ ਤੁਦਬਾਜ ਹੋ ਗਈ, ਤੁਦਬਾਜ ਕੂੜੋਂ ਕੂੜ, ਵੀ ਆਹਾਰ ਨਾ ਰਹੀ, ਵਿਕਾਰ ਬਣ ਗਈ, ਕਿਉਂਕਿ ਭੰਗ ਵਿਕਾਰ ਹੈ। ਸੁਰਾਪਾਨ, ਪਾਨ ਮਤਲਬ ਪੀਣਾ, ਸੁਰਾ ਮਤਲਬ ਸ਼ਰਾਬ, ਸ਼ਰਾਬ ਦਾ ਪੀਣਾ ਵਿਕਾਰ ਹੈ। ਜਦੋਂ ਵਿੱਚ ਭੋਜਨ ਆ ਗਿਆ, ਭਾਂਗ ਮਾਛਲੀ ਸੁਰਾਪਾਨ, ਭੰਗ ਤੇ ਸੁਰਾਪਾਨ ਦੋਵੇਂ ਸਾਈਡਾਂ ਤੇ ਵਿੱਚ ਭੋਜਨ ਆ ਗਿਆ, ਆਹਾਰ ਮਾਸ ਆ ਗਿਆ, ਉਦੋਂ ਇਹ ਆਹਾਰ ਨਹੀਂ ਰਹਿ ਗਿਆ, ਉਦੋਂ ਵਿਕਾਰ ਬਣ ਗਿਆ। ਕਿਉਂਕਿ ਖਸਮੋਂ ਧੱਕੇ ਖਾਏ ਵਾਲਾ ਜਿਹੜਾ ਪਦਾਰਥ ਹੈ, ਉਹ ਤੁਸੀਂ ਆਪਣਾ ਨਾਲ ਰਲਾ ਲਿਆ ਹੈ। ਸੋ ਜਿਸ ਭੋਜਨ ਦੀ ਵਰਤੋਂ ਆਹਾਰ ਤੋਂ ਵਿਕਾਰ ਬਣ ਜਾਂਦੀ ਹੈ, ਉਹ ਭੋਜਨ ਵੀ ਨਿੰਦਣਯੋਗ ਹੋ ਜਾਂਦਾ ਉਹਨਾਂ ਬੰਦਿਆਂ ਵਾਸਤੇ ਜਿਹੜੇ ਆਹਾਰ ਤੋਂ ਵਿਕਾਰ ਬਣਾ ਕੇ ਛਕ ਰਹੇ ਨੇ। ਭਾਵੇਂ ਮਾਸ ਨੂੰ ਛੱਡ ਦਿਓ, ਭਾਵੇਂ ਤੁਸੀਂ ਕਾਜੂ ਬਦਾਮ ਹੀ ਖਾ ਲਓ, ਵੀ ਭੰਗ ਦੇ ਨਾਲ ਤੇ ਇਧਰਲੇ ਬੰਨੇ ਸੈਂਟਰ 'ਚ ਕਾਜੂ ਬਦਾਮ ਲਾ ਲਓ ਤੇ ਦੂਜੇ ਬੰਨੇ ਸ਼ਰਾਬ ਰੱਖ ਲਓ। ਉਹ ਬਦਾਮਾਂ ਨੂੰ ਵੀ ਇੱਜ਼ਤ ਪਹਿਲਵਾਨਾਂ ਨਾਲ ਨਹੀਂ ਮਿਲਦੀ। ਪਹਿਲਵਾਨ ਬਦਾਮ ਖਾਂਦਾ ਹੋਵੇ ਤੇ ਲਾਗੇ ਬਜ਼ੁਰਗ ਲੰਘਦੇ, ਥਾਪੀਆਂ ਦੇ ਆਸ਼ੀਰਵਾਦ ਦੇ ਲੰਘਦੇ ਨੇ ਵੀ ਪੁੱਤ ਆਉਣ ਵਾਲਾ ਖਾੜਾ ਤੂੰ
ਤੂੰ ਜਿੱਤਣਾ ਹੀ, ਆਉਣ ਵਾਲਾ ਮੱਲ ਤੂੰ ਜਿੱਤਣਾ ਏ। ਤੇ ਜਦੋਂ ਉਹੋ ਹੀ ਬਜ਼ੁਰਗ ਗਾਂ ਕਹੇ ਬਦਾਮ ਖਾਂਦੇ ਸ਼ਰਾਬ ਪੀਂਦੇ ਤੇ ਲਾਗੋਂ ਦੀ ਲੰਘਦਾ ਤੇ ਗਾਲਾਂ ਕੱਢਦਾ ਲੰਘਦਾ ਏ। ਬਦਾਮ ਉਹੋ ਹੀ ਨੇ ਪਰ ਵਰਤੋਂ ਬਦਲ ਗਈ। ਹੁਣ ਭਾਂਗ ਤੇ ਸੁਰਾਪਾਨ ਦੇ ਵਿਚਕਾਰ ਮਛਲੀ ਲਾਉਣ ਦਾ ਕਾਰਨ ਇਹੋ ਹੀ ਸੀ ਵੀ ਇਹ ਦੋਵੇਂ ਨਸ਼ਈ ਜਿਹੜਾ ਜੀਵਨ ਹੈ, ਵਕਾਰੀ ਜੀਵਨ ਹੈ, ਭੰਗ ਤੇ ਆਪਣਾ ਸੁਰਾਪਾਨ ਉਹਨੂੰ ਪਾਲਦੇ ਨੇ, ਤੇ ਵਿੱਚ ਮੱਛੀ ਦਾ ਸੰਜੋਗ ਆ ਗਿਆ, ਉਹ ਮੱਛੀ ਵੀ ਭ੍ਰਿਸ਼ਟ ਹੋ ਗਈ। ਇੱਕ ਗੁਰਬਾਣੀ ਦੇ ਜਿਹੜਾ ਅਰਥ ਹੈ, ਬਾਰ-ਬਾਰ ਮੈਂ ਉੱਥੇ ਦੁਬਾਰਾ ਆ ਰਿਹਾ, ਕਿਸੇ ਵੀ ਪੰਕਤੀ ਦੇ ਅਰਥ ਜਿਹੜੇ ਆ ਉਹਨੂੰ ਸਬਜੈਕਟਿਵ ਲਹਿਜੇ ਨਾਲ ਨਾ ਕਰੀਏ। ਅਸੀਂ ਕੋਈ ਪੰਕਤੀ ਚੱਕਦੇ ਆ ਤੇ ਆਪਣਾ ਸਬਜੈਕਟ ਬਣਾ ਕੇ ਉਹਦੇ ਅਰਥ ਕਰਨੇ ਸ਼ੁਰੂ ਕਰ ਦਿੰਦੇ ਆ। ਅਸੀਂ ਗੁਰਬਾਣੀ ਦੇ ਨਜ਼ਰੀਏ ਤੋਂ ਕਦੀ ਉਸ ਪੰਕਤੀ ਨੂੰ ਦੇਖਦੇ ਹੀ ਨਹੀਂ। ਜਿਹੜੀ ਮੇਰੀ ਫਿਤਰਤ ਹੈ ਉਹ ਮੈਂ ਗੁਰਬਾਣੀ ਦੇ ਸ਼ਬਦ ਰਾਹੀਂ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦਾ ਵੀ ਜੇ ਮੈਂ ਮਾਸ ਵਿਰੋਧੀ ਆ ਤੇ ਮੈਂ ਭਾਵੇਂ ਗੁਰਬਾਣੀ ਕਹਿੰਦੀ ਕੁਝ ਹੋਰ ਹੋਵੇ, ਮੈਂ ਉਹਨਾਂ ਤੁਕਾਂ ਦੇ ਵਿੱਚ ਆਪਣੇ ਬੋਲ ਪਾ ਕੇ, ਆਪਣੀ ਇੰਟਰਪ੍ਰੀਟੇਸ਼ਨ ਪਾ ਕੇ ਉਹਦੀ ਪਵਿੱਤਰਤਾ ਨੂੰ ਭੰਗ ਕਰ ਦਿੰਦਾ। ਅੱਜ ਦੀ ਸਾਇੰਸ ਵੀ ਇਹ ਮੰਨਦੀ ਹੈ ਵੀ ਜਿੱਦਾਂ ਜਿਹੜੀ ਹਰਮੇਨਿਟਿਕਸ ਦਾ ਇੱਕ ਸਿਧਾਂਤ ਹੈ, ਜਿਹੜੀ ਅਜੋਕੀ ਰਿਸਰਚ ਹੈ, ਜਿਹੜੀ ਸਾਇੰਸ ਆਫ ਇੰਟਰਪ੍ਰੀਟੇਸ਼ਨ ਹੈ, ਜਦੋਂ ਤੁਸੀਂ ਹਰਮੇਨਿਟਿਕਸ ਦੇ ਸੰਬੰਧ ਵਿੱਚ ਪੜ੍ਹੋਗੇ, ਦੇਖਿਓ ਜਾ ਕੇ, ਤੁਹਾਨੂੰ ਪਤਾ ਲੱਗੇਗਾ ਵੀ ਕਿਵੇਂ ਇੰਟਰਪ੍ਰੀਟ ਕਰਨਾ ਹੈ, ਕਿਵੇਂ ਕਿਸੇ ਚੀਜ਼ ਨੂੰ ਸਮਝਣਾ ਹੈ। ਕਿਉਂਕਿ ਮੋਸਟਲੀ ਅਸੀਂ ਜਦੋਂ ਕਿਸੇ ਚੀਜ਼ ਨੂੰ ਸਮਝਦੇ ਆ ਉਹ ਆਪਣੇ ਸ਼ੀਸ਼ੇ ਰਾਹੀਂ ਸਮਝਦੇ ਆ। ਅਸੀਂ ਗੁਰਬਾਣੀ ਦੇ ਉਹੋ ਹੀ ਗੱਲ ਹੈ ਇੰਟਰਪ੍ਰੀਟੇਸ਼ਨ ਦੀ, ਜਿਹੜੀ ਤੁਸੀਂ ਸੁਥਰੇ ਦੇ ਸੰਬੰਧ ਵਿੱਚ ਕਹਾਣੀਆਂ ਪੜ੍ਹਦੇ ਆਏ ਜੇ, ਸਾਖੀਆਂ ਪੜ੍ਹਦੇ ਆਏ ਜੇ ਵੀ ਕੀਤੇ ਲੈ ਮੁੱਕਰ ਪਾਏ। ਹੁਣ ਮੁੱਕਰ ਜਾਣ ਵਾਲਾ, ਹਾਲਾਂਕਿ ਸੁਥਰੇ ਨੇ ਇੱਕ ਐਕਟ ਕੀਤਾ, ਨਾਟਕ ਕੀਤਾ ਸਮਝਾਉਣ ਵਾਸਤੇ, ਪਰ ਜਿਹੜਾ ਮੁੱਕਰ ਜਾਣ ਵਾਲਾ ਏ ਉਹਦੇ ਵਾਸਤੇ ਪੰਕਤੀ ਇੰਨੀ ਕਾਫੀ ਹੈ ਵੀ ਕੀਤੇ ਲੈ ਮੁੱਕਰ ਪਾਏ। ਪਰ ਸਿਧਾਂਤ ਇਹ ਨਹੀਂ ਹੈ ਕੀਤੇ ਲੈ ਮੁੱਕਰ ਪਾਏ, ਇੱਕ ਫਿਤਰਤ ਹੈ। ਸਿਧਾਂਤ ਹੈ ਕੀਤੇ ਮੂਰਖ ਖਾਈ ਖਾਏ। ਮੂਰਖਤਾ ਦੀ ਨਿਸ਼ਾਨੀ ਹੈ। ਇਹਦੇ ਵਿੱਚੋਂ ਹੀ ਵਿਚਾਰ ਮਿਲਦਾ ਹੈ। ਇਹੋ ਹਾਲ ਅੱਜ ਜਦੋਂ ਤੁਸੀਂ ਮਾਸ ਦੀ ਗੱਲ ਕਰਦੇ ਜੇ, ਇੱਕ ਪੰਕਤੀ, ਦੋ ਪੰਕਤੀਆਂ ਚੋਕੇ ਤੇ ਅਸੀਂ ਸਾਰੇ ਫਲਸਫੇ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਵੀ ਅਰਥ ਕਰਨੇ ਆ, ਸਿਧਾਂਤ ਸਾਨੂੰ ਗੁਰਬਾਣੀ ਦਾ ਮੁੱਖ ਰੱਖਣਾ ਪਏਗਾ ਸਾਹਮਣੇ, ਗੁਰਮਤ ਦਾ ਸਾਹਮਣੇ ਰੱਖਣਾ ਪਏਗਾ। ਜਦੋਂ ਤੁਸੀਂ ਭਾਂਗ ਮਾਛਲੀ ਨੂੰ ਇੱਕ ਪਹਿਲੂ ਤੋਂ ਹੋਰ ਵਿਚਾਰਦੇ ਜੇ, ਚਲੋ ਇੱਕ ਇਸੇ ਸ਼ਬਦ ਨੂੰ ਇੱਕ ਹੋਰ ਪਹਿਲੂ ਤੋਂ ਵਿਚਾਰੀਏ। ਜੇ ਆਪਾਂ ਇੱਕ ਪੰਕਤੀ ਦੇ ਵਿੱਚ ਉਲਝਣਾ ਹੈ ਤੇ ਮੈਂ ਤੁਹਾਡੇ ਗਾੜੀ ਸਵਾਲ ਰੱਖ ਦਿੰਦਾ। ਤੁਸੀਂ ਕਹਿੰਦੇ ਜੇ ਭਾਂਗ ਮਾਛਲੀ ਸੁਰਾਪਾਨ ਜੋ ਪ੍ਰਾਣੀ ਖਾਏ, ਤੀਰਥ ਵਰਤ ਅਰ ਨੇਮ ਕੀਏ, ਸਭੇ ਰਸਤ ਲਜਾਏ। ਇਹ ਤੁਹਾਡਾ ਵਿਚਾਰ ਹੈ। ਚਲੋ ਭੰਗ ਤੇ ਸੁਰਾਪਾਨ ਇਹ ਤੇ ਸਪਸ਼ਟ ਹੈ, ਇਹ ਤਾਂ ਗੁਰਬਾਣੀ ਨੇ ਸਪਸ਼ਟ ਕੀਤਾ। ਮੈਂ ਮਛਲੀ ਦੇ ਆਧਾਰ ਤੇ ਤੁਹਾਡੇ ਤੇ ਤਰਕ ਰੱਖਣ ਲੱਗਾ। ਠੀਕ ਹੈ ਜੀ, ਮੈਂ ਮਛਲੀ ਖਾਨਾ ਹੈ, ਤੀਰਥ ਵਰਤ ਅਰ ਨੇਮ ਕੀਏ, ਸਭੇ ਰਸਤ ਲਜਾਏ। ਜਾਣ ਦਿਓ ਮੇਰੇ ਤੀਰਥ ਵਰਤ ਨੇਮ ਰਸਾਤਲ ਜਾਂਦੇ ਤੇ ਜਾਣ ਦਿਓ, ਕਿਉਂਕਿ ਮੇਰਾ ਤੇ ਵਿਸ਼ਾ ਹੀ ਨਹੀਂ ਹੈ। ਮੈਂ ਤੇ ਜਦੋਂ ਤੁਸੀਂ ਮੈਨੂੰ ਇਹਨਾਂ ਤੀਰਥਾਂ ਵਰਤਾਂ ਦੇ ਇਹਨਾਂ ਨੇਮਾਂ ਨੂੰ ਨਰਕਾਂ 'ਚ ਸੁੱਟਦੇ ਜੇ ਤਾਂ ਮੈਂ ਤੁਹਾਡੇ ਤੇ ਸਵਾਲ ਕਰੂੰਗਾ ਜੀ ਕਿਹੜੇ ਤੀਰਥ ਦੀ ਗੱਲ ਕਰਦੇ ਜੇ ਤੀਰਥ ਰਸਾਤਲ 'ਚ ਜਾਂਦਾ ਤੇ ਜਾਵੇ, ਕਿਉਂਕਿ ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਮੇਰਾ ਤੀਰਥ ਤੇ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਜਲ ਕੇ ਮੱਜਣ ਜੇਗਾ ਧੋਵੇਂ, ਨਿਤ ਨਿਤ ਮੈਂਡਕ ਨਹਾਵੇ, ਜੈਸੇ ਮੈਂਡਕ ਤੈਸੇ ਹੋਇ ਨਰ ਫਿਰ ਜੋਨੀ ਆਵੇ। ਮੇਰਾ ਤੇ ਵਿਸ਼ਾ ਹੀ ਨਹੀਂ। ਜੇ ਤੀਰਥ ਵਰਤ ਅਰ ਨੇਮ ਕੀਏ ਸਭੇ ਰਸਾਤਲ ਜਾਏ, ਵਰਤ ਦੀ ਗੱਲ ਕਰਦੇ ਜੇ, ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੇਨ, ਕਹੂੰ ਨਾ ਭੀਜੇ ਸੰਜਮ ਸੁਆਮੀ ਬੋਲੇ ਮਿੱਠੇ ਬੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਜੇ ਤੁਸੀਂ ਵਰਤ ਦੀ ਗੱਲ ਕਰਦੇ ਜੇ ਤੇ ਵਰਤ ਦਾ ਤਾਂ ਮੇਰਾ ਵਿਸ਼ਾ ਹੀ ਨਹੀਂ। ਜੇ ਮੱਛੀ ਖਾਂਦਿਆਂ ਮੇਰੇ ਵਰਤ ਵਿਅਰਥ ਜਾਂਦੇ ਨੇ ਤੇ ਜਾਣ ਦਿਓ। ਜੇ ਤੁਸੀਂ ਨੇਮਾਂ ਦੀ ਗੱਲ ਕਰਦੇ ਜੇ, ਸਰੀਰ ਕਟਾਏ ਹਉਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਂਤੀ, ਨਹੀਂ ਤੁਲ ਰਾਮ ਨਾਮ ਵਿਚਾਰ। ਇਹ ਤੇ ਰਾਮ ਨਾਮ ਦੀ ਵਿਚਾਰ ਦੇ ਤੁਲ ਹੀ ਨਹੀਂ। ਜੇ ਮੱਛੀ ਖਾਣ ਵਾਲੇ ਵਿਅਰਥ ਜਾਂਦੇ ਨੇ ਤੇ ਜਾਣ ਦਿਓ। ਕੀ ਸਿੱਖ ਤੀਰਥ ਵਰਤ ਨੇਮਾਂ ਨੂੰ ਮੰਨਦਾ ਵੀ ਮੱਛੀ ਖਾਣ ਨਾਲ ਵਿਅਰਥ ਹੋ ਗਏ ਨੇ ਉਹਦੇ? ਜੇ ਸਵਾਲ ਤੇ ਸਵਾਲ ਖੜਾ ਕਰਨਾ ਹੈ, ਪਰ ਸਾਨੂੰ ਪ੍ਰਕਰਨ ਦੇਖਣਾ ਪਏਗਾ ਵੀ ਅਸਲ ਪ੍ਰਕਰਨ ਕੀ ਹੈ। ਰਸਾਤਲ ਜਾਏ, ਅਸੀਂ ਤੇ ਰਸਾਤਲ ਨੂੰ ਵੀ ਰੱਦ ਕੀਤਾ। ਕਵਣ ਨਰਕਿਆ ਸੁਰਗ ਵਿਚਾਰਾ, ਸੰਤਨ ਦੋ ਰੱਦ ਹੈ। ਹਮ ਕਾਹੂ ਕੀ ਕਾਨ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ, ਜਾਂ ਸੁਰਗ ਬਾਸ ਨਾ ਬਾਸ਼ੀ ਹੈ, ਡਰੀਏ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੇ ਆਸ। ਵੀ ਜੋ ਹੁੰਦਾ ਹੈ ਹੋਣ ਦਿਓ, ਅਸੀਂ ਤੇ ਨਰਕ ਸੁਰਗ ਦਾ ਸੰਬੰਧ ਹੀ ਨਹੀਂ ਸਾਡਾ ਕੋਈ। ਤੀਰਥ ਵਰਤਨ ਨੇਮ ਕੀਏ ਸਭੇ ਰਸਾਤਲ ਜਾਏ। ਇਹ ਇੱਕ ਪਹਿਲੂ ਤੋਂ ਵੇਖਣ ਦੀ ਕੋਸ਼ਿਸ਼ ਕੀਤੀ ਆਪਾਂ। ਹੋਰ ਪਹਿਲੂ ਤੋਂ ਜਿਹੜਾ ਭਾਂਗ ਮਾਛਲੀ ਸੁਰਾਪਾਨ ਦਾ ਸ਼ਬਦ ਸਾਡੇ ਸਾਹਮਣੇ ਰੱਖਿਆ, ਇੱਕ ਹੋਰ ਪਹਿਲੂ ਤੋਂ ਵੇਖੋ ਆਓ। ਭਾਂਗ ਮਾਛਲੀ ਸੁਰਾਪਾਨ ਜੋ ਪ੍ਰਾਣੀ ਖਾਏ, ਤੀਰਥ ਵਰਤਰ ਨੇਮ ਕੀਏ ਸਭੇ ਰਸਾਤਲ ਜਾਏ। ਇਹ ਭਗਤ ਕਬੀਰ ਜੀ ਦਾ ਵਿਚਾਰ ਹੈ। ਠੀਕ, ਹੁਣ ਫਿਰ ਕੀ ਕਰੋਗੇ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦਾ ਵਿਚਾਰ ਸਾਹਮਣੇ ਲੈ ਆਓਗੇ ਕਿ ਮਾਤ ਪਿਤਾ ਕੀ ਰਕਤ ਨਪੰਨੇ, ਮੱਛੀ ਮਾਸ ਨਾ ਖਾਈ। ਉਹ ਮਾਂ ਪਿਓ ਦਾ ਖੂਨ ਪੀਣ ਵਾਲਿਆ, ਉਹਦੀ ਰਕਤ ਦੇ ਵਿੱਚੋਂ ਨਪੰਨਿਆ ਜਾਣ ਵਾਲਿਆ। ਮੱਛੀ ਛੱਡ ਕੇ ਕਹਿੰਦਾ ਧਾਰਮਿਕ ਹੋ ਗਿਆ ਵੀ ਮੱਛੀ ਮਾਸ ਨਾ ਖਾਈ, ਤੂੰ ਮੱਛੀ ਛੱਡ ਕੇ ਧਾਰਮਿਕ ਹੋ ਗਿਆ। ਭਾਂਗ ਮਾਛਲੀ ਸੁਰਾਪਾਨ, ਮਛਲੀ ਨੂੰ ਜੇ ਤੁਸੀਂ ਮਛਲੀ ਨੂੰ ਮਾਸ ਦੇ ਵਿਰੋਧੀ ਰੂਪ ਚ ਲਿਆਉਣਾ ਹੈ ਤੇ ਇਸ ਸ਼ਬਦ ਨੂੰ ਕਿੱਥੇ ਲੈ ਕੇ ਜਾਓਗੇ? ਮਾਤ ਪਿਤਾ ਕੀ ਰਕਤ ਨਪੰਨੇ, ਮੱਛੀ ਮਾਸ ਨਾ ਖਾਈ। ਕੀ ਬਾਣੀ ਆਪਾ ਵਿਰੋਧੀ ਹੈ? ਨਹੀਂ, ਇਹੋ ਨੁਕਤਾ ਸਮਝਣਾ। ਬਾਣੀ ਆਪਾ ਵਿਰੋਧੀ ਨਹੀਂ। ਗੁਰੂ ਗ੍ਰੰਥ ਇੱਕ ਅਸੈਂਬਲੀ ਦੀ ਨਹੀਂ ਹੈ। ਗੁਰੂ ਗ੍ਰੰਥ ਵਿੱਚ
ਅੱਗੇ ਵੀ ਮੈਂ ਕਹਿ ਚੁੱਕਾ, ਹਾਟੀ ਬਾਟੀ ਰਹੇ ਨਰਾਲੇ, ਹਾਟੀ ਬਾਟੀ ਰਹੇ ਨਰਾਲੇ ਸਿੱਧ ਕਹਿੰਦੇ ਨੇ, ਨਾਨਕ ਸਾਹਿਬ ਨਹੀਂ ਲਿਖਿਆ। ਬੇਸ਼ੱਕ ਗੋਸ਼ਟੀ ਦੇ ਵਿੱਚ ਨਾਨਕ ਸਾਹਿਬ ਨੇ, ਪਰ ਖਿਆਲ ਨਾਨਕ ਦਾ ਨਹੀਂ। ਨਾਨਕ ਸਾਹਿਬ ਦਾ ਹਾਟੀ ਬਾਟੀ ਨੀਂਦ ਨਾ ਆਵੇ, ਇਹ ਨਾਨਕ ਸਾਹਿਬ ਦਾ ਸਿਧਾਂਤ ਹੈ। ਬਾਣੀ ਦੇ ਵਿੱਚ ਕੁਝ ਭਗਤਾਂ ਦੇ ਸ਼ਬਦ ਜਿਹੜੇ ਨੇ ਉਹ ਸਵਾਲੀਆ ਰੂਪ ਚ ਆਏ ਨੇ, ਤੇ ਕੁਝ ਸ਼ਬਦਾਂ ਦੀ ਗੁਰੂ ਸਾਹਿਬ ਨੇ ਐਕਸਟੈਂਸ਼ਨ ਕੀਤੀ ਹੈ। ਐਕਸਟੈਂਸ਼ਨ ਮੈਂ ਇਹਨੂੰ ਥੋੜਾ ਸਪਸ਼ਟ ਕਰਦੇ ਆ। ਐਕਸਟੈਂਡ ਹੁੰਦਾ ਹੈ ਵੀ ਤੁਸੀਂ ਬੋਲ ਰਹੇ ਹੋ ਸਟੇਜ ਦੇ ਉੱਤੇ, ਤੇ ਤੁਹਾਡੇ ਤੋਂ ਬਾਅਦ ਮੇਰੀ ਵਾਰੀ ਹੈ, ਤੇ ਮੈਂ ਸਟੇਜ ਤੇ ਜਾ ਕੇ ਕਹਿ ਦਿੰਦਾ ਵੀ ਮੈਂ ਜੋ ਭਾਈ ਸਾਹਿਬ ਉਹਨਾਂ ਨੇ ਬੋਲਿਆ ਹੈ, ਮੈਂ ਇਸੇ ਵਿਚਾਰ ਨੂੰ ਥੋੜਾ ਹੋਰ ਐਕਸਟੈਂਡ ਕਰਦਾ, ਮੈਂ ਇਸੇ ਵਿਚਾਰ ਨੂੰ ਥੋੜਾ ਜਿਹਾ ਹੋਰ ਅੱਗੇ ਲੈ ਕੇ ਜਾਣਾ ਚਾਹਾਂਗਾ। ਇਹਦਾ ਮਤਲਬ ਇਹ ਨਹੀਂ ਮੈਂ ਤੁਹਾਡੀ ਕਹੀ ਹੋਈ ਗੱਲ ਨੂੰ ਰੱਦ ਕਰ ਰਿਹਾ, ਤੁਹਾਡੀ ਕਹੀ ਹੋਈ ਗੱਲ ਨੂੰ ਹੋਰ ਖੋਲ ਰਿਹਾ। ਗੁਰੂ ਨਾਨਕ ਸਾਹਿਬ ਨੇ, ਗੁਰੂ ਲਹਿਰ ਜਿਹੜੀ ਸੀ, ਉਹਨੇ ਭਗਤੀ ਲਹਿਰ ਦੇ ਭਗਤਾਂ ਦੇ ਜਦੋਂ ਸ਼ਬਦ ਲਿਆਂਦੇ ਨੇ, ਜਿੱਥੇ ਖੋਲਣ ਦੀ ਲੋੜ ਪਈ ਹੈ ਗੁਰੂ ਸਾਹਿਬਾਨਾਂ ਨੇ ਉਹਨਾਂ ਨੂੰ ਐਕਸਟੈਂਡ ਵੀ ਕੀਤਾ। ਜਿੱਥੇ ਕੁਝ ਸ਼ਬਦ ਸਵਾਲੀਆ ਰੂਪ ਚ ਲੈਣ ਦੀ ਲੋੜ ਪਈ ਹੈ, ਉਹ ਸਵਾਲੀਆ ਰੂਪ ਚ ਲੈ ਲੈਣੇ। ਜਿਹੜਾ ਮੱਛੀ ਦਾ ਵਿਰੋਧ ਨਾ ਪੈਦਾ ਹੋ ਜਾਏ, ਮਾਤ ਪਿਤਾ ਕੀ ਰਗਤਨ ਪੁੰਨੇ ਮੱਛੀ ਮਾਸ ਨਾ ਖਾਈ, ਇਸੇ ਕਰਕੇ ਮਾਸ ਵਾਲੇ ਸ਼ਬਦ ਦੇ ਵਿੱਚ ਸਪਸ਼ਟ ਕਰ ਦਿੱਤਾ। ਹੁਣ ਫਰੀਦ ਜੀ ਨੂੰ ਅਸੈਂਬਲੀ ਚ ਖੜੇ ਨੇ, ਉਹਨਾਂ ਨੂੰ ਹੱਕ ਹੈ ਐਲਾਨ ਕਰਨ ਦਾ ਵੀ ਬੇਨਮਾਜ਼ਾ ਕੁੱਤਿਆ ਇਹ ਨਾ ਭਲੀ ਰੀਤ, ਕਬ ਹੀ ਚੱਲਣਾ ਆਇਆ ਪੰਜੇ ਵਕਤ ਮਸੀਤ। ਇਹ ਨਮਾਜ਼ ਰਹਿਤ, ਜਿਹੜਾ ਨਮਾਜ਼ ਨਾ ਪੜੇ ਕੁੱਤੇ ਦੀ ਨਹੀਂ ਆਈ ਐ, ਇਹ ਨਾ ਭਲੀ ਰੀਤ, ਕਬ ਹੀ ਚੱਲਣਾ ਆਇਆ ਪੰਜੇ ਵਕਤ ਮਸੀਤ। ਜੇ ਇਹਦਾ ਨਿਤਨੇਮ ਕੱਢਣ ਦੀ ਕੋਸ਼ਿਸ਼ ਕਰਨ ਸਾਡੇ ਸਿੱਖ ਕੇ ਪੰਜੇ ਵਕਤ ਕਰਦੇ ਨੇ ਨਿਤਨੇਮ, ਪਰ ਨਹੀਂ, ਇਹ ਸਵਾਲੀਆ ਰੂਪ ਚ ਗੁਰੂ ਸਾਹਿਬ ਐਕਸਟੈਂਡ ਕਰਦੇ ਨੇ ਇਹ ਵਿਚਾਰ ਨੂੰ। ਉਹ ਕਹਿੰਦੇ ਨੇ ਪੰਜ ਨਮਾਜ਼ਾਂ ਵਕਤ ਪੰਜ, ਪੰਜਾਂ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਈ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ। ਵੀ ਫਰੀਦ ਜੀ ਤੁਹਾਡੀ ਵਿਚਾਰ ਨੂੰ ਥੋੜਾ ਜਿਹਾ ਹੋਰ ਐਕਸਟੈਂਡ ਗੁਰੂ ਸਾਹਿਬ ਕਹਿੰਦੇ ਕਰਦੇ ਆ। ਅਸਲ ਨਮਾਜ਼ਾਂ ਕੀ ਨੇ? ਪੰਜ ਨਮਾਜ਼ਾਂ ਵਕਤ ਪੰਜ, ਪੰਜਾਂ ਪੰਜੇ ਨਾਉ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਬੇਨਮਾਜ਼ਾ ਕੁੱਤਾ ਹੀ ਹੈ, ਪਰ ਉਹ ਉਸ ਕੁੱਤੇ ਗਾੜੀ ਨਮਾਜ਼ਾਂ ਕਿਹੜੀਆਂ ਨੇ? ਪੰਜ ਨਮਾਜ਼ਾਂ ਵਕਤ ਪੰਜ, ਪੰਜਾਂ ਪੰਜੇ ਨਾਉ। ਫਰੀਦ ਕਹਿੰਦੇ ਨੇ, ਫਰੀਦਾ ਪਾੜ ਪਟੋਲਾ ਧੱਜ ਕਰੀ, ਕੰਬਲੜੀ ਪਹਿਰਿਓ, ਜਿੰਨੀ ਵੇਸੀ ਸ਼ੌ ਮਿਲੇ ਸਹੀ ਵੇਸ ਕਰਿਓ। ਤੇ ਅਗਲੇ ਬੰਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸ਼ਬਦ ਆ ਜਾਂਦਾ, ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰਿਓ, ਨਾਨਕ ਘਰ ਹੀ ਬੈਠਿਆਂ ਸ਼ੌ ਮਿਲੇ ਜੇ ਨੀਅਤ ਰਾਸ ਕਰੇ। ਹੁਣ ਇੱਥੇ ਫਰੀਦ ਜੀ ਦਾ ਸ਼ਬਦ ਪਾੜ ਪਟੋਲਾ ਧੱਜ ਕਰੀ, ਅਗਲੇ ਬੰਨੇ ਗੁਰੂ ਅਮਰਦਾਸ ਪਾਤਸ਼ਾਹ ਦਾ ਸ਼ਬਦ ਵਿਚਾਰਾਂ ਦਾ ਆਪਸੀ ਤਾਲਮੇਲ ਬਣਾ ਕੇ ਗੁਰੂ ਸਾਹਿਬਾਨ ਐਕਸਟੈਂਡ ਕਰ ਰਹੇ ਨੇ। ਕਬੀਰ ਖੂਬ ਖਾਨਾ ਖਿਚੜੀ, ਜਿਹੜਾ ਬੋਲ ਗਿਆ ਭਾਈ ਸਾਹਿਬ, ਖੂਬ ਖਾਨਾ ਖਿਚੜੀ ਜਾਮੇ ਅੰਮ੍ਰਿਤ ਲੋਨ, ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ, ਕਬੀਰ ਚਾਵਲ ਕਾਰਨੇ ਤੁਖ ਕੋ ਮੋਲੀ ਲਾਏ। ਇੱਕ ਚੌਲਾਂ ਤੋਂ ਖਿਚੜੀ ਬਣਦੀ ਨਾ, ਕਬੀਰ ਚਾਵਲ ਕਾਰਨੇ ਤੁਖ ਕੋ ਮੋਲੀ ਲਾਏ, ਸੰਗ ਕਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ। ਵੀ ਜਿਵੇਂ ਚੌਲ ਬਣਦੀ ਤੇ ਚੌਲਾਂ ਤੋਂ ਖਿਚੜੀ ਹੈ ਬਣਾ ਲਓ, ਪਰ ਚੌਲਾਂ ਦੇ ਉਤਲੇ ਵਾਲਾ ਹਿੱਸਾ ਜਿਹੜਾ ਛਕੜਿਆ ਕਿੰਨੀ ਕੁੱਟ ਖਾ ਖਾ ਕੇ ਤੁਹਾਨੂੰ ਪ੍ਰਗਟ ਕਰਦਾ, ਆਪਣੇ ਚੌਲਾਂ ਰੂਪਾਂ ਦੇ ਚੌਲ ਦੀ ਹੋਂਦ ਲਿਆ ਪ੍ਰਗਟ ਕਰਦਾ ਹੈ, ਬਾਅਦ ਵਿੱਚ ਤੁਹਾਡੇ ਮੂੰਹ 'ਚ ਪੈਂਦਾ ਹੈ। ਸੋ ਗੁਰੂ ਸਾਹਿਬਾਨ ਨੇ ਕੋਈ ਸ਼ੰਕਾ ਨਹੀਂ ਰਹਿਣ ਦਿੱਤੀ। ਇਸ ਕਰਕੇ ਗੁਰਬਾਣੀ ਦੇ ਹਰ ਸ਼ਬਦ ਨੂੰ, ਗੁਰਬਾਣੀ ਦੀ ਹਰ ਤੁਕ ਨੂੰ ਸਿਧਾਂਤ ਬਣਾ ਕੇ ਪੇਸ਼ ਕਰਨਾ, ਜਿਹੜੀ ਕਿ ਸਵਾਲੀਆ ਰੂਪ 'ਚ ਆਈ, ਇਹ ਬਿਲਕੁਲੋਂ ਸਾਡੇ ਵਾਸਤੇ ਗਲਤ ਮਨਮਤ ਦਾ ਪ੍ਰਚਾਰ ਸਾਬਤ ਹੋਏਗਾ। ਇੱਕ ਇੱਕ ਤੁਕ ਦੇ ਵਿੱਚ ਸਿਧਾਂਤ ਨਹੀਂ, ਸਿਧਾਂਤ ਪੂਰਨ ਰੂਪ ਵਿੱਚ ਹੈ। ਸਾਨੂੰ ਸਾਰਾ ਪ੍ਰਕਰਨ ਦੇਖਣਾ ਪਏਗਾ। ਕਬੀਰ ਜੋ ਮੈਂ ਚਿਤਵਿਓ ਨਾ ਕਰੇ ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵੇ ਹਰ ਕਰੇ ਜੋ ਮੇਰੇ ਚਿੱਤ ਨਾ ਹੋਏ। ਗੁਰੂ ਅਮਰਦਾਸ ਪਾਤਸ਼ਾਹ ਜੀ ਨਾਲ ਹੀ ਕਹਿੰਦੇ ਨੇ, ਚਿੰਤਾ ਵੀ ਆਪ ਕਰਾਈ ਸੀ ਚਿੰਤ ਵੀ ਆਪੇ ਦੇ, ਨਾਨਕ ਸੋ ਸਲਾਈਏ ਜੇ ਸਭਨਾ ਸਾਰ ਕਰੇ। ਅਗਲੇ ਬੰਨੇ ਅਰਜਨ ਪਾਤਸ਼ਾਹ ਜੀ ਆ ਜਾਂਦੇ ਨੇ, ਮਹਿਲ ਪੰਜਵਾਂ, ਕਬੀਰ ਰਾਮ ਨਾ ਚੇਤਿਓ, ਫਿਰਿਆ ਲਾਲਚ ਮਾਏ, ਪਾਪ ਕਰੰਤਾ ਮਰ ਗਿਆ ਔਦ ਪੁਨੀ ਖਿਨ ਮਾਏ, ਭਾਂਗ ਮਾਛਲੀ ਸੁਰਾਪਾਨ, ਮਾਤ ਪਿਤਾ ਕੀ ਰਕਤਨ ਪੰਨੇ ਮੱਛੀ ਮਾਸ ਨਾ ਖਾਈ। ਇਸ ਕਰਕੇ ਸਾਰੇ ਪ੍ਰਕਰਨ ਨੂੰ ਪੂਰਨ ਰੂਪ ਵਿੱਚ ਗੁਰੂ ਗ੍ਰੰਥ ਦਾ ਸ਼ਬਦ ਸਿਧਾਂਤ ਹੈ। ਸ਼ਬਦ ਹੁੰਦਾ ਹੈ ਫਲਸਫਾ। ਕੱਲੀ ਕੱਲੀ ਪੰਕਤੀ ਚੋਕ ਕੇ ਸਿਧਾਂਤ ਪ੍ਰਗਟ ਨਾ ਕਰੀਏ। ਕੱਲੀ ਪੰਕਤੀ ਜੇ ਹਾਟੀ ਬਾਟੀ ਰਹੇ ਨਰਾਲੇ ਸਿੱਧਾ ਵਾਲਾ ਸਿਧਾਂਤ ਕੋਈ ਚੱਕ ਕੇ ਲੈ ਗਿਆ ਨਾਨਕ ਸਾਹਿਬ ਦੇ ਉੱਤਰ ਤੋਂ ਬਿਨਾਂ ਹੀ, ਤੇ ਇਕਾਂਤ ਪ੍ਰਗਟ ਹੋ ਜਾਏਗੀ, ਜਿਵੇਂ ਤੁਸੀਂ ਇਕਾਂਤ ਦਾ ਸਿਧਾਂਤ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਟੀ ਬਾਟੀ ਰਹੇ ਨਿਰਾਲੇ। ਸੋ ਅੱਜ ਆਪਾਂ ਭਾਈ ਰਣਜੀਤ ਸਿੰਘ ਹੁਣਾਂ ਦਾ 4 ਮਿੰਟ 30 ਸਕਿੰਟ ਦਾ ਪ੍ਰੋਗਰਾਮ, ਇਹਨਾਂ ਦੀ ਟੋਟਲ 20 ਮਿੰਟ ਦੀ ਆਡੀਓ ਹੈ, ਪਰ ਅੱਜ ਆਪਾਂ 4.5 ਮਿੰਟ ਦੀ ਡਿਸਕਸ਼ਨ ਕਰ ਲਈ ਹੈ। 4.5 ਮਿੰਟ ਦੀ ਆਪਾਂ ਡਿਸਕਸ਼ਨ ਕਰ ਚੁੱਕੇ ਹਾਂ, ਤੇ ਬਾਕੀ ਜੋ 15 ਮਿੰਟ, ਮੈਨੂੰ ਲੱਗਦਾ ਸ਼ੋਅ 2 ਦੇ ਵੀ ਸ਼ਾਇਦ 3 ਹੋ ਜਾਣਾ, ਆਪਾਂ ਇਹਨਾਂ ਗੱਲਬਾਤ ਕਰਦੇ ਹਾਂ। ਤੇ ਇਹ ਕੱਲੀ ਭਾਈ ਰਣਜੀਤ ਸਿੰਘ ਨੂੰ ਜਵਾਬ ਨਹੀਂ, ਇਹ ਇੱਕ ਐਸੀ ਜਿਹੜੀ ਵਿਚਾਰਧਾਰਾ ਮਾਸ ਖਾਨ ਦੇ ਵਿਰੋਧ ਵਿੱਚ ਵੀਰ ਗੱਲ ਕਰਦੇ ਨੇ, ਉਸ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਇਹ ਆਪਾਂ ਪ੍ਰੋਗਰਾਮ ਕਰ ਰਹੇ ਹਾਂ। ਕੱਲਾ ਭਾਈ ਰਣਜੀਤ ਸਿੰਘ ਦੇ ਸੰਬੰਧ ਵਿੱਚ ਨਹੀਂ, ਉਹ ਤੇ ਇੱਕ ਜਰੀਆ ਹੈ। ਭਾਈ ਰਣਜੀਤ ਸਿੰਘ ਇੱਕ ਜਰੀਆ ਬਣ ਗਏ, ਕਿਉਂਕਿ ਉਹਨਾਂ ਨੇ ਆਡੀਓ ਕੱਢ ਦਿੱਤੀ ਨਵੀਂ। ਸੋ ਇਸ ਕਰਕੇ ਆਪਾਂ ਇਹਨਾਂ ਦੇ ਆਧਾਰ ਤੇ ਆਪਾਂ ਡਿਸਕਸ ਕਰ ਰਹੇ ਹਾਂ। ਮੈਨੂੰ ਆਸ ਹੈ ਇਹ ਜਿਹੜੇ ਵਿਚਾਰ ਨੇ ਸਾਂਝੇ ਕੀਤੇ ਤੁਹਾਡੇ ਸਾਰੇ ਸਰੋਤਿਆਂ ਨਾਲ, ਇਹਨਾਂ ਵਿਚਾਰਾਂ ਦੇ ਸੰਬੰਧ ਵਿੱਚ ਤੁਸੀਂ ਵੀ ਹੋਰ ਐਕਸਟੈਂਡ ਕਰਨ ਦੀ ਕੋਸ਼ਿਸ਼ ਕਰੋਗੇ, ਇਹਨੂੰ ਸੋਚੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।